हेलो स्टूडेंट, वेलकम बैक अवर यूट्यूब चैनल। स्टूडेंट्स, ਅੱਜ ਦੀ ਜਿਹੜੀ ਕਲਾਸ ਆਪਾਂ ਕਰਨ ਜਾ ਰਹੇ ਹਾਂ ਇਹ ਕਲਾਸ ਹੈ 2016 ਦੇ ਵਿੱਚ ਹਿਸਟਰੀ ਲੈਕਚਰਰ ਦਾ ਪੇਪਰ ਹੋਇਆ ਸੀ। ਇਹਦੇ ਬਾਰੇ ਆਪਾਂ ਗੱਲ ਕਰਾਂਗੇ। 150 ਕੁਐਸਚਨ ਇਹਦੇ ਵਿੱਚ, ਤਾਂ ਇਹਨਾਂ ਨੂੰ ਆਪਾਂ ਅੱਜ ਹੱਲ ਕਰਾਂਗੇ। ਕੁਐਸਚਨ ਨੂੰ ਕਿਸ ਲੈਵਲ ਦਾ ਪੇਪਰ ਹੈਗਾ, ਕਿਉਂਕਿ ਜਿਹੜੇ ਪੁਰਾਣੇ ਪੇਪਰ ਹੁੰਦੇ ਨੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਪੁਰਾਣੇ ਪੇਪਰ ਦੇਖਣ ਦੇ ਨਾਲ ਤੁਹਾਨੂੰ ਬੜਾ ਫਾਇਦਾ ਹੋਣਾ ਹੈਗਾ। ਅੱਗੇ ਜਿਹੜੇ ਆਉਣ ਵਾਲੇ ਐਗਜ਼ਾਮ ਨੇਗੇ, ਕਈ ਵਾਰ ਕੁਐਸਚਨ ਰਿਪੀਟ ਹੋ ਜਾਂਦੇ ਨੇ, ਜਾਂ ਫਿਰ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਕਿਸ ਲੈਵਲ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ ਜਾਂ ਕਿਸ ਲੈਵਲ ਦੇ ਕੁਐਸਚਨ ਸਾਡੇ ਤੋਂ ਪੁੱਛੇ ਗਏ ਸੀ। ਤਾਂ ਇੱਕ ਪੈਟਰਨ ਬਾਰੇ ਸਾਨੂੰ ਸਮਝ ਆ ਜਾਂਦੀ ਹੈ ਪੁਰਾਣੇ ਪੇਪਰ ਦੇਖਣ ਦੇ ਨਾਲ। ਠੀਕ ਹੈ, ਤਾਂ ਆਪਾਂ ਕੁਐਸਚਨ ਨੂੰ ਹੱਲ ਕਰਦੇ ਹਾਂ। ਫਸਟ ਕੁਐਸਚਨ ਜਿਹੜਾ ਪੁੱਛਿਆ ਗਿਆ ਸੀ ਉਹ ਸੀ ਪੰਜਾਬੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ। ਹੁਣ ਮੈਂ ਇਸ ਪੇਪਰ ਨੂੰ ਜਦੋਂ ਐਨਾਲਾਈਜ਼ ਕਰ ਰਿਹਾ ਸੀ ਤਾਂ ਮੈਂ ਦੇਖਿਆ ਸੀਗਾ ਵੀ ਇਸ ਪੇਪਰ ਦੇ ਵਿੱਚ ਨਾ ਪੰਜਾਬੀ ਦੇ ਵਿੱਚ ਕਾਫੀ ਗਲਤੀਆਂ ਨੇਗੀਆਂ। ਜਿਵੇਂ ਇੰਗਲਿਸ਼ ਦਾ ਵਰਡ ਤਾਂ ਉਹਨਾਂ ਦਾ ਸਹੀ ਹੈਗਾ, ਵਾਕ ਸਹੀ ਹੈ ਉਹਨਾਂ ਦਾ, ਪਰ ਉਹਨੂੰ ਪੰਜਾਬੀ ਜਦੋਂ ਕਨਵਰਟ ਕੀਤਾ ਤਾਂ ਪੰਜਾਬੀ ਦੇ ਵਿੱਚ ਉਹਨੂੰ ਕਾਫੀ ਗਲਤੀਆਂ ਕਰ ਰੱਖੀਆਂ ਨੇ। ਤਾਂ ਇਸ ਕਰਕੇ ਮੈਂ ਚਲੋ ਪੰਜਾਬੀ ਦਾ ਥੋੜਾ ਜਿਹੜਾ ਅਨੁਵਾਦ ਉਹ ਸਹੀ ਕਰਦਾ ਕਰੂੰਗਾ। ਆਪਾਂ ਪੰਜਾਬੀ ਦੇ ਵਿੱਚ ਹੀ ਸਹੀ ਸ਼ੁਰੂ ਕਰਾਂਗੇ। ਪੰਜਾਬੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ? ਸੰਸਕ੍ਰਿਤ, ਹਿੰਦੀ, ਦੇਖੋ ਤੇ ਪਾਰਸੀ ਹੈ। ਠੀਕ ਹੈ, ਤਾਂ ਅੰਗਰੇਜ਼ੀ। ਠੀਕ ਹੈ, ਤਾਂ ਸਾਨੂੰ ਪਤਾ ਵੀ ਇਹ ਫਾਰਸੀ ਭਾਸ਼ਾ ਦਾ ਸ਼ਬਦ ਸੀਗਾ। ਠੀਕ ਹੈ, ਫਾਰਸੀ ਭਾਸ਼ਾ ਦੇ ਦੋ ਸ਼ਬਦਾਂ ਦੇ ਸੁਮੇਲ ਤੋਂ 5+ ਆਪ ਤੋਂ ਸਾਡਾ ਜਿਹੜਾ ਪੰਜਾਬ ਹੈ ਉਹ ਸ਼ਬਦ ਉਹ ਬਣਿਆ। ਸੈਕਿੰਡ ਕੁਐਸਚਨ ਹੈ ਪੈਂਟੋਪਟਾਮੀਆ ਦੂਸਰਾ ਨਾਮ ਸੀ। ਪੈਂਟੋਪਟਾਮੀਆ ਕਿਹਦਾ ਦੂਸਰਾ ਨਾਮ ਸੀ? ਤਾਂ ਇਹ ਸਿੰਧ ਦਾ ਸੀ, ਮਾਲਵੇ ਦਾ, ਪੰਜਾਬ ਦਾ ਜਾਂ ਫਿਰ ਹਰਿਆਣੇ ਦਾ। ਸਾਨੂੰ ਪਤਾ ਵੀ ਪੈਂਟੋਪਟਾਮੀਆ ਜਿਹੜਾ ਨਾਮ ਸੀਗਾ ਜੀ ਇਹ, ਠੀਕ ਹੈ, ਇਹਨੂੰ ਨਾਮ ਦਿੱਤਾ ਸੀਗਾ ਤਾਂ ਇਹ ਪੰਜਾਬ ਨੂੰ ਨਾਮ ਦਿੱਤਾ ਗਿਆ ਸੀ ਯੂਨਾਨੀਆਂ ਵੱਲੋਂ। ਤੀਸਰਾ ਕੁਐਸਚਨ ਦੇਖਦੇ ਹਾਂ, ਆਦਿ ਗ੍ਰੰਥ ਦਾ ਸੰਕਲਨ ਕਿਸਨੇ ਕੀਤਾ ਸੀ? ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ। ਤਾਂ ਆਦਿ ਗ੍ਰੰਥ ਦਾ ਜਿਹੜਾ ਸੰਕਲਨ ਕਰਵਾਇਆ ਸੀਗਾ, ਤੁਹਾਨੂੰ ਪਤਾ ਇਹ 1604 ਦੇ ਵਿੱਚ ਹੋਇਆ ਹੈਗਾ, ਤਾਂ ਇਹ ਕਰਵਾਇਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ। ਠੀਕ ਹੈ, ਕੁਐਸਚਨ ਹੈਗਾ। ਫੋਰਥ ਕੁਐਸਚਨ ਦੇਖਦੇ ਹਾਂ, ਆਦਿ ਗ੍ਰੰਥ ਵਿੱਚ ਸਭ ਤੋਂ ਜ਼ਿਆਦਾ ਸ਼ਲੋਕ ਕਿਸ ਤੇ ਹਨ? ਸਾਨੂੰ ਪਤਾ ਹੈ ਵੀ ਆਦਿ ਗ੍ਰੰਥ ਜਿਹੜਾ ਸੀਗਾ 1604 ਦੇ ਵਿੱਚ ਇਹਦਾ ਸੰਕਲਨ ਕੀਤਾ ਗਿਆ ਸੀਗਾ। ਇਸ ਤੋਂ ਬਾਅਦ ਪਹਿਲੇ 5 ਗੁਰੂਆਂ ਦੇ ਸ਼ਲੋਕ ਇਹਦੇ ਵਿੱਚ ਸ਼ਾਮਲ ਨੇ, ਤੇ ਜਿਹੜੇ 9ਵੇਂ ਗੁਰੂ ਨੇ ਸਾਡੇ ਗੁਰੂ ਤੇਗ ਬਹਾਦਰ ਜੀ, ਉਹਨਾਂ ਦੇ ਸ਼ਲੋਕ ਇਹਦੇ ਵਿੱਚ ਸ਼ਾਮਲ ਨੇ। ਸਭ ਤੋਂ ਜ਼ਿਆਦਾ ਸ਼ਲੋਕ ਕਿਹਦੇ ਨੇਗੇ? ਤਾਂ ਉਹ ਹੈਗੇ ਨੇ ਗੁਰੂ ਅਰਜਨ ਦੇਵ ਜੀ ਦੇ। ਠੀਕ ਹੈ ਜੀ, ਗੁਰੂ ਅਰਜਨ ਦੇਵ ਜੀ ਦੇ ਸ਼ਲੋਕ ਸਭ ਤੋਂ ਜ਼ਿਆਦਾ ਨੇਗੇ। ਕਿੰਨੇ ਸ਼ਲੋਕ ਨੇ ਇਹਨਾਂ ਬਾਰੇ ਮੈਂ ਤੁਹਾਡੀ ਕਲਾਸ ਡਿਸਕਸ ਕਰੂੰਗਾ। ਠੀਕ ਹੈ, ਗੁਰੂ ਗੋਬਿੰਦ ਸਿੰਘ ਨੇ ਕਿੰਨੇ, ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਸੀ ਜਾਂ ਸ਼ਲੋਕਾਂ ਦੀ ਰਚਨਾ ਕੀਤੀ ਸੀ, ਇਸ ਤਰ੍ਹਾਂ ਸਾਰੇ ਗੁਰੂਆਂ ਨੇ ਕਿੰਨੇ ਕਿੰਨੇ ਦੀ ਕੀਤੀ, ਉਹ ਆਪਾਂ ਬਾਅਦ ਦੀ ਕਲਾਸ ਦੇ ਵਿੱਚ ਕਰਾਂਗੇ ਡਿਸਕਸ। 5th ਨੰਬਰ ਕੁਐਸਚਨ ਦੇਖਦੇ ਹਾਂ, ਬਾਬਾ ਫਰੀਦ ਇਸ ਸ਼ਹਿਰ ਦੇ ਨਾਲ ਸੰਬੰਧ ਰੱਖਦੇ ਸਨ? ਫਰੀਦਕੋਟ, ਲਾਹੌਰ, ਮੁਲਤਾਨ ਜਾਂ ਫਿਰ ਪਾਕਪਟਨ। ਠੀਕ ਹੈ, ਪਾਕਪਟਨ ਹੈ ਇਹ, ਪਾਕਪਤਨ ਨਹੀਂ, ਪਾਕਪਟਨ ਹੈ। ਤੇ ਬਾਬਾ ਜੀ ਦਾ ਜਿਹੜਾ ਸੰਬੰਧ ਸੀਗਾ, ਵੈਸੇ ਤਾਂ ਆਪਾਂ ਇਹ ਮੰਨਦੇ ਫਰੀਦਕੋਟ ਦੇ ਨਾਲ ਸੰਬੰਧ, ਕਿਉਂਕਿ ਫਰੀਦਕੋਟ ਜਿਹੜਾ ਨਾਮ ਹੈਗਾ ਉਹ ਬਾਬਾ ਫਰੀਦ ਦੇ ਨਾਮ ਤੇ ਪਿਆ ਹੈਗਾ, ਪਰ ਬੇਸਿਕਲੀ ਬਾਬਾ ਜੀ ਜਿਹੜੇ ਬਿਲੋਂਗ ਕਰਦੇ ਸੀ ਉਹ ਪਾਕਪਟਨ ਤੋਂ ਬਿਲੋਂਗ ਕਰਦੇ ਸੀ। ਅੱਜ ਕੱਲ੍ਹ ਇਹ ਪਾਕਿਸਤਾਨ ਦੇ ਵਿੱਚ ਪੈਂਦੀ ਹੈ ਜਗ੍ਹਾ ਪਾਕਪਟਨ। 6th ਕੁਐਸਚਨ ਦੇਖਦੇ ਹਾਂ, ਭਗਤ ਜੈਦੇਵ ਸੰਬੰਧਿਤ ਸਨ ਕਿਹਦੇ ਨਾਲ? ਬਨਾਰਸ ਦੇ ਨਾਲ, ਬੰਗਾਲ ਦੇ ਨਾਲ, ਮਹਾਰਾਸ਼ਟਰ ਦੇ ਨਾਲ, ਰਾਜਸਥਾਨ ਦੇ। ਇਹਦੇ ਕੋਲ ਭਗਤੀ ਮੂਵਮੈਂਟ ਦੇ ਕੁਐਸਚਨ ਪੁੱਛੇ ਗਏ ਨੇ ਇਹਦੇ ਵਿੱਚ। ਠੀਕ ਹੈ, ਤਾਂ ਭਗਤੀ ਮੂਵਮੈਂਟ ਦਾ ਚੈਪਟਰ ਤੁਹਾਡੇ ਸਿਲੇਬਸ ਦੇ ਵਿੱਚ ਹੈਗਾ। ਇੰਡੀਅਨ ਹਿਸਟਰੀ ਦੇ ਸਿਲੇਬਸ ਦੇ ਵਿੱਚ ਆਉਂਦਾ ਇਹ, ਮੱਧਕਾਲ ਦੇ ਵਿੱਚ ਅਸੀਂ ਪੜ੍ਹਦੇ ਹੁੰਦੇ ਇਹਨੂੰ। ਤਾਂ ਭਗਤ ਜੈਦੇਵ ਦਾ ਜਿਹੜਾ ਸੰਬੰਧ ਸੀ ਉਹ ਕਿਹਦੇ ਨਾਲ ਸੀਗਾ? ਬੰਗਾਲ ਦੇ ਨਾਲ ਸੀਗਾ। ਬੰਗਾਲ ਦੇ ਨਾਲ ਸੰਬੰਧਿਤ ਸੀਗੇ ਭਗਤ ਜੈਦੇਵ ਜੀ। 7ਵਾਂ ਕੁਐਸਚਨ ਦੇਖਦੇ ਹਾਂ, ਪੋਠੋਹਾਰ ਦਾ ਇਲਾਕਾ ਜਾਂ ਪੋਠੋਹਾਰ ਦਾ ਜਿਹੜਾ ਖੇਤਰ ਹੈਗਾ ਉਹ ਕਿਹੜੇ ਇਲਾਕੇ ਦੇ ਵਿੱਚ ਪੈਂਦਾ ਹੈ? ਲਾਹੌਰ ਜਾਂ ਪੋਠੋਹਾਰੀ ਕਿੱਥੇ ਬੋਲੀ ਜਾਂਦੀ ਹੈ? ਪੋਠੋਹਾਰੀ ਇੱਕ ਭਾਸ਼ਾ ਹੈਗੀ, ਜਾਂ ਪੋਠੋਹਾਰੀ ਜਿਹੜੇ ਏਰੀਆ 'ਚ ਪੋਠੋਹਾਰੀ ਬੋਲੀ ਜਾਂਦੀ ਹੈ ਉਸਨੂੰ ਅਸੀਂ ਪੋਠੋਹਾਰ ਦਾ ਇਲਾਕਾ ਬੋਲ ਦਿੰਦੇ ਹਾਂ। ਲਾਹੌਰ ਦੇ ਵਿੱਚ ਹੈ, ਅੰਮ੍ਰਿਤਸਰ ਦੇ ਵਿੱਚ ਹੈ, ਰਾਵਲਪਿੰਡੀ ਜਾਂ ਜੇਲ੍ਹ ਵਾਲਾ ਇਲਾਕਾ ਜਿਹੜਾ, ਜਾਂ ਫਿਰ ਅੰਬਾਲਾ ਜਾਂ ਕੁਰੂਖੇਤਰ ਇਲਾਕਾ। ਠੀਕ ਹੈ, ਤਾਂ ਇਹ ਦੇਖੋ ਆਊਗਾ ਇਹਦਾ ਆਨਸਰ ਸੀ ਆਨਸਰ, ਵੀ ਜਿਹੜੇ ਪੋਠੋਹਾਰ ਦਾ ਖੇਤਰ ਹੈਗਾ ਉਹ ਕਿੱਥੇ ਪੈਂਦਾ ਹੈਗਾ? ਉਹ ਰਾਵਲ ਤੇ ਜੇਹਲਮ ਦੇ ਇਰਦ ਗਿਰਦ ਵਾਲੇ ਇਲਾਕੇ ਦੇ ਵਿੱਚ ਪੈਂਦਾ ਹੈ। 8th ਨੰਬਰ ਕੁਐਸਚਨ ਦੇਖਦੇ ਹਾਂ, ਗੁਰੂ ਨਾਨਕ ਦੇਵ ਜੀ ਬਟਾਲੇ ਨਾਲ ਇਸ ਕਰਕੇ ਜੁੜੇ ਹੋਏ ਸੀ? ਮਤਲਬ ਗੁਰੂ ਨਾਨਕ ਦੇਵ ਜੀ ਦਾ ਬਟਾਲੇ ਦੇ ਨਾਲ ਕੀ ਸੰਬੰਧ ਸੀਗਾ? ਯਾਤਰਾ ਕੀਤੀ ਸੀ ਉਹਨਾਂ ਨੇ, ਘਰ ਸੀ, ਨੌਕਰੀ ਸੀ, ਜਾਂ ਉਹਨਾਂ ਦਾ ਉੱਥੇ ਵਿਆਹ ਹੋਇਆ ਸੀ? ਠੀਕ ਹੈ, ਤਾਂ ਤੁਹਾਨੂੰ ਪਤਾ ਜੀ ਇਹਨਾਂ ਦਾ ਵਿਆਹ ਹੋਇਆ ਸੀਗਾ। ਠੀਕ ਹੈ, ਇਹਨਾਂ ਦੇ ਸਹੁਰੇ ਜਿਹੜੇ ਸੀਗੇ ਉਹ ਬਟਾਲੇ ਸੀਗੇ। 9ਵਾਂ ਨੰਬਰ ਕੁਐਸਚਨ ਦੇਖਦੇ ਹਾਂ, ਗੁਰੂ ਨਾਨਕ ਦੇਵ ਜੀ ਨੇ ਨੌਕਰੀ ਕੀਤੀ ਸੀ ਕਿੱਥੇ ਕੀਤੀ ਸੀ? ਨਨਕਾਣਾ ਸਾਹਿਬ ਦੇ ਵਿੱਚ, ਲਾਹੌਰ ਦੇ ਵਿੱਚ, ਸੁਲਤਾਨਪੁਰ ਲੋਧੀ ਜਾਂ ਫਿਰ ਗੋਇੰਦਵਾਲ। ਇਹਨਾਂ ਦੇ ਜੀਜਾ ਜੀ ਇਹਨਾਂ ਨੂੰ ਲੈ ਗਏ ਸੀ ਨੌਕਰੀ ਵਾਸਤੇ, ਤਾਂ ਉਹ ਕਿੱਥੇ ਲੈ ਕੇ ਗਏ ਸੀਗੇ? ਉਹ ਲੈ ਕੇ ਗਏ ਸੀ ਸੁਲਤਾਨਪੁਰ ਲੋਧੀ ਦੇ ਵਿੱਚ। 10th ਕੁਐਸਚਨ ਹੈ, ਗੁਰੂ ਗੱਦੀ ਤੇ ਬੈਠਣ ਤੋਂ ਪਹਿਲਾਂ ਭਾਈ ਲਹਿਣਾ ਕਿਸ ਗੁਰੂ ਦਾ ਨਾਮ ਸੀ? ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਸਾਨੂੰ ਪਤਾ ਵੀ ਭਾਈ ਲਹਿਣਾ ਜੀ ਜਿਹੜੇ ਸੀ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦਾ ਨਾਮ ਦਿੱਤਾ ਗਿਆ ਸੀ ਗੁਰੂ ਨਾਨਕ ਦੇਵ ਜੀ ਵੱਲੋਂ, ਤਾਂ ਉਹਨਾਂ ਦਾ ਬਚਪਨ ਦਾ ਨਾਮ ਸੀ ਭਾਈ ਲਹਿਣਾ। ਤਾਂ ਕਿਹਦਾ ਨਾਮ ਸੀ? ਕੀ ਆਨਸਰ ਆਊਗਾ ਇਹਦਾ? ਇਹਦਾ ਆਨਸਰ ਆਊਗਾ ਜੀ ਗੁਰੂ ਅੰਗਦ ਦੇਵ ਜੀ। ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ,
ਤੁਸੀਂ ਪੇਪਰ ਚੱਕ ਕੇ ਦੇਖਿਓ ਸਾਰੇ ਜਿੰਨੇ ਵੀ ਆਏ ਹੋਏ ਨੇਗੇ, ਤਾਂ ਜਦੋਂ ਪੇਪਰ ਐਗਜ਼ਾਮੀਨਰ ਪਾਉਂਦਾ ਹੁੰਦਾ ਹੈ ਤਾਂ ਉਹ ਇਹਨਾਂ ਪੁਰਾਣੇ ਕੁਐਸਚਨ ਨੂੰ ਆਧਾਰ ਬਣਾ ਕੇ ਕੁਐਸਚਨ ਪਾ ਦਿੰਦਾ ਹੁੰਦਾ ਹੈ। ਜਿਵੇਂ ਮੰਨ ਲਓ ਪੁੱਛ ਲਿਆ ਗਿਆ ਵੀ ਇਹਨਾਂ ਦਾ ਕੀ ਨਾਮ ਸੀਗਾ, ਬਚਪਨ ਦਾ ਨਾਮ ਭਾਈ ਲੈਣਾ ਸੀ, ਕਿਹੜੇ ਗੁਰੂ ਦਾ ਨਾਮ ਸੀਗਾ, ਗੁਰੂ ਅੰਗਦ ਦੇਵ ਜੀ ਦਾ, ਉਸ ਦਾ ਵੀ ਉਹ ਅੱਗੇ ਕੁਐਸਚਨ ਹੋਰ ਪਾ ਦੇ, ਜਿਵੇਂ ਭਾਈ ਜੇਠਾ ਜੀ ਹੈ ਉਹ ਕਿਹਦਾ ਨਾਮ ਸੀ ਨਾ, ਇਸ ਤਰ੍ਹਾਂ ਦੇ। ਤਾਂ ਇਹਦੇ ਨਾਲ ਮਿਲਦੇ ਜੁਲਦੇ ਕੁਐਸਚਨ ਉਹ ਪੇਪਰ ਪੈਟਰਨ ਦੇ ਵਿੱਚ ਪਾ ਦਿੰਦਾ ਹੁੰਦਾ ਅੱਗੇ। 11 ਨੰਬਰ ਕੁਐਸਚਨ ਹੈ ਸ਼੍ਰੀ ਚੰਦ, ਜਿਹੜੇ ਕਿ ਬਾਬਾ ਸ਼੍ਰੀ ਚੰਦ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਬੇਟੇ ਸੀਗੇ, ਸਪੁੱਤਰ ਸੀਗੇ, ਦੇ ਅਨੁਯਾਈ ਜ਼ਿਆਦਾਤਰ ਕਿਸ ਨਾਮ ਨਾਲ ਜਾਣੇ ਜਾਂਦੇ ਹਨ? ਸ਼੍ਰੀ ਚੰਦੀ, ਮੀਣਾ, ਉਦਾਸੀ ਜਾਂ ਫਿਰ ਨਾਨਕਪੰਥੀ। ਤੇ ਇਹਦਾ ਆਨਸਰ ਆਊਗਾ ਜੀ ਉਦਾਸੀ ਮਤ ਦੀ ਜਿਹੜੀ ਸਥਾਪਨਾ ਹੋਈ ਸੀਗੀ, ਕੀਤੀ ਗਈ ਸੀ, ਉਹ ਕਿਹਦੇ ਵੱਲੋਂ ਕੀਤੀ ਗਈ ਸੀ? ਉਹ ਸ਼੍ਰੀ ਚੰਦ ਵੱਲੋਂ ਕੀਤੀ ਗਈ ਸੀ। 12 ਨੰਬਰ ਕੁਐਸਚਨ ਕਿਹੜੇ ਗੁਰੂ ਗੋਇੰਦਵਾਲ ਦੇ ਵਿੱਚ ਵਸੇ ਸਨ? ਮਤਲਬ ਉਹਨਾਂ ਨੇ ਉੱਥੇ ਰਿਹਾਇਸ਼ ਕੀਤੀ ਸੀ ਆਪਣੀ। ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜਾਂ ਫਿਰ ਗੁਰੂ ਹਰਗੋਬਿੰਦ ਜੀ। ਤਾਂ ਇਹਦਾ ਸੰਬੰਧ ਆਊਗਾ ਜੀ ਗੁਰੂ ਅਮਰਦਾਸ ਜੀ ਨੇ ਆਪਣੀ ਰਿਹਾਇਸ਼ ਕੀਤੀ ਸੀ ਉੱਥੇ, ਠੀਕ ਹੈ ਜੀ ਗੁਰੂ, ਤੇ ਉੱਥੇ ਇਹਨਾਂ ਨੇ ਇੱਕ ਬੌਲੀ ਦੀ ਵੀ ਸਥਾਪਨਾ ਕੀਤੀ ਸੀਗੀ। 13 ਨੰਬਰ ਕੁਐਸਚਨ ਹੈ ਗੁਰੂ ਕਾ ਚੱਕ ਪੁਰਾਣਾ ਨਾਮ ਹੈ ਕਿਹਦਾ? ਤਰਨਤਾਰਨ ਦਾ ਹੈ, ਅੰਮ੍ਰਿਤਸਰ ਦਾ ਹੈ, ਕਰਤਾਰਪੁਰ ਦਾ ਹੈ ਜਾਂ ਫਿਰ ਹਰਗੋਬਿੰਦ ਦਾ ਹੈ, ਠੀਕ ਹੈ। ਤਾਂ ਗੁਰੂ ਕਾ ਜਿਹੜਾ ਚੱਕ ਹੈਗਾ ਉਹ ਕਿਹਦਾ ਨਾਮ ਸੀਗਾ? ਉਹ ਪੁਰਾਣਾ ਨਾਮ ਸੀਗਾ ਅੰਮ੍ਰਿਤਸਰ ਦਾ। ਪਹਿਲਾਂ ਇਹਦਾ ਨਾਮ ਗੁਰੂ ਕਾ ਚੱਕ ਸੀ ਅੰਮ੍ਰਿਤਸਰ ਦਾ, ਜਾਂ ਫਿਰ ਚੱਕ ਗੁਰੂ ਰਾਮਦਾਸ ਸੀਗਾ, ਰਾਮਦਾਸਪੁਰਾ ਸੀਗਾ, ਕਈ ਨਾਮ ਦੇ ਨਾਲ ਬੁਲਾਇਆ ਜਾਂਦਾ ਸੀ ਇਹਨੂੰ। ਉਸ ਤੋਂ ਬਾਅਦ ਫਿਰ 2 ਸਰੋਵਰਾਂ ਦੀ ਜੋ ਸਥਾਪਨਾ ਹੋਈ ਹੈ ਤਾਂ ਇੱਕ ਸਰੋਵਰ ਦੇ ਨਾਮ ਦੇ ਉੱਪਰ ਅੰਮ੍ਰਿਤਸਰ ਦਾ ਨਾਮ ਪੈ ਗਿਆ ਸੀਗਾ। 14 ਨੰਬਰ ਕੁਐਸਚਨ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ? ਸ਼ੇਖ ਅਹਿਮਦ ਸਰਿੰਦੀ, ਭਾਈ ਮਰਦਾਨਾ ਜੀ ਨੇ, ਬਾਬਾ ਬੁੱਢਾ ਜੀ ਨੇ ਰੱਖਿਆ ਸੀ ਜਾਂ ਫਿਰ ਸਾਈਂ ਮੀਆਂ ਮੀਰ ਨੇ ਰੱਖਿਆ ਸੀ? ਤਾਂ ਇਹਦਾ ਆਨਸਰ ਆਊਗਾ ਜੀ ਸਾਈਂ ਮੀਆਂ ਮੀਰ। ਤੁਹਾਨੂੰ ਪਤਾ ਹੈ ਵੀ 1599 ਦੇ ਵਿੱਚ ਸਾਈਂ ਮੀਆਂ ਮੀਰ ਦੁਆਰਾ ਇਹਦਾ ਜਿਹੜਾ ਉਦਘਾਟਨ ਰੱਖਿਆ ਗਿਆ ਸੀਗਾ, ਹਰਿਮੰਦਰ ਸਾਹਿਬ ਜੀ ਦਾ ਉਦਘਾਟਨ ਕੀਤਾ ਗਿਆ ਸੀਗਾ। 15 ਨੰਬਰ ਕੁਐਸਚਨ ਦੇਖਦੇ ਹਾਂ ਆਦਿ ਗ੍ਰੰਥ ਦਾ ਪਹਿਲਾ ਗ੍ਰੰਥੀ ਕੌਣ ਸੀ? ਜਾਂ ਫਿਰ ਇਹ ਕਹਿ ਲਓ ਵੀ ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕੌਣ ਸੀਗਾ? ਬਾਬਾ ਬੁੱਢਾ ਜੀ, ਪ੍ਰਿਥੀ ਚੰਦ, ਭਾਈ ਗੁਰਦਾਸ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਬਣਾਏ ਗਏ ਸੀ 1604 ਦੇ ਵਿੱਚ ਹਰਿਮੰਦਰ ਸਾਹਿਬ ਦੇ। ਤਾਂ ਇਹਦਾ ਆਨਸਰ ਆਊਗਾ ਜੀ ਫਸਟ। 16 ਨੰਬਰ ਕੁਐਸਚਨ ਦੇਖਦੇ ਹਾਂ ਸੁਖਮਨੀ ਸਾਹਿਬ ਦਾ ਰਚਨਾਕਾਰ ਕੌਣ ਹੈ? ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ, ਭਾਈ ਗੁਰਦਾਸ ਜਾਂ ਫਿਰ ਭਗਤ ਕਬੀਰ ਜੀ। ਤਾਂ ਸੁਖਮਨੀ ਸਾਹਿਬ ਦੀ ਰਚਨਾ ਦੇਖੋ ਕਿਹਨੇ ਕੀਤੀ ਸੀ, ਕਿਹੜੇ ਗੁਰੂ ਨੇ ਕੀਤੀ ਸੀ? 5ਵੇਂ ਗੁਰੂ ਸੀਗੇ ਗੁਰੂ ਅਰਜਨ ਦੇਵ ਜੀ। ਤਾਂ ਇਹਦਾ ਆਨਸਰ ਆਊਗਾ ਜੀ ਗੁਰੂ ਅਰਜਨ ਦੇਵ ਜੀ। 17 ਨੰਬਰ ਕੁਐਸਚਨ ਦੇਖਦੇ ਹਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਕਦੋਂ ਪ੍ਰਾਪਤ ਹੋਈ ਸੀ? 1604, 1606, 1605 ਜਾਂ 1607 ਦੇ ਵਿੱਚ। ਤਾਂ ਗੁਰੂ ਅਰਜਨ ਦੇਵ ਜੀ ਨੇ ਦੇਖੋ ਉਸ ਟਾਈਮ ਦੇ ਵਿੱਚ ਜਹਾਂਗੀਰ ਦਾ ਸ਼ਾਸਨ ਕਾਲ ਸੀਗਾ, ਉਸ ਟਾਈਮ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਤਾਂ ਇਹਦਾ ਆਨਸਰ ਆਊਗਾ ਜੀ 17 ਦਾ ਸੀ ਆਨਸਰ। 1606 ਦੇ ਵਿੱਚ ਉਹਨਾਂ ਨੂੰ ਸ਼ਹੀਦੀ ਹੋਈ ਸੀ, ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। 17 ਤੋਂ ਬਾਅਦ 18 ਨੰਬਰ ਕੁਐਸਚਨ ਅਕਾਲ ਤਖਤ ਦਾ ਨਿਰਮਾਣ ਕਿਸਨੇ ਕੀਤਾ ਸੀ? ਅਕਾਲ ਤਖਤ ਦਾ ਜਿਹੜਾ ਨਿਰਮਾਣ ਹੋਇਆ ਸੀਗਾ 1609 ਦੇ ਵਿੱਚ ਹੋਇਆ ਸੀਗਾ। ਉਸ ਟਾਈਮ ਗੁਰੂ ਹਰਗੋਬਿੰਦ ਜੀ ਜਿਹੜੇ ਸੀਗੇ ਉਹ ਸਿੱਖਾਂ ਦੇ 6ਵੇਂ ਗੁਰੂ ਸੀਗੇ। ਤਾਂ ਇਹਦਾ ਆਨਸਰ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿਸ ਨੇ ਕੀਤਾ ਸੀ। 12 ਫੁੱਟ ਇੱਕ ਥੜਾ ਬਣਾਇਆ ਗਿਆ ਸੀ ਤੇ ਬਾਬਾ ਬੁੱਢਾ ਜੀ ਨੇ ਇਹਦਾ ਨਾਮਕਰਨ ਕੀਤਾ ਸੀ ਅਕਾਲ ਤਖਤ, ਮਤਲਬ ਪਰਮਾਤਮਾ ਦਾ ਤਖਤ। ਗੁਰੂ ਅਰਜਨ ਦੇਵ ਜੀ ਤੇ ਜਾਂ ਫਿਰ ਗੁਰੂ ਹਰਗੋਬਿੰਦ ਜੀ ਨੇ ਇਹਦਾ ਸਥਾਪਨਾ ਜਿਹੜੀ ਸੀ ਉਹ ਕਰਵਾਈ ਸੀਗੀ। 19 ਨੰਬਰ ਕੁਐਸਚਨ ਹੈ ਗੁਰੂ ਤੇਗ ਬਹਾਦਰ ਜੀ ਨੂੰ ਫਾਂਸੀ ਕਿੱਥੇ ਦਿੱਤੀ ਗਈ ਸੀ ਜਾਂ ਉਹਨਾਂ ਨੂੰ ਸ਼ਹੀਦ ਕਿੱਥੇ ਕੀਤਾ ਗਿਆ ਸੀ? ਤਾਂ ਸਰਹੰਦ ਦੇ ਵਿੱਚ, ਦਿੱਲੀ ਦੇ ਵਿੱਚ, ਲਾਹੌਰ ਜਾਂ ਫਿਰ ਲੋਹਗੜ੍ਹ। ਤਾਂ ਇਹਦਾ ਆਨਸਰ ਆਊਗਾ ਜੀ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਉਹਨਾਂ ਨੂੰ ਜਿਹੜਾ ਸੀਗਾ ਜਿਹੜਾ ਉਹਨਾਂ ਦੇ ਧੜ ਤੋਂ ਉਹਨਾਂ ਦਾ ਸ਼ੀਸ਼ ਜਿਹੜਾ ਸੀ ਅਲੱਗ ਕਰ ਦਿੱਤਾ ਗਿਆ ਸੀਗਾ। ਤਾਂ ਉਹ ਕਿੱਥੇ ਹੋਇਆ ਸੀ? ਦਿੱਲੀ ਦੇ ਵਿੱਚ ਹੋਇਆ ਸੀ 1675 ਈਸਵੀ ਦੇ ਵਿੱਚ। 20 ਨੰਬਰ ਕੁਐਸਚਨ ਦੇਖਦੇ ਹਾਂ ਸਿੱਖ ਜਿਨ੍ਹਾਂ ਨੇ ਬਨਾਰਸ ਤੋਂ ਸੰਸਕ੍ਰਿਤ ਸਿੱਖੀ ਸੀ ਅਖਵਾਉਂਦੇ ਸਨ? ਬਨਾਰਸੀ, ਨਿਰਮਲ, ਉਦਾਸੀ ਜਾਂ ਫਿਰ ਧੀਰਮੱਲੀ, ਠੀਕ ਹੈ। ਤਾਂ ਇਹਨੂੰ ਅਸੀਂ ਨਿਰਮਲ ਕਹਿੰਦੇ ਸੀਗੇ, ਨਿਰਮਲ, ਠੀਕ ਹੈ। ਨਿਰਮਲ ਮਤਲਬ ਸ਼ੁੱਧ ਕਿਹਾ ਜਾਂਦਾ ਸੀ ਇਹਨਾਂ ਨੂੰ, ਤਾਂ ਨਿਰਮਲ ਦਾ ਮਤਲਬ। ਨੈਕਸਟ ਹੈ 21 ਨੰਬਰ ਕੁਐਸਚਨ ਮੁਕਤਸਰ ਦਾ ਪੁਰਾਣਾ ਨਾਮ ਕੀ ਸੀ? ਕੋਟਕਪੁਰਾ, ਖਿਦਰਾਣਾ, ਭਾਈ ਭਗਤਾ ਜਾਂ ਫਿਰ ਤਲਵੰਡੀ ਸਾਬੋ। ਤਾਂ ਦੇਖੋ ਮੁਕਤਸਰ ਦਾ ਨਾਮ ਕਿਉਂਕਿ ਉਹ ਮੁਕਤਿਆਂ ਦੀ ਧਰਤੀ ਮੰਨੀ ਜਾਂਦੀ ਹੈ ਤਾਂ ਉਹਨੂੰ ਪਹਿਲਾਂ ਖਿਦਰਾਣਾ ਕਿਹਾ ਜਾਂਦਾ, ਜਾਂ ਖਿਦਰਾਣਾ ਦੀ ਢਾਬ ਦੇ ਨਾਮ ਨਾਲ ਬੁਲਾਇਆ ਜਾਂਦਾ ਸੀਗਾ, ਜਿੱਥੇ 40 ਮੁਕਤਿਆਂ ਨੂੰ ਜਿਹੜੀ ਸੀ ਗੁਰੂ ਗੋਬਿੰਦ ਸਿੰਘ ਨੇ ਮੁਕਤੀ ਪ੍ਰਦਾਨ ਕੀਤੀ ਸੀਗੀ। 22 ਨੰਬਰ ਕੁਐਸਚਨ ਦੇਖਦੇ ਹਾਂ। 22 ਨੰਬਰ ਕੁਐਸਚਨ ਦੇਹਾਂਤ ਸਮੇਂ ਗੁਰੂ ਗੋਬਿੰਦ ਸਿੰਘ ਕਿੱਥੇ ਸਨ? ਜਦੋਂ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦੀ ਪ੍ਰਾਪਤ ਹੋਈ ਹੈਗੀ 1708 ਦੇ ਵਿੱਚ, ਤਾਂ ਉਸ ਟਾਈਮ ਕਿੱਥੇ ਸੀਗੇ ਉਹ? ਦਮਦਮਾ ਸਾਹਿਬ, ਅਨੰਦਪੁਰ, ਹਰਗੋਬਿੰਦ ਜਾਂ ਫਿਰ ਨੰਦੇੜ। ਤਾਂ ਇਹਨਾਂ ਨੂੰ ਹੋਈ ਜੀ ਦਮਦਮਾ ਸਾਹਿਬ ਕਹਿ ਗਿਆ ਮੈਂ, ਦਮਦਮਾ ਸਾਹਿਬ ਤਾਂ ਉਹਨਾਂ ਨੇ ਆਰਾਮ ਕੀਤਾ ਸੀ ਆ ਕੇ, ਉਹ ਤਲਵੰਡੀ ਸਾਬੋ ਦੇ ਵਿੱਚ ਹੈ। ਤੇ ਇਹ ਹੈਗਾ ਨੰਦੇੜ, ਠੀਕ ਹੈ, ਜਿਹੜਾ ਸਾਡਾ 5ਵਾਂ ਤਖਤ ਦੇ ਨਾਲ ਜਾਣਿਆ ਜਾਂਦਾ। ਤਾਂ ਮਹਾਰਾਸ਼ਟਰ ਦੇ ਵਿੱਚ ਪੈਂਦਾ ਹੈ ਨੰਦੇੜ, ਡੀ ਆਨਸਰ। 23 ਨੰਬਰ ਕੁਐਸਚਨ ਬੰਦਾ ਬਹਾਦਰ ਦਾ ਉਹਨਾਂ ਦੇ ਮਾਤਾ ਪਿਤਾ ਦੁਆਰਾ ਦਿੱਤਾ ਨਾਮ ਦੱਸੋ? ਲਛਮਣ ਦਾਸ,
ਮਾਧੋਦਾਸ, ਮਤੀਦਾਸ ਜਾਂ ਫਿਰ ਬੰਦਾ ਵੈਰਾਗੀ। ਤਾਂ ਜਿਹੜਾ ਬਚਪਨ ਦਾ ਨਾਮ ਉਹਨਾਂ ਦੇ ਸੀ ਉਹ ਸੀ ਜੀ ਲਛਮਣ ਦਾਸ। ਇਹਨਾਂ ਦੇ ਮਾਤਾ ਪਿਤਾ ਦੁਆਰਾ ਦਿੱਤਾ ਜਿਹੜਾ ਨਾਮ ਸੀ ਉਹ ਲਛਮਣ ਦਾਸ ਸੀ। 24 ਨੰਬਰ ਕੁਐਸਚਨ, ਬੰਦਾ ਬਹਾਦਰ ਸਰਹੰਦ ਸ਼ਹਿਰ ਦੇ ਵਿੱਚ ਕਦੋਂ ਦਾਖਲ ਹੋਇਆ ਸੀ? ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਭੇਜਿਆ ਸੀਗਾ, ਬੰਦਾ ਬਣਾ ਕੇ ਭੇਜਿਆ ਸੀਗਾ, ਜਾਂ ਆਪਣਾ ਜਿਹੜਾ ਸੀ ਸਿੱਖਾਂ ਦਾ ਜਿਹੜਾ ਪੋਲੀਟੀਕਲ ਲੀਡਰ ਬਣਾ ਕੇ ਭੇਜਿਆ ਸੀਗਾ, ਤਾਂ ਉਸ ਟਾਈਮ ਉਹ ਸਰਹੰਦ ਦੇ ਵਿੱਚ ਕਦੋਂ ਦਾਖਲ ਹੋਇਆ ਸੀ? 1708, 1710, 1709 ਜਾਂ ਫਿਰ 1711 ਦੇ ਵਿੱਚ। ਤਾਂ ਇਹਦਾ ਆਨਸਰ ਆਊਗਾ ਜੀ 1710 ਦੇ ਵਿੱਚ ਸਰਹੰਦ ਦੇ ਵਿੱਚ ਦਾਖਲ ਹੋਇਆ ਸੀਗਾ। 25 ਨੰਬਰ ਕੁਐਸਚਨ ਹੈ, ਬੰਦਾ ਬਹਾਦਰ ਦਾ ਸਿਰ ਕੱਢ ਸਾਥੀ ਕੌਣ ਸੀ? ਭਾਈ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਵਿਨੋਦ ਸਿੰਘ ਜਾਂ ਫਿਰ ਭਾਈ ਸਾਹਿਬ ਸਿੰਘ। ਤਾਂ ਇਹਦਾ ਆਨਸਰ ਆਊਗਾ ਜੀ ਭਾਈ ਵਿਨੋਦ ਸਿੰਘ। ਇਹਨਾਂ ਦੇ ਸਿਰ ਕੱਢ ਸਾਥੀ ਮਤਲਬ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀਗੇ, ਇਹਨਾਂ ਦੀ ਕਾਫੀ ਸਹਾਇਤਾ ਕੀਤੀ ਸੀ ਇਹਨਾਂ ਨੇ ਅਖੀਰ ਸਮੇਂ ਤੱਕ। 26 ਨੰਬਰ ਕੁਐਸਚਨ, ਬੰਦਾ ਸਿੰਘ ਬਹਾਦਰ ਨੂੰ ਫਾਂਸੀ ਕਿੱਥੇ ਦਿੱਤੀ ਗਈ ਸੀ? 1716 ਦੇ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਗੁਰਦਾਸ ਨੰਗਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ, ਤਾਂ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਤਾਂ ਉਹ ਗੁਰਦਾਸ ਨੰਗਲ, ਸਰਹੰਦ, ਲਾਹੌਰ ਜਾਂ ਫਿਰ ਦਿੱਲੀ। ਤੇ ਇਹਦਾ ਆਨਸਰ ਆਊਗਾ ਜੀ ਦਿੱਲੀ। ਉਹਨਾਂ ਨੂੰ ਦਿੱਲੀ ਦੇ ਵਿੱਚ 1716 ਦੇ ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। 27 ਨੰਬਰ ਕੁਐਸਚਨ, 1721 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਦੀ ਜ਼ਿੰਮੇਵਾਰੀ ਕਿਸ ਨੇ ਲਈ ਸੀ? ਮਤਲਬ 1721 ਟਾਈਮ ਦੇ ਵਿੱਚ, ਕਿਉਂਕਿ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਿਹੜਾ ਸੀਗਾ ਸਿੱਖਾਂ ਦਾ ਕੋਈ ਖਾਸ ਨੇਤਾ ਨਹੀਂ ਸੀਗਾ, ਤਾਂ ਉਸ ਟਾਈਮ ਹਰਮੰਦਰ ਸਾਹਿਬ ਦੀ ਜਿਹੜੀ ਜ਼ਿੰਮੇਵਾਰੀ ਉਠਾਈ ਸੀ ਉਹ ਕਿਹਨੇ ਉਠਾਈ ਸੀ? ਉਹ ਭਾਈ ਮਨੀ ਸਿੰਘ ਦੁਆਰਾ ਉਠਾਈ ਗਈ ਸੀ। ਤਾਂ ਆਨਸਰ ਆਊਗਾ ਭਾਈ ਮਨੀ ਸਿੰਘ। ਬਾਅਦ ਦੇ ਵਿੱਚ ਇਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀਗਾ। 28 ਨੰਬਰ ਕੁਐਸਚਨ ਦੇਖਦੇ ਹਾਂ, ਤਰੁਣਾ ਦਲ। ਤਰੁਣਾ ਦਲ ਪ੍ਰਦਰਸ਼ਿਤ ਕਰਦਾ ਹੈ। ਤਰੁਣ ਦਾ ਮਤਲਬ ਕੀ ਹੁੰਦਾ? ਨੌਜਵਾਨ। ਠੀਕ ਹੈ, ਤਾਂ ਇਹ ਤਰੁਣਾ ਦਲ ਤੇ ਬੁੱਢਾ ਦਲ ਦੇ ਵਿੱਚ ਸਿੱਖ ਜਿਹੜੇ ਵੰਡੇ ਗਏ ਸੀ ਬਾਅਦ ਦੇ ਵਿੱਚ, ਤਾਂ ਇਹ ਕਿਹਨੂੰ ਪ੍ਰੈਜ਼ੈਂਟ ਕਰਦਾ ਜੀ? ਇਹ ਕਰਦਾ ਜੀ ਨੌਜਵਾਨ ਸੈਨਿਕਾਂ ਨੂੰ ਪ੍ਰੈਜ਼ੈਂਟ ਕਰਦਾ ਇਹ। 29 ਨੰਬਰ ਕੁਐਸਚਨ ਦੇਖਦੇ ਹਾਂ, ਜ਼ਕਰੀਆ ਖਾਨ ਦਾ ਨੇੜਲਾ ਸਹਿਯੋਗੀ ਕੌਣ ਸੀ? ਮਤਲਬ ਜਿਹਨੇ ਜ਼ਕਰੀਆ ਖਾਨ ਦੀ ਮਦਦ ਕੀਤੀ ਸੀ, ਗੱਦਾਰ ਟਾਈਪ ਸੀਗਾ ਬੰਦਾ ਉਹ। ਨਵਾਬ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਸੋਨ ਲਾਲ ਜਾਂ ਲਖਪਤ ਰਾਏ। ਤੇ ਇਹਦਾ ਆਨਸਰ ਆਊਗਾ ਜੀ ਲਖਪਤ ਰਾਏ। 30 ਨੰਬਰ ਕੁਐਸਚਨ ਹੈ, ਕਿਹੜੀ ਮਿਸਲ ਦਲ ਖਾਲਸਾ ਦਾ ਹਿੱਸਾ ਨਹੀਂ ਸੀ? ਨਕਈ ਮਿਸਲ, ਕਰੋੜ ਸਿੰਘੀਆ, ਡੱਲੇਵਾਲੀਆ ਜਾਂ ਫਿਰ ਫੁਲਕੀਆ ਮਿਸਲ। ਤਾਂ ਸਭ ਤੋਂ ਪਹਿਲਾਂ ਸਿੱਖਾਂ ਦੀਆਂ 11 ਮਿਸਲਾਂ ਬਣੀਆਂ ਸੀਗੀਆਂ, 12ਵੀਂ ਮਿਸਲ ਇਹਦੇ ਵਿੱਚ ਸ਼ਾਮਲ ਹੋਈ ਹੈ, ਪਰ ਇਹ ਮਿਸਲ ਜਿਹੜੀ ਸੀ ਉਹ ਦਲ ਖਾਲਸਾ ਦਾ ਹਿੱਸਾ ਨਹੀਂ ਸੀ। ਤਾਂ ਉਹ ਕਿਹੜੀ ਮਿਸਲ ਸੀ ਜੀ? ਫੁਲਕੀਆ ਮਿਸਲ, ਜਿਹੜੀ ਪਟਿਆਲਾ, ਨਾਭਾ ਤੇ ਜੀਂਦ ਰਿਆਸਤ ਦੇ ਨਾਲ ਸੰਬੰਧਿਤ ਮੰਨੀ ਜਾਂਦੀ ਹੈ ਰਿਆਸਤ ਹੈ। 31 ਨੰਬਰ ਕੁਐਸਚਨ ਦੇਖਦੇ ਹਾਂ, ਮੀਰ ਮਨੂੰ ਨੇ ਮਹਾਰਾਜਾ ਬਹਾਦਰ ਦਾ ਖਿਤਾਬ ਕਿਸ ਨੂੰ ਦਿੱਤਾ ਸੀ? ਕੌੜਾ ਮੱਲ ਨੂੰ, ਸ਼ਾਹਨਵਾਜ਼ ਨੂੰ, ਜੱਸਾ ਸਿੰਘ ਆਹਲੂਵਾਲੀਆ ਨੂੰ ਜਾਂ ਇਹਨਾਂ ਵਿੱਚ ਕੋਈ ਨਹੀਂ। ਤਾਂ ਮਹਾਰਾਜਾ ਬਹਾਦਰ ਦਾ ਜਿਹੜਾ ਖਿਤਾਬ ਦਿੱਤਾ ਗਿਆ ਸੀ ਮੀਰ ਮਨੂੰ ਵੱਲੋਂ, ਉਹ ਸੀਗਾ, ਇਹ ਸੂਬੇਦਾਰ ਸੀ ਮੀਰ ਮਨੂੰ ਪੰਜਾਬ ਦਾ ਉਸ ਟਾਈਮ, ਕੌੜਾ ਮੱਲ ਨੂੰ ਦਿੱਤਾ ਸੀ ਇਹ। ਇਹਦਾ ਆਨਸਰ ਹੈ ਜੀ ਕੌੜਾ ਮੱਲ। 32 ਨੰਬਰ ਕੁਐਸਚਨ ਦੇਖਦੇ ਹਾਂ, 1761 ਦੇ ਵਿੱਚ ਪਾਣੀਪਤ ਦੀ ਲੜਾਈ ਕਿਸ ਅਫਗਾਨ ਸ਼ਾਸਕ ਨੇ ਲੜੀ ਸੀ? ਮਤਲਬ 1761 ਦੀ ਜਿਹੜੀ ਲੜਾਈ ਹੋਈ ਸੀ ਮਰਾਠਿਆਂ ਤੇ ਕਿਹਦੇ ਵਿਚਕਾਰ ਹੋਈ ਸੀ? ਉਹ ਹੋਈ ਸੀ ਜੀ ਅਹਿਮਦ ਸ਼ਾਹ ਅਬਦਾਲੀ ਦੇ ਵਿਚਕਾਰ। ਅਫਗਾਨ ਸ਼ਾਸਕ ਸੀ ਅਹਿਮਦ ਸ਼ਾਹ ਅਬਦਾਲੀ, ਇਹਦੇ ਵਿਚਕਾਰ ਹੋਈ ਸੀ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੇ ਵਿਚਕਾਰ। ਵੱਡਾ ਘੱਲੂਘਾਰਾ ਹੋਇਆ ਸੀ। 2 ਘੱਲੂਘਾਰੇ ਹੋਏ ਨੇ ਸਿੱਖ ਇਤਿਹਾਸ ਦੇ ਵਿੱਚ ਮੰਨੇ ਜਾਂਦੇ ਨੇ, ਇੱਕ ਛੋਟਾ ਘੱਲੂਘਾਰਾ ਤੇ ਇੱਕ ਵੱਡਾ ਘੱਲੂਘਾਰਾ। ਜਿਹੜਾ ਛੋਟਾ ਘੱਲੂਘਾਰਾ ਹੋਇਆ ਸੀ 1746 ਚ ਹੋਇਆ ਸੀ, ਵੱਡਾ ਘੱਲੂਘਾਰਾ ਜਿਹੜਾ ਹੋਇਆ ਸੀ ਉਹ 1762 ਦੇ ਵਿੱਚ ਹੋਇਆ। ਮਲੇਰਕੋਟਲੇ ਦੇ ਨੇੜੇ ਕੁੱਪ ਨਾਮ ਦਾ ਪਿੰਡ ਹੈ ਇੱਕ, ਉੱਥੇ ਘੱਲੂਘਾਰਾ ਹੋਇਆ ਸੀਗਾ। ਤੇ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ 50-60 ਹਜ਼ਾਰ ਜਿਹੜੇ ਸੀ ਸਿੱਖ ਉਹ ਮਾਰੇ ਗਏ ਸੀਗੇ। 34 ਨੰਬਰ ਕੁਐਸਚਨ ਦੇਖਦੇ ਹਾਂ, ਸਰਦਾਰ ਗੁੱਜਰ ਸਿੰਘ ਅਤੇ ਲਹਿਣਾ ਸਿੰਘ ਕਿਸ ਮਿਸਲ ਦੇ ਨਾਲ ਸੰਬੰਧੀ ਸੀਗੇ? ਸ਼ੁਕਰ ਚੱਕੀਆ, ਡੱਲੇਵਾਲੀਆ, ਨਿਸ਼ਾਨ ਸੰਘੀਆ ਜਾਂ ਫਿਰ ਭੰਗੀ ਮਿਸਲ। ਤਾਂ ਇਹਨਾਂ ਦਾ ਜਿਹੜਾ ਸਰਦਾਰ ਗੁੱਜਰ ਤੇ ਲਹਿਣਾ ਦਾ ਸੰਬੰਧ ਸੀ ਕਿਹਦੇ ਨਾਲ ਸੀ? ਇਹ ਭੰਗੀ ਮਿਸਲ ਦੇ ਨਾਲ ਸੀ। 35 ਨੰਬਰ ਕੁਐਸਚਨ ਦੇਖਦੇ ਹਾਂ, ਤੁਸੀਂ ਇਹਦਾ ਆਨਸਰ ਕਰਦਿਆ ਕਰੋ, ਕੁਝ ਕੁ ਬੰਦੇ ਹੀ ਇਹਦਾ ਆਨਸਰ ਕਰਦੇ ਹੁੰਦੇ ਨੇਗੇ, ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਹਦਾ ਆਨਸਰ ਸਾਰੇ ਕਰਿਆ ਕਰੋ। ਤੁਹਾਨੂੰ ਕੁਐਸਚਨ ਇਹ ਸਾਰੇ ਆਲਮੋਸਟ ਪਤਾ ਹੋਣਗੇ ਜਿਹਨਾਂ ਨੇ ਤੁਸੀਂ ਤਿਆਰੀ ਕੀਤੀ ਹੋਈ ਹੈ ਪੇਪਰ ਦੀ ਇਹਦੀ। ਤੇ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ। ਜੇ ਤੁਸੀਂ ਸਾਡਾ ਚੈਨਲ ਨਵਾਂ ਦੇਖ ਰਹੇ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰਿਓ, ਚੈਨਲ ਨੂੰ ਲਾਈਕ ਕਰਿਓ, ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਅਗਲੇ ਟੌਪਿਕ ਦੇ ਉੱਪਰ ਕਿਹੜੀ ਵੀਡੀਓ ਚਾਹੀਦੀ ਹੈ, ਤਾਂ ਜ਼ਰੂਰ ਦੱਸਿਆ ਕਰੋ ਇਹ ਸਾਰੀਆਂ ਗੱਲਾਂ। ਸ਼ੁਕਰ ਚੱਕੀਆ ਮਿਸਲ ਦੀ ਸਥਾਪਨਾ ਕਿਸਨੇ ਕੀਤੀ ਸੀ? ਬੁੱਧ ਸਿੰਘ, ਨੌਦ ਸਿੰਘ, ਮਹਾ ਸਿੰਘ ਜਾਂ ਫਿਰ ਰਣਜੀਤ ਸਿੰਘ ਨੇ। ਰਣਜੀਤ ਸਿੰਘ ਦੇਖੋ ਮਹਾਰਾਜਾ ਬਣੇ ਬਾਅਦ ਦੇ ਵਿੱਚ ਇਸ ਮਿਸਲ ਤੋਂ ਸੀਗੇ, ਤੇ ਇਹਦੀ ਸਥਾਪਨਾ ਕੀਤੀ ਗਈ ਸੀ ਬੁੱਧ ਸਿੰਘ ਵੱਲੋਂ। ਤਾਂ 36 ਨੰਬਰ ਕੁਐਸਚਨ, ਮਹਾਰਾਜਾ ਰਣਜੀਤ ਸਿੰਘ ਦੁਆਰਾ ਲਾਹੌਰ ਸ਼ਹਿਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ ਗਈ ਸੀ? ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਲਾਹੌਰ ਸ਼ਹਿਰ ਜਿੱਤਿਆ ਸੀ 1797, 1798, 1799 ਜਾਂ ਫਿਰ 1801 ਦੇ ਵਿੱਚ। ਤੇ ਇਹਦਾ ਆਨਸਰ ਆਊਗਾ ਜੀ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭੰਗੀ ਸਰਦਾਰਾਂ ਤੋਂ ਲਾਹੌਰ ਸ਼ਹਿਰ ਨੂੰ ਜਿੱਤ ਲਿਆ ਸੀ। 37 ਨੰਬਰ ਕੁਐਸਚਨ, ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਕਿਸ ਨੇ ਘੋਸ਼ਿਤ ਕੀਤਾ ਸੀ? ਸਾਹਿਬ ਸਿੰਘ ਬੇਦੀ, ਵਿਕਰਮ ਸਿੰਘ ਬੇਦੀ, ਭਾਈ ਮਹਿਰਾਜ ਸਿੰਘ ਜਾਂ ਫਿਰ ਵੀਰ ਸਿੰਘ
ਨਰੰਗਾਵਾਦੀ। ਤਾਂ ਮਹਾਰਾਜਾ ਨੂੰ ਜਿਹੜਾ ਮਹਾਰਾਜਾ ਘੋਸ਼ਿਤ ਕੀਤਾ ਗਿਆ ਸੀ ਤਾਂ ਕਿਹਦੇ ਵੱਲੋਂ ਸੀ ਉਹ ਸਾਹਿਬ ਸਿੰਘ ਬੇਦੀ ਦੁਆਰਾ ਘੋਸ਼ਿਤ ਕੀਤਾ ਗਿਆ ਸੀਗਾ। 38 ਨੰਬਰ ਕੁਐਸਚਨ ਹੈ, ਜਮਜਮਾ ਤੋਪ ਹੈ ਇਹ, ਜਮਜਮਾ ਤੋਪਖਾਨਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿੱਥੇ ਕਬਜ਼ਾ ਕੀਤਾ ਸੀ? ਤਾਂ ਭੰਗੀ ਮਿਸਲ ਕੋਲ ਸੀਗੀ ਇਹ। ਲਾਹੌਰ, ਪੇਸ਼ਾਵਰ, ਮੁਲਤਾਨ ਜਾਂ ਫਿਰ ਅੰਮ੍ਰਿਤਸਰ। ਤਾਂ ਅੰਮ੍ਰਿਤਸਰ ਸ਼ਹਿਰ ਦੇ ਉੱਪਰ ਅਧਿਕਾਰ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ, ਤਾਂ ਉਸ ਟਾਈਮ ਇਹਨਾਂ ਨੇ ਜਮਜਮਾ ਤੋਪ ਵੀ ਉਹਨਾਂ ਤੋਂ ਹਾਸਲ ਕਰ ਲਈ ਸੀ। 39 ਨੰਬਰ ਕੁਐਸਚਨ, ਲਾਹੌਰ ਦੀ ਸੰਧੀ ਹਸਤਾਖਰ ਕੀਤੀ ਗਈ ਸੀਗੀ। ਹੁਣ ਦੇਖੋ ਇਹ ਕੁਐਸਚਨ 1806, 1810, 1809 ਜਾਂ 1818। ਤਾਂ ਦੇਖੋ ਜਿਹੜੀ ਲਾਹੌਰ ਦੀ ਸੰਧੀ ਹੋਈ ਸੀ ਇਹ ਹੋਈ ਸੀ 9 ਮਾਰਚ 1846 ਨੂੰ। ਠੀਕ ਹੈ, ਇਹ ਐਂਗਲੋ ਸਿੱਖ ਵਾਰ ਤੋਂ ਬਾਅਦ ਹੋਈ ਸੀਗੀ। ਤਾਂ 9 ਮਾਰਚ 1846 ਇਹਦੇ ਵਿੱਚ ਕੋਈ ਆਪਸ਼ਨ ਜਿਹੜੀ ਨਹੀਂ ਹੈਗੀ, ਤਾਂ ਇਸ ਕਰਕੇ ਇਹਨੂੰ ਅਸੀਂ ਇਹਦੇ ਵੱਲੋਂ ਗ੍ਰੇਸ ਨੰਬਰ ਮਿਲਿਆ ਸੀਗਾ, ਤਾਂ ਇਸ ਕਰਕੇ ਇਹਨੂੰ ਅਸੀਂ ਡਾਊਟ ਦੇ ਵਿੱਚ ਰੱਖਦੇ ਹਾਂ ਕੁਐਸਚਨ ਨੂੰ। ਵੈਸੇ ਇਹਦਾ ਪਾਰਟੀਕੂਲਰ ਜਿਹੜਾ ਆਨਸਰ ਆਊਗਾ ਉਹ ਆਊਗਾ 9 ਮਾਰਚ 1846 ਦਾ। 40 ਨੰਬਰ ਕੁਐਸਚਨ ਦੇਖਦੇ ਹਾਂ, ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਤੇ ਕਦੋਂ ਅਧਿਕਾਰ ਕੀਤਾ ਸੀ? ਮੁਲਤਾਨ ਤੇ 1818, 1819, 1820 ਜਾਂ 1821 ਦੇ ਵਿੱਚ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਜਿੱਤਿਆ ਸੀਗਾ 1818 ਦੇ ਵਿੱਚ। ਇਸ ਜਿੱਤ ਤੋਂ ਬਾਅਦ ਉਹਨੇ ਆਪਣੇ ਇੱਕ ਪੁੱਤਰ ਦਾ ਨਾਮ ਮੁਲਤਾਨਾ ਸਿੰਘ ਵੀ ਰੱਖਿਆ ਸੀਗਾ, ਹੈ ਨਾ। ਤਾਂ ਇਸ ਤਰ੍ਹਾਂ ਕਈ ਪੁੱਤਰ ਸੀ ਉਹਦੇ, ਜਿਵੇਂ ਪੇਸ਼ਾਵਰ ਦੀ ਜਿੱਤ ਤੋਂ ਬਾਅਦ ਉਹਨੇ ਪਿਸ਼ੌਰਾ ਸਿੰਘ ਰੱਖਿਆ, ਹੈ ਨਾ। ਕਸ਼ਮੀਰ ਦੀ ਜਿੱਤ ਤੋਂ ਬਾਅਦ ਉਹਨੇ ਕਸ਼ਮੀਰਾ ਸਿੰਘ ਰੱਖਿਆ ਸੀ ਆਪਣੇ ਪੁੱਤਰ ਦਾ ਨਾਮ ਇੱਕ ਦਾ। 41 ਨੰਬਰ ਕੁਐਸਚਨ ਹੈ, ਲਾਹੌਰ ਦਰਬਾਰ ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕੌਣ ਸਪੇਨ ਦਾ ਵਸਨੀਕ ਸੀਗਾ? ਤਾਂ ਮਿਸਟਰ ਕੌਟ, ਮੂਸਾ ਸਾਹਿਬ, ਅਲਾਉਡ ਜਾਂ ਫਿਰ ਪੌਲੋ ਡੀ ਅਵੀਟੇਵਾਇਲ। ਠੀਕ ਹੈ, ਤਾਂ ਇਹਦੇ ਵਿੱਚ ਆਊਗਾ ਜੀ ਆਨਸਰ ਇਹਦਾ ਮੂਸਾ ਸਾਹਿਬ। ਇਹ ਦਰਬਾਰ ਕਾਫੀ ਸਾਰੇ ਜਿਹੜੇ ਫੋਰਨਰ ਸੀਗੇ ਉਹ ਜਾਂ ਨੈਪੋਲੀਅਨ ਦੇ ਸੈਨਾ ਦੇ ਜਿਹੜੇ ਜਨਰਲ ਕਰਨਲ ਸੀਗੇ, ਤਾਂ ਕਾਫੀ ਸਾਰੇ ਵਿਅਕਤੀ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਵਿੱਚ ਵੀ ਨੌਕਰੀ ਕਰਿਆ ਕਰਦੇ ਸੀਗੇ। 42 ਨੰਬਰ ਕੁਐਸਚਨ, ਰਾਜਕੁਮਾਰ ਨੌਨਿਹਾਲ ਜਿਹੜਾ ਬਾਅਦ ਦੇ ਵਿੱਚ ਮਹਾਰਾਜਾ ਬਣਦਾ ਹੈਗਾ, ਇਹਦਾ ਪੁੱਤਰ ਸੀ ਇਹ? ਮਹਾਰਾਜਾ ਰਣਜੀਤ ਸਿੰਘ ਦਾ, ਮਹਾਰਾਜਾ ਖੜਕ ਸਿੰਘ ਦਾ, ਮਹਾਰਾਜਾ ਸ਼ੇਰ ਸਿੰਘ ਦਾ ਜਾਂ ਸ਼ਾਮ ਸਿੰਘ ਅਟਾਰੀ ਵਾਲੇ ਦਾ। ਤਾਂ ਇਹਦਾ ਆਨਸਰ ਆਊਗਾ ਜੀ ਮਹਾਰਾਜਾ ਖੜਕ ਸਿੰਘ ਦਾ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜਾ ਮਹਾਰਾਜਾ ਬਣਦਾ ਉਹ ਮਹਾਰਾਜਾ ਖੜਕ ਸਿੰਘ ਬਣਦਾ, ਉਸ ਤੋਂ ਬਾਅਦ ਫਿਰ ਉਹਦਾ ਪੁੱਤਰ ਜਿਹੜਾ ਸੀ ਨੌਨਿਹਾਲ ਉਹ ਮਹਾਰਾਜਾ ਬਣਦਾ ਹੁੰਦਾ ਹੈ। 43 ਨੰਬਰ ਕੁਐਸਚਨ ਦੇਖਦੇ ਹਾਂ, ਲਾਰਡ ਐਲਨਬਰੋ। ਠੀਕ ਹੈ, ਲਾਰਡ ਐਲਨਬਰੋ ਦੇ ਸਥਾਨ ਤੇ ਭਾਰਤ ਦਾ ਗਵਰਨਰ ਜਨਰਲ ਕੌਣ ਬਣਿਆ ਸੀਗਾ? 1844 ਦੇ ਵਿੱਚ, 44 ਤੋਂ ਪਹਿਲਾਂ ਲਾਰਡ ਐਲਨਬਰੋ ਹੁੰਦਾ ਭਾਰਤ ਦਾ ਗਵਰਨਰ ਜਨਰਲ, ਤਾਂ 44 ਤੋਂ ਬਾਅਦ ਉਹਦੀ ਜਗ੍ਹਾ ਤੇ ਕੌਣ ਨਵਾਂ ਬਣਦਾ ਹੈ? ਤਾਂ ਉਹਦੀ ਜਗ੍ਹਾ ਤੇ ਆਉਂਦਾ ਜੀ ਲਾਰਡ ਹਾਰਡਿੰਗ, ਜਾਂ ਜਿਹਨੂੰ ਅਸੀਂ ਕੰਪਲੀਟ ਨਾਮ ਦੇ ਨਾਲ ਬੁਲਾਉਂਦੇ ਹਾਂ ਲਾਰਡ ਹੈਨਰੀ ਹਾਰਡਿੰਗ ਦੇ ਨਾਮ ਨਾਲ। 44 ਕੁਐਸਚਨ ਦੇਖ ਲੈਂਦੇ ਆਪਾਂ, ਪਹਿਲੇ ਐਂਗਲੋ ਸਿੱਖ ਯੁੱਧ ਦੌਰਾਨ ਕਿਹੜਾ ਸ਼ਹਿਰ ਬ੍ਰਿਟਿਸ਼ ਦਾ ਆਧਾਰ ਸੀ? ਹੁਣ ਬ੍ਰਿਟਿਸ਼ ਦਾ ਆਧਾਰ ਦਾ ਮਤਲਬ ਕੀ ਹੈ ਇੱਥੇ? ਇਹਦਾ ਮਤਲਬ ਕਿ ਉੱਥੇ ਉਹ ਸ਼ਹਿਰ ਕਾਫੀ ਮਜ਼ਬੂਤ ਸੀ ਉਹਨਾਂ ਦਾ, ਮਤਲਬ ਉਹਨੇ ਉੱਥੇ ਛਾਉਣੀ ਵਗੈਰਾ ਦੀ ਸਥਾਪਨਾ ਕੀਤੀ ਸੀ, ਕੈਂਟ ਵਗੈਰਾ ਦੀ ਸਥਾਪਨਾ ਕਰ ਲਈ ਸੀ, ਤਾਂ ਉਹ ਉਹਨਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਸੀ ਸ਼ਹਿਰ ਉਹ। ਲੁਧਿਆਣਾ, ਜਲੰਧਰ, ਅੰਬਾਲਾ ਜਾਂ ਫਿਰ ਫਿਰੋਜ਼ਪੁਰ। ਤੇ ਇਹਦਾ ਆਨਸਰ ਆਊਗਾ ਜੀ ਫਿਰੋਜ਼ਪੁਰ ਦੇ ਵਿੱਚ ਉਹਨਾਂ ਨੇ ਕਾਫੀ ਮਜ਼ਬੂਤੀ ਨਾਲ ਆਪਣਾ ਆਧਾਰ ਜਿਹੜਾ ਸੀ ਉਹ ਜਮਾ ਲਿਆ ਸੀਗਾ, ਤਾਂ ਉੱਥੇ ਕੈਂਟ ਵਗੈਰਾ ਦੀ ਜਾਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਫੌਜ ਦੀ ਉੱਥੇ ਸਟੈਬਲਿਸ਼ਮੈਂਟ ਜਿਹੜੀ ਸੀ ਕੀਤੀ ਸੀਗੀ। 45 ਨੰਬਰ ਕੁਐਸਚਨ, ਸਭਰਾਉਂ ਦੀ ਲੜਾਈ ਦੇ ਵਿੱਚ ਕੌਣ ਅੰਤ ਤੱਕ ਲੜਿਆ ਸੀ? ਸਭਰਾਉਂ ਦੀ ਜਿਹੜੀ ਲੜਾਈ ਹੋਈ ਹੈਗੀ ਇਹਦੇ ਵਿੱਚ ਕੌਣ ਅੰਤ ਤੱਕ ਲੜਿਆ ਸੀਗਾ? ਤਾਂ ਰਣਜੋਤ ਸਿੰਘ ਮਜੀਠੀਆ, ਸ਼ਾਮ ਸਿੰਘ ਅਟਾਰੀ ਵਾਲਾ, ਰਾਜਾ ਲਾਲ ਸਿੰਘ, ਅਜੀਤ ਸਿੰਘ ਲੜਵਾ। ਤਾਂ ਇਹ ਜਿਹੜੀ ਹੋਈ ਹੈ ਜੀ, ਇਹ ਲੜਾਈ ਹੋਈ ਸੀ 10 ਫਰਵਰੀ 1846 ਨੂੰ, ਸਭਰਾਉਂ ਦੀ ਲੜਾਈ ਹੋਈ ਹੈ। ਤਾਂ ਇਹਦੇ ਵਿੱਚ ਕਾਫੀ ਬਹਾਦਰੀ ਦਾ ਜਿਹੜਾ ਪਰਿਚੈ ਦਿੱਤਾ ਸੀ ਉਹ ਦਿੱਤਾ ਸੀ ਸ਼ਾਮ ਸਿੰਘ ਅਟਾਰੀ ਵਾਲਾ ਨੇ। ਠੀਕ ਹੈ, ਤਾਂ ਕਾਫੀ ਮਸ਼ਹੂਰ ਸੀਗੇ ਇਹ, ਕਈ ਵਾਰ ਕੁਐਸਚਨ ਬਣਿਆ ਇਹਦੇ ਬਾਰੇ। ਗੁਲਾਬ ਸਿੰਘ ਡੋਗਰਾ ਨੂੰ ਜੰਮੂ ਅਤੇ ਕਸ਼ਮੀਰ ਦਾ ਮਹਾਰਾਜਾ ਇਸ ਦੇ ਅਧੀਨ ਘੋਸ਼ਿਤ ਕੀਤਾ ਗਿਆ ਸੀ। ਗੁਲਾਬ ਸਿੰਘ ਡੋਗਰਾ ਜਿਹੜਾ ਸੀ ਇਹ ਜੰਮੂ ਕਸ਼ਮੀਰ ਦਾ ਪਹਿਲਾ ਮਹਾਰਾਜਾ ਬਣਿਆ, ਤੇ ਇਹਨਾਂ ਦੀ ਰਿਆਸਤ ਜਿਹੜੀ ਸੀਗੀ ਇਹ ਬਾਕੀ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਜਿਹੜੀਆਂ ਰਿਆਸਤਾਂ ਸੀਗੀਆਂ ਉਸ ਟਾਈਮ ਦੇ ਵਿੱਚ ਸੈਕੰਡ ਲਾਰਜੈਸਟ ਰਿਆਸਤ ਮੰਨੀ ਜਾਂਦੀ ਸੀਗੀ। ਪਹਿਲੇ ਨੰਬਰ ਤੇ ਹੈਦਰਾਬਾਦ ਰਿਆਸਤ ਸੀ ਤੇ ਦੂਸਰੇ ਨੰਬਰ ਤੇ ਇਹਨਾਂ ਦੀ ਜੰਮੂ ਅਤੇ ਕਸ਼ਮੀਰ ਰਿਆਸਤ ਮੰਨੀ ਜਾਂਦੀ ਹੈ, ਜਿਹੜੀ ਬਾਅਦ ਦੇ ਵਿੱਚ ਭਾਰਤ ਦੇ ਵਿੱਚ ਸ਼ਾਮਲ ਕੀਤੀ ਗਈ ਸੀਗੀ। ਮਹਾਰਾਜਾ ਹਰੀ ਸਿੰਘ ਇਹਦੇ ਨਾਲ ਸੰਬੰਧਿਤ ਸੀਗਾ। ਤਾਂ ਲਾਹੌਰ ਦੀ ਸੰਧੀ ਹੋਈ ਹੈ, ਲਾਹੌਰ ਸੰਧੀ 1846, ਦੋ ਸੰਧੀਆਂ ਹੋਈਆਂ ਸੀ ਲਾਹੌਰ ਦੀਆਂ, ਅੰਮ੍ਰਿਤਸਰ ਸੰਧੀ ਜਾਂ ਫਿਰ ਭੈਰੋਵਾਲ ਦੀ ਸੰਧੀ। ਤਾਂ ਗੁਲਾਬ ਸਿੰਘ ਡੋਗਰਾ ਨੂੰ ਮਹਾਰਾਜਾ ਘੋਸ਼ਿਤ ਕੀਤਾ ਗਿਆ ਸੀ, ਇਹ ਕੀਤਾ ਗਿਆ ਸੀ ਮਹਾਰਾਜਾ ਅੰਮ੍ਰਿਤਸਰ ਦੀ ਸੰਧੀ ਦੇ ਦੁਆਰਾ 16 ਮਾਰਚ 1846 ਨੂੰ ਜਿਹੜੀ ਸੰਧੀ ਹੋਈ ਹੈ। ਕਲੀਅਰ। ਇਸ ਤੋਂ ਬਾਅਦ ਦੇਖਦੇ ਹਾਂ ਜੀ ਆਪਾਂ 47 ਨੰਬਰ ਕੁਐਸਚਨ, 1846 ਵਿੱਚ ਲਾਹੌਰ ਵਿੱਚ ਬ੍ਰਿਟਿਸ਼ ਰਾਜ ਦਾ ਪ੍ਰਤੀਨਿਧੀ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ? ਕਿਉਂਕਿ ਜਦੋਂ ਸੰਧੀ ਹੋ ਜਾਂਦੀ ਹੈ ਲਾਹੌਰ ਦੀ, ਤਾਂ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਵੀ ਬ੍ਰਿਟਿਸ਼ ਹਕੂਮਤ ਦਾ ਇੱਕ ਬੰਦਾ ਉੱਥੇ ਉਹਦੇ ਦਰਬਾਰ ਦੇ ਵਿੱਚ ਰਹੂਗਾ, ਲਾਹੌਰ ਦਰਬਾਰ 'ਚ ਰਹੂਗਾ। ਤਾਂ ਕਿਹੜਾ ਰੱਖਿਆ ਗਿਆ ਸੀ ਉਹ? ਜੌਨ ਲਾਰੈਂਸ, ਰਿਚਰਡ ਲਾਰੈਂਸ, ਹੈਨਰੀ ਲਾਰੈਂਸ ਜਾਂ ਹਿਊ ਕਫ।
ਤਾਂ ਰੱਖਿਆ ਗਿਆ ਸੀ ਹੈਨਰੀ ਲਾਰੈਂਸ ਨੂੰ। ਪਹਿਲਾ ਇਹ ਪ੍ਰਤੀਨਿਧੀ ਸੀਗਾ ਉੱਥੋਂ ਦਾ, ਠੀਕ ਹੈ, ਜਿਹਨੂੰ ਰੈਜ਼ੀਡੈਂਟ ਦੇ ਨਾਮ ਨਾਲ ਜਾਣਦੇ ਅਸੀਂ, ਤਾਂ ਹੈਨਰੀ ਲਾਰੈਂਸ ਸੀ। 48 ਨੰਬਰ ਕੁਐਸਚਨ, 1849 ਦੇ ਵਿੱਚ ਮੁਲਤਾਨ ਦਾ ਗਵਰਨਰ ਕੌਣ ਸੀ? ਮੂਲ ਰਾਜ, ਕਾਨ ਸਿੰਘ, ਚਤਰ ਸਿੰਘ ਜਾਂ ਮਹਾਰਾਜ ਸਿੰਘ? ਤੇ ਇਹਦਾ ਆਨਸਰ ਆਊਗਾ ਜੀ ਇਹ ਮੂਲ ਰਾਜ, ਠੀਕ ਹੈ। ਨੰਬਰ ਕੁਐਸਚਨ ਦੇਖ ਲੈਣੇ ਆਪਾਂ। 1849 ਵਿੱਚ ਭਾਰਤ ਦਾ ਬ੍ਰਿਟਿਸ਼ ਗਵਰਨਰ ਜਨਰਲ ਕੌਣ ਸੀ? ਇਸ ਕਰਕੇ ਪੁੱਛਿਆ ਗਿਆ ਕਿਉਂਕਿ 1849 ਦੇ ਵਿੱਚ ਪੰਜਾਬ ਨੂੰ ਭਾਰਤ ਦੇ ਵਿੱਚ ਮਤਲਬ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ ਸੀਗਾ। ਲਾਰਡ ਹਿਊਗਫ, ਲਾਰਡ ਡਲਹੌਜੀ, ਲਾਰਡ ਹੈਨਰੀ ਹਾਰਡਿੰਗ ਜਾਂ ਫਿਰ ਲਾਰਡ ਚਾਰਲਸ ਕੈਨਿੰਗ? ਕੈਨਿੰਗ, ਵੈਸੇ ਕੈਨਿੰਗ, ਇੱਥੇ ਕੈਨਿੰਗ ਲਿਖਿਆ ਗਿਆ। ਇਹਦਾ ਆਨਸਰ ਆਊਗਾ ਜੀ ਲਾਰਡ ਡਲਹੌਜੀ, ਠੀਕ ਹੈ। ਲਾਰਡ ਡਲਹੌਜੀ 1849 ਦੇ ਵਿੱਚ 1848 ਦੇ ਵਿੱਚ ਉਹ ਗਵਰਨਰ ਜਨਰਲ ਬਣ ਕੇ ਆਇਆ ਸੀਗਾ ਤੇ ਉਸ ਤੋਂ ਬਾਅਦ ਉਹਨੇ ਭਾਰਤ ਦੇ ਵਿੱਚ ਇਹਨੂੰ ਸ਼ਾਮਲ ਕਰ ਲਿਆ ਸੀਗਾ। ਆਪਾਂ ਦੇਖਦੇ ਹਾਂ ਅਗਲਾ ਕੁਐਸਚਨ ਇਸੇ ਨਾਲ ਰਿਲੇਟਡ ਹੈਗਾ। 50 ਕੁਐਸਚਨ ਦੇਖਦੇ ਹਾਂ। ਅਖੀਰ ਪੰਜਾਬ ਤੇ ਕਦੋਂ ਕਬਜ਼ਾ ਕੀਤਾ ਗਿਆ ਸੀ? ਮਾਰਚ 2849 ਦੇ ਵਿੱਚ 1849, ਮਾਰਚ 29 1849, ਮਾਰਚ 30 1849, ਮਾਰਚ 31 1849। ਦੇਖੋ ਬੜਾ, ਹੁਣ ਤੁਹਾਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਤਾਂ ਹੀ ਤੁਸੀਂ ਕੁਐਸਚਨ ਦਾ ਹੱਲ ਕਰ ਸਕਦੇ ਹੋ। ਤੇ ਇਹਦਾ ਆਨਸਰ ਆਊਗਾ ਜੀ 29 ਮਾਰਚ 1849 ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਇਹ ਸੀ 50 ਕੁਐਸਚਨ ਪੰਜਾਬ ਦੇ ਨਾਲ ਰਿਲੇਟਡ। ਇਸ ਤੋਂ ਆਪਾਂ ਇਹ ਤੋਂ ਸ਼ੁਰੂ ਹੋ ਜਾਣਗੇ ਇੰਡੀਆ ਦੀ ਹਿਸਟਰੀ ਦੇ ਨਾਲ ਰਿਲੇਟਡ ਕੁਐਸਚਨ। ਤਾਂ ਪਹਿਲਾ ਕੁਐਸਚਨ ਹੈ ਹੜੱਪਾ, 51 ਕੁਐਸਚਨ ਹੈ ਵੈਸੇ ਤਾਂ ਇਹ। ਹੜੱਪਾ ਸ਼ਹਿਰ ਕਿਸ ਨਦੀ ਦੇ ਕੰਢੇ ਤੇ ਸਥਿਤ ਹੈ? ਹੜੱਪਾ ਸ਼ਹਿਰ ਜਿਹੜਾ ਸਭ ਤੋਂ ਪਹਿਲਾਂ ਖੋਜਿਆ ਗਿਆ ਸੀਗਾ 1921 ਦੇ ਵਿੱਚ, ਠੀਕ ਹੈ, ਦਇਆ ਰਾਮ ਸਾਹਨੀ ਨੇ ਦੀ ਖੋਜ ਕੀਤੀ ਸੀਗੀ। ਕਿਹੜੀ ਨਦੀ ਦੇ ਕੰਢੇ ਤੇ ਇਹ? ਰਾਵੀ, ਸਤਲੁਜ, ਬਿਆਸ ਤੇ ਸਿੰਧ। ਤੇ ਇਹਦਾ ਆਨਸਰ ਆਊਗਾ ਜੀ ਇਹ ਰਾਵੀ ਦਰਿਆ ਦੇ ਕੰਢੇ ਦੇ ਉੱਪਰ ਹੈ, ਠੀਕ ਹੈ। 52 ਨੰਬਰ ਕੁਐਸਚਨ, ਸ਼ਾਹੀ ਇਸ਼ਨਾਨ ਨਾਲ ਕਿਹੜਾ ਸ਼ਹਿਰ ਜੁੜਿਆ ਹੋਇਆ ਹੈ? ਹੜੱਪਾ, ਕਾਲੀਬੰਗਾ, ਧੌਲਾਵੀਰਾ, ਮੋਹਨਜੋਦੜੋ। ਤੇ ਇਹਦਾ ਆਨਸਰ ਆਊਗਾ ਜੀ ਇਹ ਆਊਗਾ ਜੀ ਮੋਹਨਜੋਦੜੋ। ਉੱਥੇ ਸਾਨੂੰ ਬਹੁਤ ਵੱਡਾ ਇਸ਼ਨਾਨ ਘਰ ਜਿਹੜਾ ਮਿਲਿਆ। ਮੈਂ ਤੁਹਾਨੂੰ ਜਿਹੜੇ ਪੁਰਾਣੇ ਕੁਐਸਚਨ ਪਹਿਲਾਂ ਕਰਵਾਏ ਹੋਏ ਨੇ ਤੁਸੀਂ ਉਹਦੇ ਵਿੱਚ ਚੱਕ ਕੇ ਦੇਖਿਓ, ਬਹੁਤ ਸਾਰੇ ਕੁਐਸਚਨ ਇਹਦੇ ਵਿੱਚ ਟੌਪਿਕ ਵਾਈਜ਼ ਸਿਲੈਕਟ ਕਰਕੇ ਦੇਖੋ ਤੁਸੀਂ ਕੁਐਸਚਨ ਕਿਹੜੇ ਤੁਹਾਡੇ ਲੈਕਚਰਰ ਦੇ ਪੇਪਰ ਦੇ ਵਿੱਚ ਆ ਚੁੱਕੇ ਨੇ। ਜੇ ਤੁਸੀਂ ਲੈਕਚਰਰ ਦਾ ਪੇਪਰ ਤਿਆਰ ਕਰ ਲੈਂਦੇ ਹੋ ਇਹਦਾ ਮਤਲਬ ਤੁਹਾਡੀ ਚੰਗੀ ਤਿਆਰੀ ਹੈਗੀ ਹੈ। ਤੇ ਜੇ ਤੁਸੀਂ ਨਹੀਂ ਕਰ ਸਕਦੇ ਫਿਰ ਚੰਗੀ ਤਿਆਰੀ ਕਰੋ, ਹਨਾ। ਤੇ ਇਹਦੇ ਵਿੱਚ ਤੁਸੀਂ ਆਪਣਾ ਸਕੋਰ ਲਾ ਕੇ ਦੇਖੋ ਵੀ ਤੁਹਾਡਾ ਸਕੋਰ ਕਿੰਨਾ ਬਣ ਰਿਹਾ ਹੈਗਾ ਨਾ, ਤਾਂ ਸਾਨੂੰ ਪਤਾ ਹੋਣਾ ਚਾਹੀਦਾ ਸਾਡਾ ਸਕੋਰ ਕਿੰਨਾ ਬਣ ਰਿਹਾ ਹੈਗਾ। 53 ਕੁਐਸਚਨ ਦੇਖਦੇ ਹਾਂ। ਸਿੰਧੂ ਘਾਟੀ ਸਭਿਅਤਾ ਦੀ ਮੁੱਖ ਵਿਸ਼ੇਸ਼ਤਾ ਕੀ ਸੀ? ਖੇਤੀਬਾੜੀ, ਸਿੱਖਿਆ, ਸ਼ਹਿਰ ਯੋਜਨਾਬੰਦੀ ਜਾਂ ਫਿਰ ਜਾਦੂ, ਹਨਾ। ਹੁਣ ਜਾਦੂ ਜੂਦੂ ਦਾ ਕੋਈ ਮਤਲਬ ਹੀ ਨਾ। ਸਿੰਧੂ ਘਾਟੀ ਹੁਣ ਤਾਂ ਪੜ੍ਹ ਹੀ ਨਹੀਂ ਸਕੇ ਹੈਗੇ ਨਾ, ਐਜੂਕੇਸ਼ਨ ਤਾਂ ਅਸੀਂ ਪੜ੍ਹ ਹੀ ਨਹੀਂ ਸਕੇ ਤੱਕ, ਲਿਪੀ ਪੜ੍ਹ ਨਹੀਂ ਸਕੇ ਹੈਗੇ। ਇਹਦਾ ਹੋਊਗਾ ਜੀ ਸ਼ਹਿਰ ਯੋਜਨਾ, ਕਿਉਂਕਿ ਸ਼ਹਿਰ ਜਿਹੜੇ ਸੀ ਉਹ ਵੈਲ ਪਲੈਨਡ ਸੀਗੇ, ਕਾਫੀ ਵਧੀਆ ਤਰੀਕੇ ਨਾਲ ਸ਼ਹਿਰ ਜਿਹੜੇ ਸਟੈਬਲਿਸ਼ ਕੀਤੇ ਗਏ ਸੀਗੇ ਉੱਥੇ। 54 ਨੰਬਰ ਕੁਐਸਚਨ ਦੇਖਦੇ ਹਾਂ। ਹੇਠਾਂ ਦਿੱਤਾਂ ਵਿੱਚੋਂ ਸਭ ਤੋਂ ਪੁਰਾਤਨ ਕਿਹੜਾ ਹੈ? ਕੱਲ ਹੀ ਕੁਐਸਚਨ ਆਪਾਂ ਇਹ ਕਰਕੇ ਹਟੇ ਲਾਸਟ ਕਲਾਸ ਦੇ ਵਿੱਚ। ਸਾਮਵੇਦ, ਰਿਗਵੇਦ, ਯਜੁਰਵੇਦ ਜਾਂ ਅਥਰਵੇਦ। ਤਾਂ ਸਭ ਤੋਂ ਪੁਰਾਣਾ ਗ੍ਰੰਥ ਕਿਹੜਾ ਮੰਨਿਆ ਜਾਂਦਾ ਸਾਡਾ? ਉਹ ਮੰਨਿਆ ਜਾਂਦਾ ਰਿਗਵੇਦ। 55 ਨੰਬਰ ਕੁਐਸਚਨ ਦੇਖੋ, ਮੈਂ ਤੁਹਾਨੂੰ ਕਿਹਾ ਸੀ ਵੀ ਸੰਸਕ੍ਰਿਤ ਦੇ ਕਈ ਵਾਰ ਵਰਡ ਪੁੱਛ ਲਏ ਜਾਂਦੇ ਨੇ ਕਈ ਵਾਰ ਕੁਐਸਚਨ ਦੇ ਵਿੱਚ। ਅਸ਼ਵ ਸ਼ਬਦ ਕਿਸ ਦਾ ਅਰਥ ਹੈ? ਅਸ਼ਵ ਮਤਲਬ ਕਿਹਦਾ ਅਰਥ ਹੈਗਾ ਇਹ? ਸਾਂਡ, ਹਾਥੀ, ਗਾਂ ਜਾਂ ਘੋੜਾ। ਤਾਂ ਘੋੜੇ ਨੂੰ ਸੰਸਕ੍ਰਿਤ ਭਾਸ਼ਾ 'ਚ ਕੀ ਕਿਹਾ ਜਾਂਦਾ ਹੈਗਾ? ਅਸ਼ਵ ਦੇ ਨਾਲ। ਜੇ ਗੱਜ ਪੁੱਛਦਾ ਤਾਂ ਗੱਜ ਹਾਥੀ ਨੂੰ ਕਿਹਾ ਜਾਂਦਾ ਹੈ। 56 ਨੰਬਰ ਕੁਐਸਚਨ ਹੈ ਜੀ, ਮਹਾਭਾਰਤ ਵਿੱਚ ਯੁਧਿਸ਼ਟਰ ਮੁਖੀ ਹੈ। ਯੁਧਿਸ਼ਟਰ ਕੋਲ ਮਹਾਭਾਰਤ ਦਾ ਯੁੱਧ ਹੋਇਆ ਸੀਗਾ ਤਾਂ ਉਹਦੇ ਵਿੱਚ ਜਿਹੜਾ ਪਾਂਡਵਾਂ ਦਾ ਸਭ ਤੋਂ ਵੱਡਾ ਭਰਾ ਮੰਨਿਆ ਜਾਂਦਾ ਹੈਗਾ ਉਹ ਕੌਣ ਮੰਨਿਆ ਜਾਂਦਾ? ਯੁਧਿਸ਼ਟਰ ਮੰਨਿਆ ਜਾਂਦਾ। ਤੇ ਇਹਦਾ ਆਨਸਰ ਆਊ ਜੀ ਪਾਂਡਵਾਂ ਦਾ। 57 ਨੰਬਰ ਕੁਐਸਚਨ, ਕਿਸ ਨੂੰ ਜੈਨੀਆਂ ਦਾ 24ਵਾਂ ਤੀਰਥੰਕਰ ਮੰਨਿਆ ਜਾਂਦਾ ਹੈ? ਪਾਰਸ਼ਵਨਾਥ, ਮਹਾਵੀਰ, ਰਿਸ਼ਵਦੇਵ ਜਾਂ ਫਿਰ ਗੌਤਮ ਬੁੱਧ। ਤਾਂ ਇਹਦਾ ਆਨਸਰ ਆਊਗਾ ਜੀ ਮਹਾਵੀਰ ਸਵਾਮੀ। ਇਹ 24ਵੇਂ ਤੀਰਥੰਕਰ ਹੋਏ ਨੇ, 24 ਗੁਰੂ ਹੋਏ ਨੇ, ਜਿਹਦੇ ਵਿੱਚ ਪਹਿਲੇ ਸੀਗੇ ਰਿਸ਼ਵਦੇਵ ਤੇ ਜਿਹੜੇ 24ਵੇਂ ਸੀ ਉਹ ਸੀਗੇ ਮਹਾਵੀਰ ਸਵਾਮੀ। 58 ਨੰਬਰ ਕੁਐਸਚਨ, ਮਹਾਵੀਰ ਸਵਾਮੀ ਦਾ ਦੇਹਾਂਤ ਹੋਇਆ ਸੀਗਾ ਨਾਲੰਦਾ ਦੇ ਵਿੱਚ, ਸਾਂਚੀ ਵਿੱਚ, ਪਾਵਾਪੁਰੀ ਜਾਂ ਫਿਰ ਵੈਸ਼ਾਲੀ। ਤਾਂ ਇਹਦਾ ਆਨਸਰ ਆਊਗਾ ਜੀ ਪਾਵਾਪੁਰੀ ਦੇ ਵਿੱਚ। ਪਾਵਾਪੁਰੀ ਦੇ ਵਿੱਚ ਉਹ ਆਪਣਾ ਸਰੀਰ ਜਿਹੜਾ ਸੀ ਤਿਆਗ ਗਏ ਸੀਗੇ। 59, ਅਸ਼ਟਾਂਗ ਮਾਰਗ ਦੀ ਸਿਫਾਰਿਸ਼ ਕਿਸ ਦੁਆਰਾ ਕੀਤੀ ਗਈ ਸੀ? ਭਗਵਾਨ ਬੁੱਧ ਦੁਆਰਾ, ਭਗਵਾਨ ਮਹਾਵੀਰ, ਰਿਸ਼ੀ ਵਿਸ਼ਵਾਮਿੱਤਰ ਜਾਂ ਫਿਰ ਅਸ਼ੋਕ ਦੁਆਰਾ। ਤਾਂ ਇਹਦਾ ਆਨਸਰ ਆਊਗਾ ਜੀ ਆਪਣੇ ਭਗਵਾਨ ਬੁੱਧ ਨੇ ਅਸ਼ਟਾਂਗ ਮਾਰਗ ਦੀ ਜਿਹੜੀ ਸਥਾਪਨਾ ਕੀਤੀ ਸੀ, ਜਿਹਨੂੰ ਮੱਧ ਮਾਰਗ ਦੇ ਨਾਮ ਨਾਲ ਵੀ ਅਸੀਂ ਜਾਣਦੇ ਹੁੰਦੇ ਹਾਂ।
60 ਨੰਬਰ ਕੁਐਸਚਨ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਇਤਿਹਾਸਿਕ ਸ਼ਹਿਰ ਨਹੀਂ ਹੈ? ਮਤਲਬ ਇਹ ਇਤਿਹਾਸ ਦੇ ਨਾਲ ਜੁੜਿਆ ਹੋਇਆ ਸ਼ਹਿਰ ਨਹੀਂ ਮੰਨਿਆ ਜਾਂਦਾ, ਇਹਦਾ ਵਰਣਨ ਸਾਡੇ ਇਤਿਹਾਸ ਦੇ ਵਿੱਚ ਨਹੀਂ ਕੀਤਾ ਜਾਂਦਾ। ਕਿਹੜਾ ਜੀ? ਗਿਆ। ਗਿਆ ਤਾਂ ਆਉਂਦਾ ਹੈ, ਪਾਟਲੀਪੁੱਤਰ ਦਾ ਵੀ ਆਉਂਦਾ ਵਰਣਨ, ਪਟਨਾ ਦਾ ਨਹੀਂ ਆਉਂਦਾ ਇੱਥੇ, ਮਗਧ ਵੀ ਹੈਗਾ ਪੁਰਾਣਾ। ਤਾਂ ਇਹਦਾ ਆਨਸਰ ਆਊਗਾ ਜੀ ਪਟਨਾ। ਪਟਨਾ ਨੂੰ ਹੀ ਪਾਟਲੀਪੁੱਤਰ ਦੇ ਨਾਮ ਨਾਲ ਜਿਹੜਾ ਉਹ ਬੁਲਾਇਆ ਜਾਂਦਾ ਸੀ। 61 ਨੰਬਰ ਕੁਐਸਚਨ, ਮੌਰਿਆ ਰਾਜਵੰਸ਼ ਦੀ ਖੋਜ ਕਿਸਨੇ ਕੀਤੀ? ਦੇਖੋ ਇੱਥੇ ਖੋਜ ਨਹੀਂ ਆਊਗਾ, ਹੂ ਫਾਊਂਡਡ ਦਾ ਮੌਰਿਆ ਨੇ, ਮਤਲਬ ਇਹ ਕਹਿ ਸਕਦੇ ਅਸੀਂ ਵੀ ਮੌਰਿਆ ਸਾਮਰਾਜ ਦੀ ਸਥਾਪਨਾ ਕਿਹਨੇ ਕੀਤੀ ਸੀਗੀ? ਤਾਂ ਸਮੁੰਦਰਗੁਪਤ, ਚੰਦਰਗੁਪਤ, ਵਿਸ਼ਾਖਾਦੱਤ ਜਾਂ ਫਿਰ ਅਸ਼ੋਕ ਨੇ। ਤੁਹਾਨੂੰ ਪਤਾ ਹੈ ਜੀ ਚੰਦਰਗੁਪਤ ਮੌਰਿਆ ਨੇ ਹੀ ਮੌਰਿਆ ਸਾਮਰਾਜ ਦੀ ਸਥਾਪਨਾ ਸੀ ਉਹ ਕੀਤੀ ਸੀਗੀ। 62 ਨੰਬਰ ਕੁਐਸਚਨ, ਅਰਥ ਸ਼ਾਸਤਰ ਦੇ ਲੇਖਕ ਦੀ ਪਛਾਣ ਕਰਨੀ ਹੈ, ਅਸੀਂ ਦੱਸੋ ਕਿਹੜਾ ਹੈ ਹਨਾ, ਕਮੈਂਟ ਬਾਕਸ ਵਿੱਚ ਤੁਸੀਂ ਦੱਸ ਸਕਦੇ ਹੋ ਵੀ ਕਿਹੜਾ ਹੈਗਾ ਦਾ। ਤਾਂ ਵਿਸ਼ਾਖਾਦੱਤ, ਮੈਗਥਨੀਜ਼, ਕੌਟਲਿਆ ਜਾਂ ਫਿਰ ਕਾਲੀਦਾਸ। ਠੀਕ ਹੈ, ਤਾਂ ਕੌਟਲਿਆ ਹੀ ਕੀ ਸੀਗਾ? ਚਾਣਕਿਆ ਸੀਗਾ, ਤਾਂ ਇਹਨੇ ਅਰਥ ਸ਼ਾਸਤਰ ਦੀ ਪੁਸਤਕ ਜਿਹੜੀ ਲਿਖੀ ਸੀ। ਨਾਮ ਤਾਂ ਭਾਵੇਂ ਇਹ ਅਰਥ ਸ਼ਾਸਤਰ ਇਹਦਾ, ਪਰ ਇਹ ਸੰਬੰਧ ਰੱਖਦੀ ਸੀ ਪੋਲੀਟੀਕਲ ਸਾਇੰਸ ਦੇ ਨਾਲ, ਰਾਜਨੀਤੀ ਨਾਲ ਸੰਬੰਧ ਰੱਖਦੀ ਸੀ। 63 ਕੁਐਸਚਨ, ਪਿਆਦਾਸੀ ਦੇ ਤੌਰ ਤੇ ਕਿਸ ਨੂੰ ਜਾਣਿਆ ਜਾਂਦਾ ਸੀਗਾ? ਪਿਆਦਾਸੀ ਜਾਂ ਪ੍ਰਿਯਦਰਸ਼ੀ ਵੀ ਨਾਮ ਆਉਂਦਾ ਹੈਗਾ। ਭਗਵਾਨ ਮਹਾਵੀਰ, ਭਗਵਾਨ ਕ੍ਰਿਸ਼ਨ, ਮਹਾਤਮਾ ਬੁੱਧ ਨੂੰ ਜਾਂ ਫਿਰ ਸਮਰਾਟ ਅਸ਼ੋਕ ਨੂੰ। ਤੇ ਇਹਦਾ ਆਨਸਰ ਆਊਗਾ ਜੀ ਸਮਰਾਟ ਅਸ਼ੋਕ ਨੂੰ। ਪਿਆਦਾਸੀ ਦੇ ਕਈ ਗ੍ਰੰਥਾਂ ਦੇ ਵਿੱਚ ਇਹਦਾ ਨਾਮ ਸਾਨੂੰ ਪਿਆਦਾਸੀ ਦੇ ਨਾਮ ਤੇ ਮਿਲਦਾ ਹੈਗਾ। 64 ਨੰਬਰ, ਮੌਰਿਆ ਸ਼ਾਸਨ ਨੂੰ ਕਿਸ ਨੇ ਤਬਾਹ ਕੀਤਾ ਸੀ? ਜਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਮੌਰਿਆ ਸਾਮਰਾਜ ਜਿਹੜਾ ਤਬਾਹ ਹੋਇਆ ਸੀ, ਖਤਮ ਹੋਇਆ ਸੀਗਾ, ਤਾਂ ਉਹ ਕਿਹਦੇ ਦੁਆਰਾ ਕੀਤਾ ਗਿਆ ਸੀ? ਬ੍ਰਿਹਦਰਥ, ਪੁਸ਼ਯਮਿੱਤਰ ਸ਼ੁੰਗ, ਸਿਕੰਦਰ ਜਾਂ ਫਿਰ ਸੀ ਹੁਆਂਗਤੀ। ਤੇ ਇਹਦਾ ਆਨਸਰ ਆਊਗਾ ਜੀ ਪੁਸ਼ਯਪਤੀ ਸ਼ੁੰਗ। ਪੁਸ਼ਯਪਤੀ ਜਿਹੜਾ ਸ਼ੁੰਗ ਸੀਗਾ, ਇਹ ਆਖਰੀ ਮੌਰਿਆ ਸਮਰਾਟ ਦਾ ਇੱਕ ਅਮਾਤਿਆ ਸੀਗਾ, ਮੰਤਰੀ ਸੀਗਾ। ਉਹਨੇ ਬ੍ਰਿਹਦਰਥ ਦੀ ਹੱਤਿਆ ਕਰਕੇ ਬਾਅਦ ਦੇ ਵਿੱਚ ਸ਼ੁੰਗ ਵੰਸ਼ ਦੀ ਸਥਾਪਨਾ ਕੀਤੀ ਸੀਗੀ, ਤਾਂ ਉਹ ਪੁਸ਼ਯਪਤੀ ਸ਼ੁੰਗ। 65 ਨੰਬਰ ਕੁਐਸਚਨ ਦੇਖਦੇ ਹਾਂ, ਇਸ ਖੇਤਰ ਵਿੱਚ ਗੁਪਤ ਸਾਮਰਾਜ ਦੇ ਉੱਚ ਚਿੰਨ੍ਹਾਂ ਦੇ ਪ੍ਰਮਾਣ ਮਿਲਦੇ ਹਨ। ਮਤਲਬ ਇਹ ਕਹਿ ਲਓ ਵੀ ਗੁਪਤ ਕਾਲ ਨੂੰ ਜਿਹੜੀ ਪ੍ਰਸਿੱਧੀ ਪ੍ਰਾਪਤ ਹੋਈ ਸੀਗੀ ਉਹ ਕਿਸ ਰਾਜੇ ਦੇ ਕਾਲ ਦੇ ਵਿੱਚ ਹੋਈ ਸੀਗੀ? ਚੰਦਰਗੁਪਤ ਪਹਿਲਾ, ਚੰਦਰਗੁਪਤ ਦੂਜਾ, ਸਮੁੰਦਰਗੁਪਤ ਜਾਂ ਫਿਰ ਸਕੰਦਗੁਪਤ। ਤਾਂ ਇਹ ਹੋਊਗਾ ਜੀ ਆਨਸਰ ਇਹਦਾ ਚੰਦਰਗੁਪਤ ਦੂਸਰੇ ਦੇ ਕਾਲ ਦੇ ਵਿੱਚ। ਹੁਣ ਤੁਹਾਨੂੰ ਪਤਾ ਵੀ ਜਿਹੜਾ ਗੁਪਤ ਸਾਮਰਾਜ ਸੀ ਉਹ ਪੂਰੇ ਭਾਰਤ ਦੇ ਵਿੱਚ ਉਸ ਟਾਈਮ ਦਾ ਗੋਲਡਨ ਪੀਰੀਅਡ ਮੰਨਿਆ ਜਾਂਦਾ ਹੈਗਾ। ਠੀਕ ਹੈ, ਤਾਂ ਉਹਨੂੰ ਕਾਫੀ ਜਿਹੜੀ ਤਰੱਕੀ ਹੋਈ ਸੀਗੀ, ਹਾਸਲ ਹੋਈ ਸੀਗੀ। ਵੈਸੇ ਤਾਂ ਸਾਰੇ ਗੁਪਤ ਰਾਜਿਆਂ ਦੇ ਦੌਰਾਨ ਹੀ ਹੋਈ ਸੀ, ਪਰ ਮੇਨਲੀ ਜਿਹੜੀ ਹੋਈ ਸੀ ਉਹ ਚੰਦਰਗੁਪਤ ਦੇ ਦੌਰਾਨ ਹੋਈ ਸੀਗੀ, ਚੰਦਰਗੁਪਤ ਦੂਸਰੇ ਦੌਰਾਨ। 66 ਨੰਬਰ ਕੁਐਸਚਨ, ਮਹਾਨ ਵਿਆਕਰਨਵੇਤਾ ਕੌਣ ਸੀ? ਸ਼ੁਦਾਰਕਾ, ਪਾਣਿਨੀ, ਅਮਰ ਸਿੰਹਾ ਜਾਂ ਫਿਰ ਅਮਰ ਸਿੰਘ ਹੈ ਵੈਸੇ ਇਹ ਨਾ, ਆਰਿਆਭੱਟ। ਤਾਂ ਇਹਦਾ ਆਨਸਰ ਆਊਗਾ ਜੀ ਪਾਣਿਨੀ। ਪਾਣਿਨੀ ਨੇ ਪਹਿਲੇ ਵਿਆਕਰਨ ਦੀ ਰਚਨਾ ਜਿਹੜੀ ਸੀ ਉਹ ਕੀਤੀ ਸੀਗੀ। ਪਾਣੀ ਪੀ ਲੈਣੇ, ਕੋ ਬੋਲਣਾ ਪੈਂਦਾ ਨਾ, ਗਲਾ ਕਾਫੀ ਹੋ ਜਾਂਦਾ ਹੈਗਾ। ਹਰਸ਼ਵਰਧਨ ਦੇ ਸ਼ਾਸਨ ਕਾਲ ਦੌਰਾਨ ਕਿਸ ਨੇ ਭਾਰਤ ਦੀ ਯਾਤਰਾ ਕੀਤੀ ਸੀ? ਹਰਸ਼ਵਰਧਨ ਦੇ ਕਾਲ ਦੇ ਵਿੱਚ ਕਿਹੜਾ ਜਿਹੜਾ ਯਾਤਰੀ ਸੀ ਉਹ ਆਇਆ ਸੀਗਾ? ਤਾਂ ਮੈਂ ਦੇਖੋ ਇੱਥੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਜਿਹੜੇ ਅੱਖਰ ਨੇ ਉਹ ਗਲਤ ਲਿਖੇ ਗਏ ਨੇਗੇ। ਤਾਂ ਜਿਵੇਂ ਇੱਥੇ ਮਗਥਨੀ ਹੈ, ਮਤਲਬ ਕੋਈ ਨਾਮ ਹੀ ਨਾ, ਪਰ ਇੰਗਲਿਸ਼ ਸਹੀ ਹੈ ਮੈਗਥਨੀਜ਼। ਠੀਕ ਹੈ, ਮੈਗਥਨੀਜ਼, ਫਾਹੀਆਨ, ਹਿਊਨਸਾਂਗ, ਦੇਖੋ ਹੁਆਨ ਟੈਂਗ ਲਿਖਿਆ ਹੋਇਆ ਇੱਥੇ। ਤਾਂ ਮਤਲਬ ਹੁਣ ਪਤਾ ਨਹੀਂ ਕਿੱਥੋਂ ਪੇਪਰ 'ਚ ਪਾਉਂਦੇ ਨੇ ਹੈ ਨਾ। ਤਾਂ ਹੁਆਨ ਟੈਂਗ ਨਹੀਂ ਕਹਤੇ, ਹਿਊਨਸਾਂਗ ਹੈ। ਤਾਂ ਇਹਦਾ ਆਨਸਰ ਆਊਗਾ ਜੀ ਹਿਊਨਸਾਂਗ। 68 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਹਰਸ਼ਚਰਿਤ ਦਾ ਲੇਖਕ ਕੌਣ ਹੈ? ਹਰਸ਼ਚਰਿਤ ਹਰਸ਼ਵਰਧਨ ਦੇ ਚਰਿੱਤਰ ਦੇ ਉੱਪਰ ਇੱਕ ਕਿਤਾਬ ਲਿਖੀ ਗਈ ਹੈ। ਤਾਂ ਹਰਸ਼ਵਰਧਨ, ਭਾਸਕਰ ਵਰਮਨ, ਧਾਵਕ ਜਾਂ ਫਿਰ ਬਾਣਭੱਟ। ਇਹਦਾ ਆਨਸਰ ਆਊਗਾ ਜੀ ਬਾਣਭੱਟ। ਬਾਣਭੱਟ ਜਿਹੜਾ ਸੀ ਉਹ ਹਰਸ਼ਵਰਧਨ ਦਾ ਦਰਬਾਰੀ ਕਵੀ ਸੀਗਾ, ਉਹਨੇ ਇੱਕ ਪੁਸਤਕ ਲਿਖੀ ਸੀਗੀ। 69 ਨੰਬਰ ਕੁਐਸਚਨ ਦੇਖਦੇ ਹਾਂ, ਹੇਠਾਂ ਦਿੱਤਿਆਂ ਵਿੱਚੋਂ ਕਿਸ ਨੇ ਭਾਰਤ ਵਿੱਚ ਦਸ਼ਮਲਵ ਪ੍ਰਣਾਲੀ ਤੋਂ ਜਾਣੂ ਕਰਵਾਇਆ ਸੀ ਜਾਂ ਦਸ਼ਮਲਵ ਪ੍ਰਣਾਲੀ ਦੀ ਖੋਜ ਕਰਾਈ ਸੀ? ਤਾਂ ਪਾਣਿਨੀ, ਚਰਕ, ਵਰਾਮਿਹਿਰ ਜਾਂ ਆਰਿਆਭੱਟ। ਤਾਂ ਇਹਦਾ ਆਨਸਰ ਆਊਗਾ ਜੀ ਆਰਿਆਭੱਟ ਨੇ ਦਸ਼ਮਲਵ ਪ੍ਰਣਾਲੀ ਜਾਂ ਫਿਰ ਜ਼ੀਰੋ ਪ੍ਰਣਾਲੀ ਦੀ ਜਿਹੜੀ ਖੋਜ ਉਹ ਕੀਤੀ ਸੀ। 70 ਨੰਬਰ ਕੁਐਸਚਨ ਦੇਖਦੇ ਹਾਂ, ਅਗਨੀਕੁਲ ਪੌਰਾਣਿਕ ਕਥਾ ਸੰਬੰਧਿਤ ਹੈ ਕੁਸ਼ਾਨਾਂ ਦੇ ਨਾਲ, ਰਾਜਪੂਤਾਂ ਦੇ ਨਾਲ, ਸ਼ੱਕਾਂ ਦੇ ਨਾਲ ਜਾਂ ਫਿਰ ਦਾਸਾਂ ਦੇ ਨਾਲ? ਤਾਂ ਇੱਕ ਦੰਤ ਕਥਾ ਹੈਗੀ ਅਗਨੀਕੁਲ, ਅਗਨੀਕੁਲ ਜਾਂ ਅਗਨੀਕੁੰਡ ਨੂੰ ਬੋਲ ਦਿੰਦੇ ਅਸੀਂ, ਦੰਤ ਕਥਾ ਪੁਰਾਣੀ ਕਥਾ ਹੈਗੀ। ਇਹਦੇ ਵਿੱਚ ਕੀ ਹੈਗਾ ਵੀ ਪਰਸ਼ੂਰਾਮ ਨੇ ਸਾਰੇ ਛਤਰੀਆਂ ਦਾ ਅੰਤ ਕਰਤਾ ਸੀਗਾ,
ਤੇ ਉਸ ਤੋਂ ਬਾਅਦ ਧਰਤੀ ਨੂੰ ਬਚਾਉਣ ਦੇ ਲਈ ਫਿਰ ਛਤਰੀਆਂ ਨੂੰ ਅਗਨੀ ਕੁਲ ਦੇ ਵਿੱਚੋਂ ਪੈਦਾ ਕੀਤਾ ਗਿਆ ਸੀਗਾ, ਜਿਹਦੇ ਵਿੱਚੋਂ 32 ਸ਼ਾਇਦ ਉਹਨਾਂ ਦੇ ਜਿਹੜੇ ਰਾਜਵੰਸ਼ ਪੈਦਾ ਹੋਏ ਸੀਗੇ, ਤਾਂ ਉਹ ਰਾਜਪੂਤਾਂ ਦੇ ਨਾਲ ਸੰਬੰਧੀ ਸੀਗੀ। ਸੀ ਆਨਸਰ ਆਊਗਾ ਇਹਦਾ। ਇਹ ਕਹਿੰਦਾ ਵੀ ਮਾਊਂਟ ਆਬੂ ਦੇ ਉੱਪਰ ਫਿਰ ਬਾਅਦ ਦੇ ਵਿੱਚ ਪੂਜਾ ਕੀਤੀ ਗਈ ਸੀ, ਉੱਥੋਂ ਫਿਰ ਨਿਕਲੇ ਸੀ ਉਹ। 71 ਕੁਐਸਚਨ, ਚੌਹਾਨ ਰਾਜਪੂਤਾਂ ਨੇ ਇਸ ਸ਼ਹਿਰ ਤੇ ਰਾਜ ਕੀਤਾ ਸੀ। ਚੌਹਾਨ ਜਿਹੜੇ ਪ੍ਰਿਥਵੀ ਰਾਜ ਚੌਹਾਨ ਹੋਏ ਨੇਗੇ, ਅਜਮੇਰ, ਜੈਪੁਰ, ਕਨੌਜ ਜਾਂ ਫਿਰ ਉਦੈਪੁਰ। ਤਾਂ ਇਹਦਾ ਆਨਸਰ ਆਊਗਾ ਜੀ ਅਜਮੇਰ। ਅਜਮੇਰ ਦੇ ਉੱਪਰ ਇਹਨਾਂ ਦਾ ਰਾਜ ਸੀਗਾ। 72 ਨੰਬਰ ਕੁਐਸਚਨ, ਕੁਤਬਦੀਨ ਐਬਕ ਇਹ ਖੇਡ ਖੇਡਦਾ ਮਾਰਿਆ ਗਿਆ ਸੀ। ਕਿਹੜੀ ਖੇਡ ਖੇਡਦਾ ਮਾਰਿਆ ਗਿਆ ਸੀ? ਸ਼ਤਰੰਜ। ਸ਼ਤਰੰਜ ਖੇਡਦਾ ਕਿਵੇਂ ਮਾਰਿਆ ਜਾਊਗਾ ਨਾ, ਜਾਂ ਤਾਂ ਸ਼ਿਕਾਰ ਕਰਦਾ ਹੋਊਗਾ, ਜਾਂ ਫਿਰ ਤੀਰਅੰਦਾਜ਼ੀ ਚਲਾਉਂਦਾ ਹੋਊਗਾ, ਜਾਂ ਫਿਰ ਪੋਲੋ। ਠੀਕ ਹੈ, ਤਾਂ ਉਹ ਖੇਡਦਾ ਸੀ ਜੀ ਪੋਲੋ। ਪੋਲੋ ਖੇਡਦਾ ਹੋਇਆ ਉਹ ਘੋੜੇ ਤੋਂ ਡਿੱਗਿਆ ਸੀ ਤੇ ਉਹਦੀ ਮੌਤ ਹੋ ਗਈ ਸੀ। 73 ਚਾਹਲਗਣੀ। ਠੀਕ ਹੈ, ਚਾਹਲਗਣੀ ਕੀ ਸੀ? ਠੀਕ ਹੈ, ਜਾਂ ਜਿਹਨੂੰ ਚਲੀਸਾ ਦੇ ਨਾਮ ਨਾਲ ਵੀ ਅਸੀਂ ਜਾਣਦੇ ਹਾਂ, ਚਾਹਲਗਣੀ ਜਾਂ ਚਾਹਲਗਣੀ ਕਹਿ ਦਿੰਦੇ ਹਾਂ, ਜਾਂ ਚਲੀਸਾ ਨਾਮ ਦੇ ਦਿੰਦੇ ਹਾਂ। ਤਾਂ ਕੀ ਸੀ? ਤੁਰਕੀ ਕੁਲਨਤੰਤਰ, ਆਮਦਨ ਗ੍ਰਾਂਟ, ਖੇਡ ਸੀ ਜਾਂ ਮਸੂਲ ਸੀ ਕੋਈ ਉਹ ਨਾ। ਤਾਂ ਕੁਲੀਨ ਤੰਤਰ ਮਤਲਬ ਕੀ ਹੁੰਦਾ ਹੈ? ਜਿਹੜੇ ਸਰਦਾਰ ਸੀਗੇ ਕੁਲੀਨ ਤੰਤਰ ਦੇ ਨਾਲ, ਅਫਸਰਸ਼ਾਹੀ ਦੇ ਨਾਲ ਜਾਂ ਰਜਵਾੜਾ ਸ਼ਾਹੀ ਦੇ ਨਾਲ ਉਹ ਜੁੜੇ ਹੋਏ ਸੀਗੇ। ਤਾਂ ਇੱਕ ਤੁਰਕ ਦਾ ਇਹਦੀ ਸਥਾਪਨਾ ਹੋਈ ਸੀਗੀ। ਤਾਂ ਇਲਤੁਤਮਿਸ਼ ਨੇ ਦੀ ਸਥਾਪਨਾ ਕੀਤੀ ਸੀਗੀ ਚਲੀਸਾ ਦੀ, ਜਿਹਦਾ ਬਾਅਦ ਵਿੱਚ ਅੰਤ ਕਰਤਾ ਸੀਗਾ ਬਲਬਨ ਨੇ। 74 ਬਾਜ਼ਾਰ ਵਿਵਸਥਾ ਦੇ ਨਾਲ ਕੌਣ ਸੰਬੰਧਿਤ ਸੀ? ਬਲਬਨ, ਜਲਾਲੂਦੀਨ ਖਿਲਜੀ, ਅਲਾਉਦੀਨ ਖਿਲਜੀ ਜਾਂ ਮਲਕ। ਵੈਸੇ ਮਲਿਕ ਕਫੂਰ ਹੈ, ਸਪੈਲਿੰਗ ਗਲਤ ਲਿਖੇ ਨੇ। ਤਾਂ ਬਾਜ਼ਾਰ ਸਿਸਟਮ ਨੂੰ ਕਾਫੀ ਵਧੀਆ ਬਣਾਇਆ ਸੀਗਾ। ਉਹਨੇ ਸਜ਼ਾ ਰੱਖੀ ਸੀਗੀ ਵੀ ਜੇ ਕੋਈ ਤੁਸੀਂ ਹੇਰਾਫੇਰੀ ਕਰਦੇ ਹੋ ਬਾਜ਼ਾਰ ਸਿਸਟਮ ਦੇ ਵਿੱਚ, ਇੱਕ ਵਸਤੂਆਂ ਦੇ ਰੇਟ ਤੈਅ ਕਰਤੇ ਸੀਗੇ, ਤਾਂ ਕਿਹਨੇ ਕੀਤੇ ਸੀ ਜੀ? ਅਲਾਉਦੀਨ ਖਿਲਜੀ ਨੇ। ਬੜਾ ਵਧੀਆ ਸਿਸਟਮ ਇਹਨੇ ਚਲਾਇਆ ਸੀ ਅਲਾਉਦੀਨ ਖਿਲਜੀ ਨੇ। 75 ਨੰਬਰ ਕੁਐਸਚਨ, ਜ਼ਿਆਉਦੀਨ ਬਰਾਨੀ। ਜ਼ਿਆਉਦੀਨ ਬਰਾਨੀ ਹੈ, ਬਗਨੀ ਨੇ ਹੈਗਾ, ਦੀ ਤੌਰ ਤੇ ਪਛਾਣ ਕਰੋ। ਸ੍ਰੇਸ਼ਟ, ਜਰਨੈਲ ਸੀ, ਇੱਕ ਪ੍ਰਬੰਧਕ ਸੀ, ਜਾਂ ਫਿਰ ਇੱਕ ਇਹ ਇਤਿਹਾਸਕਾਰ ਸੀ। ਤਾਂ ਜਿਹੜਾ ਜ਼ਿਆਉਰ ਬਰਾਨੀ ਹੋਇਆਗਾ ਇਹ ਮੁਹੰਮਦ ਬਿਨ ਤੁਗਲਕ ਤੇ ਫਿਰੋਜ਼ ਤੁਗਲਕ ਦੇ ਕਾਲ ਦੇ ਵਿੱਚ ਹੋਇਆਗਾ। ਇਹਨੇ ਫਿਰੋਜ਼ ਤੁਗਲਕ ਦੇ ਉੱਪਰ ਵੀ ਇੱਕ ਪੁਸਤਕ ਜਿਹੜੀ ਸੀ ਉਹ ਲਿਖੀ ਸੀਗੀ। ਤਾਂ ਕੀ ਸੀ ਜੀ? ਇਹ ਇਤਿਹਾਸਕਾਰ ਸੀਗਾ ਇੱਕ। 76 ਨੰਬਰ ਕੁਐਸਚਨ ਦੇਖਦੇ ਹਾਂ, ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਕਿਸ ਸ਼ਹਿਰ 'ਚ ਤਬਦੀਲ ਕਰ ਲਈ ਸੀ? ਪੜ੍ਹਿਆ ਲਿਖਿਆ ਮੂਰਖ ਰਾਜਾ ਮੰਨਿਆ ਜਾਂਦਾ ਇਹਨੂੰ, ਹਨਾ, ਸਾਰੇ ਜਾਣਦੇ ਆਪਾਂ। ਰਾਜਗੀਰ, ਮਦੁਰਾਈ, ਦਿਓਗੀਰ ਜਾਂ ਵਾਰਾਣਗ। ਦੇਖੋ ਇਹਨੇ ਅਲੱਗ-ਅਲੱਗ ਪ੍ਰਕਾਰ ਦੇ ਹਮਲਿਆਂ ਤੋਂ ਬਚਾਉਣ ਦੇ ਲਈ, ਭਾਰਤ ਨੂੰ ਬਚਾਉਣ ਦੇ ਲਈ ਆਪਣੀ ਰਾਜਧਾਨੀ ਨੂੰ ਸਾਊਥ 'ਚ ਲੈ ਗਿਆ ਸੀ ਇਹ। ਤਾਂ ਉੱਥੇ ਕਿਹੜੀ ਰਾਜਧਾਨੀ ਬਣਾਈ ਸੀ ਇਹਨੇ? ਦੇਵਗਿਰੀ। ਕਾਫੀ ਇਸ ਤਰ੍ਹਾਂ ਦੇ ਫੈਸਲੇ ਕੀਤੇ ਸੀ ਜਿਹਦੇ ਨਾਲ ਇਹਨੂੰ ਫਿਰ ਮੂਰਖ ਰਾਜਾ ਦਾ ਨਾਮ ਵੀ ਕਿਹਾ ਜਾਂਦਾ, ਇਹਨੂੰ ਦਿੱਤਾ ਗਿਆ ਹੈਗਾ। ਤੈਮੂਰ ਲੰਗ, ਜਿਹਨੂੰ ਤੈਮੂਰ ਲੰਗੜਾ ਅਸੀਂ ਆਖ ਦਿੰਦੇ ਹਾਂ। ਤੇ ਇਹਨੇ ਕਦੋਂ ਹਮਲਾ ਕੀਤਾ ਸੀ ਦਿੱਲੀ ਦੇ ਉੱਪਰ? 1396, 1397, 1398, 1397, 1399। ਬੜੇ ਕਲੋਜ਼ ਦੇ ਆਪਸ਼ਨ ਇਹਨਾਂ ਨੇ ਦਿੱਤੀਆਂ ਹੋਈਆਂ ਨੇਗੀਆਂ। ਤਾਂ ਇਹਦਾ ਆਨਸਰ ਆਊਗਾ ਜੀ 1798 ਦੇ ਵਿੱਚ, ਦਿੱਲੀ ਸਲਤਨਤ ਦੇ ਕਾਲ ਦੇ ਵਿੱਚ। 78 ਨੰਬਰ ਕੁਐਸਚਨ, ਖੂਤ ਕੌਣ ਸੀ? ਖੂਤ ਇੱਕ ਵਰਡ ਆਉਂਦਾ, ਖੂਤ ਕੌਣ ਸੀਗੇ? ਪਿੰਡਾਂ ਦੇ ਮੁਖੀਆ, ਗਰੀਬ ਕਾਸ਼ਤਕਾਰ, ਛੋਟੇ ਜ਼ਿਮੀਂਦਾਰ ਜਾਂ ਸ਼ਿਲਪਕਾਰ। ਇਹਦਾ ਆਨਸਰ ਆਊਗਾ ਜੀ ਛੋਟੇ ਜ਼ਿਮੀਂਦਾਰ। ਛੋਟੇ ਜ਼ਿਮੀਂਦਾਰਾਂ ਨੂੰ ਹੀ ਕੀ ਕਿਹਾ ਜਾਂਦਾ ਸੀਗਾ? ਜਿਹੜੇ ਖੂਤ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ। ਨੰਬਰ ਕੁਐਸਚਨ, ਨਿਕੋਲਸ ਕੌਂਟੀ ਹੈ, ਵੈਸੇ ਨਿਕੋਲੋ ਕੌਂਟੀ ਕਹਿ ਲਓ ਜਾਂ ਨਿਕੋਲਸ ਕੌਂਟੀ। ਇਹ 1420 ਦੇ ਵਿੱਚ ਵਿਜੇਨਗਰ ਸਾਮਰਾਜ ਦੇ ਵਿੱਚ ਗਿਆ ਸੀਗਾ। ਕਿੱਥੋਂ ਦਾ ਯਾਤਰੀ ਸੀ ਇਹ? ਕਾਫੀ ਇੰਪੋਰਟੈਂਟ ਨਿਕੋਲਸ ਕੌਂਟੀ। ਫਰਾਂਸੀਸੀ ਯਾਤਰੀ ਸੀ, ਗ੍ਰੀਕ ਦਾ ਸੀ ਜਾਂ ਯੂਨਾਨ ਦਾ ਸੀ, ਸਪੇਨ ਦਾ ਸੀ ਜਾਂ ਫਿਰ ਇਟਲੀ ਦਾ ਸੀ? ਤਾਂ ਇਹਦਾ ਆਨਸਰ ਆਊਗਾ ਜੀ ਇਟਲੀ ਦਾ ਯਾਤਰੀ ਹੈ। ਠੀਕ ਹੈ, ਤਾਂ ਭਾਰਤ ਦਾ ਦੌਰਾ ਕਰਦਾ ਹੋਇਆ ਇਹ ਵਿਜੇਨਗਰ ਸਾਮਰਾਜ ਦੇ ਵਿੱਚ ਗਿਆ ਸੀ। ਸਾਊਥ ਦੇ ਵਿੱਚ ਵਿਜੇਨਗਰ ਸਾਮਰਾਜ ਕਾਫੀ ਇੰਪੋਰਟੈਂਟ ਸਾਮਰਾਜ ਮੰਨਿਆ ਗਿਆ ਹੈਗਾ। ਠੀਕ ਹੈ, ਬਹਿਮਨੀ ਸਾਮਰਾਜ ਤੇ ਇੱਕ ਵਿਜੇਨਗਰ ਸਾਮਰਾਜ, ਦੋ ਸਾਮਰਾਜ ਸੀਗੇ। 80 ਨੰਬਰ ਕੁਐਸਚਨ, ਕਿਤਾਬ ਉਲ ਹਿੰਦ ਕਿਸਨੇ ਲਿਖੀ ਹੈ? ਫਿਰੋਜ਼ ਤੁਗਲਕ, ਅਲ ਗਜ਼ਾਲੀ, ਜ਼ਿਆਉਦ ਬਰਾਨੀ ਜਾਂ ਫਿਰ ਅਲਬਰੂਨੀ। ਤਾਂ ਇਹ ਅਲਬਰੂਨੀ ਦੁਆਰਾ ਲਿਖੀ ਗਈ ਹੈ ਕਿਤਾਬ ਜੀ, ਇਹ ਕਿਤਾਬ ਉਲ ਹਿੰਦ ਜਿਹੜੀ ਕਿਤਾਬ ਹੈ। ਠੀਕ ਹੈ, ਅਲਬਰੂਨੀ ਕਾਫੀ ਇੰਪੋਰਟੈਂਟ ਜਿਹੜਾ ਇਤਿਹਾਸਕਾਰ ਹੋਇਆ ਹੈਗਾ। 81 ਨੰਬਰ, ਬਾਬਰ ਨੇ ਕਨਵਾ ਦਾ ਯੁੱਧ ਕਿਸ ਵਿਰੁੱਧ ਲੜਿਆ ਸੀਗਾ? ਕਾਨਵਾ ਦਾ ਜਿਹੜਾ ਯੁੱਧ ਹੋਇਆ ਸੀਗਾ ਇਹ 1527 ਦੇ ਵਿੱਚ ਹੋਇਆ। 1927 ਯਾਦ ਆ ਜਾਂਦਾ, 1527 ਦੇ ਵਿੱਚ ਹੋਇਆ ਸੀ ਇਹ। ਤਾਂ ਕਿਹਦੇ ਵਿਚਕਾਰ ਹੋਇਆ ਸੀ? ਇਬਰਾਹਿਮ ਲੋਧੀ, ਨੁਸਰਤ ਸ਼ਾਹ, ਰਾਣਾ ਸੰਗਾ ਨਹੀਂ ਰਾਣਾ ਸਾਂਗਾ, ਮੇਦਨੀ ਰਾਏ,
ਤੈਅ ਹੋਇਆ ਸੀ ਜੀ ਰਾਣਾ ਸਾਂਗਾ ਅਤੇ ਬਾਬਰ ਦੇ ਵਿਚਕਾਰ, ਤੇ ਇਹਦਾ ਆਨਸਰ ਆਊਗਾ ਬੀ ਆਨਸਰ। 82 ਨੰਬਰ ਕੁਐਸਚਨ ਦੇਖ ਲੈਂਦੇ ਹਾਂ। ਹਿਮਾਯੂ ਦਾ ਭਰਾ, ਹਿਮਾਯੂ ਦੇ 3 ਭਰਾ ਸੀਗੇ, ਹਿਮਾਯੂ ਸਮੇਤ 4 ਭਾਈ ਸੀ ਉਹ, ਤਾਂ ਕਿਹੜੇ ਕਿਹੜੇ ਨਹੀਂ ਸੀਗੇ? ਕਾਮਰਾਨ ਉਹਦਾ ਭਰਾ ਸੀ, ਅਸ਼ਕਰੀ ਵੀ ਉਹਦਾ ਭਰਾ ਸੀ, ਹਿੰਦਾਲ ਵੀ ਉਹਦਾ ਭਰਾ ਸੀ, ਸ਼ੇਰ ਅਫਗਾਨ ਜਿਹਨੂੰ ਸ਼ੇਰ ਸ਼ਾਹ ਸ਼ੂਰੀ ਦੇ ਨਾਮ ਨਾਲ ਜਾਣਿਆ ਜਾਂਦਾ ਉਹਦਾ ਭਰਾ ਨਹੀਂ ਸੀ, ਬਲਕਿ ਉਹਨੇ ਹਿਮਾਯੂ ਨੂੰ ਚੌਸਾ ਦੀ ਲੜਾਈ ਦੇ ਵਿੱਚ ਹਰਾ ਕੇ ਭਾਰਤ ਦੇ ਰਾਜ ਤੋਂ ਬੇਦਖਲ ਕਰਤਾ ਸੀ ਉਹਨੂੰ। 82 ਨੰਬਰ ਕੁਐਸਚਨ ਦਾ ਹੋਊਗਾ ਜੀ ਡੀ ਆਨਸਰ। 83 ਦੇਖਦੇ ਹਾਂ। ਸ਼ੇਰ ਸ਼ਾਹ ਸੂਰੀ ਅਧੀਨ ਪਰਗਣਾ, ਪਰਗਣਾ ਉਹਨੇ ਆਪਣੇ ਸ਼ਾਸਨ ਨੂੰ ਪਰਗਣੇ 'ਚ ਵੰਡਿਆ ਹੋਇਆ ਸੀਗਾ, ਤਾਂ ਕੀ ਸੀ ਇਹ ਪਰਗਣਾ? ਆਮਦਨ ਇਕਾਈ, ਮਿਲਟਰੀ ਇਕਾਈ, ਪ੍ਰਬੰਧਨ ਇਕਾਈ ਜਾਂ ਧਾਰਮਿਕ ਗ੍ਰਾਂਟ? ਤਾਂ ਉਹਨੇ ਆਪਣੇ ਪ੍ਰਬੰਧਨ ਨੂੰ ਚਲਾਉਣ ਦੇ ਲਈ ਉਹ ਹਲਕਿਆਂ ਦੇ ਵਿੱਚ ਵੰਡਿਆ ਹੋਇਆ ਸੀਗਾ, ਤੇ ਇਸ ਕਰਕੇ ਉਹਨੂੰ ਅਸੀਂ ਪਰਗਣਾ ਨੂੰ ਪ੍ਰਬੰਧਨ ਇਕਾਈ ਦਾ ਨਾਮ ਦੇ ਦਿੰਦੇ ਹਾਂ। ਬੀ ਆਨਸਰ ਆਊਗਾ ਇਹਦਾ। ਬੈਰਮ ਖਾਨ ਅਕਬਰ ਦਾ ਸਰਪ੍ਰਸਤ ਹੋਇਆਗਾ, ਇਹਦੇ ਫਿਰਕੇ ਦੱਸਣਾ ਸੀ। ਬੇਸਿਕਲੀ ਦੇਖੋ, ਜੇ ਅਸੀਂ ਸੈਯਦ ਵੰਸ਼ ਨੂੰ ਛੱਡ ਦਈਏ ਤਾਂ ਬਾਕੀ ਜਿੰਨੇ ਵੀ ਵੰਸ਼ ਹੋਏ ਨੇ ਦਿੱਲੀ ਸਲਤਨਤ ਦੇ, ਤਾਂ ਉਹਨਾਂ ਦੇ ਵਿਚਕਾਰ ਜਿਹੜੇ ਜਿੰਨੇ ਵੀ ਸੁਲਤਾਨ ਹੋਏ ਨੇਗੇ ਉਹ ਸਾਰੇ ਦੇ ਸਾਰੇ ਸੁੰਨੀ ਵੰਸ਼ ਨੂੰ ਬਿਲੋਂਗ ਕਰਦੇ, ਸੁੰਨੀ ਮਤਲਬ ਫਿਰਕੇ ਨੂੰ ਬਿਲੋਂਗ ਕਰਦੇ ਸੀਗੇ, ਤੇ ਸੈਯਦ ਨੂੰ ਛੱਡ ਕੇ ਜਿਹੜਾ ਬੈਰਮ ਖਾਨ ਸੀਗਾ, ਅਕਬਰ ਦੇਖੋ ਸੁੰਨੀ ਨੂੰ ਬਿਲੋਂਗ ਕਰਦਾ ਸੀ, ਜਿਹੜਾ ਬੈਰਮ ਖਾਨ ਸੀ ਇਹ ਸ਼ੀਆ ਮਤ ਨੂੰ ਬਿਲੋਂਗ ਕਰਦਾ ਸੀ। ਸ਼ੀਆ ਮਤ, ਸ਼ੀਆ ਤੇ ਸੁੰਨੀ, ਵੈਸੇ ਮੁਸਲਿਮ ਦੇ 3 ਮਤ ਹੋਏ ਨੇ ਬੇਸਿਕਲੀ, ਇੱਕ ਸ਼ੀਆ, ਇੱਕ ਸੁੰਨੀ ਤੇ ਇੱਕ ਸੂਫੀ, ਠੀਕ ਹੈ। ਤੇ ਸੂਫੀ ਤਾਂ ਇਹਨਾਂ ਤੋਂ ਸਾਰਿਆਂ ਨਾਲੋਂ ਅਲੱਗ ਸੀਗੇ, ਆਪਣੇ ਆਪ ਦੇ ਵਿੱਚ ਮਸਤ ਰਹਿੰਦੇ ਸੀ, ਉਹਨਾਂ ਬਾਰੇ ਆਪਾਂ ਚਲੋ ਗੱਲ ਕਰਾਂਗੇ ਬਾਅਦ ਦੇ ਵਿੱਚ। 85 ਨੰਬਰ ਕੁਐਸਚਨ, ਦੀਨ ਇਲਾਹੀ ਦੇ ਨਾਲ ਕੌਣ ਜੁੜਿਆ ਹੋਇਆ ਹੈ? 1582 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ। 1582 ਜਾਂ 83 ਇਹੋ ਜਿਹਾ ਕੁਛ ਹੈਗਾ, ਸ਼ਾਇਦ 1582 ਜਾਂ 1583 ਦੋਨਾਂ ਦੇ ਵਿੱਚ ਇੱਕ ਚੀਜ਼ ਹੈਗੀ ਜੀ, ਕਿਸੇ ਆਪਸ਼ਨ ਤੁਹਾਨੂੰ ਦੱਸ ਦਿਓ 1583 ਜਾਂ 1582 ਹੈ। ਤਾਂ ਦੀਨ ਇਲਾਹੀ ਦੀ ਸਥਾਪਨਾ ਕਿਹਨੇ ਕੀਤੀ ਹੈ? ਬੈਰਮ ਖਾਨ ਨੇ। ਦਾਰਾ ਦੇਖੋ ਸਿੱਖੋ, ਦਾਰਾ ਸ਼ਿਕੋ ਹੈ ਇਹ, ਸ਼ੇਰ ਸ਼ਾਹ ਜਾਂ ਅਕਬਰ? ਤਾਂ ਅਕਬਰ ਦੇ ਕਾਲ ਦੇ ਵਿੱਚ ਹੋਈ ਸੀ ਇਹ, ਅਕਬਰ ਨੇ ਕੀਤੀ ਸੀ ਇਹਦੀ ਸਥਾਪਨਾ। 86 ਅਕਬਰ ਦਾ ਦਹਿਸ਼ਾਲਾ ਪ੍ਰਯੋਗ, ਦਹਿਸ਼ਾਲਾ ਮਤਲਬ 10 ਸਾਲਾ। ਮਿਲਟਰੀ ਪ੍ਰਣਾਲੀ, ਸੜਕ ਆਵਾਜਾਈ, ਭੂਮੀ ਆਮਦਨ ਦੇ ਨਾਲ ਜਾਂ ਭੂਮੀ ਮਾਪ ਦੇ ਨਾਲ? ਤੇ ਆਨਸਰ ਆਊਗਾ ਜੀ ਭੂਮੀ ਆਮਦਨ, ਮਤਲਬ ਜ਼ਮੀਨ ਨੂੰ 10 ਸਾਲਾਂ ਲਈ ਦੇ ਦਿੱਤਾ ਜਾਂਦਾ ਸੀਗਾ, ਤੇ ਉਹਨੂੰ ਦਹਿਸ਼ਾਲਾ ਪ੍ਰਣਾਲੀ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ। ਰਾਜਾ ਟੋਡਰਮਲ ਨੇ ਕਾਫੀ ਵੱਡੀ ਭੂਮਿਕਾ ਨਿਭਾਈ ਸੀ ਉਹਦੇ ਵਿੱਚ। ਭੂਮੀ ਦਾ ਕਿਹੜਾ ਰੂਪ ਸਾਰਾ ਸਾਲ ਖੇਤੀ ਦੇ ਅਧੀਨ, ਮਤਲਬ ਸਾਰਾ ਸਾਲ ਉਹਦੇ ਉੱਪਰ ਖੇਤੀ ਕੀਤੀ ਜਾਂਦੀ ਸੀਗੀ? ਪੜੌਤ, ਬੰਜਰ, ਬੰਜਰ 'ਚ ਤਾਂ ਦੇਖੋ ਹੋ ਨਹੀਂ ਸਕਦੀ ਹੈਗੀ ਨਾ, ਚਾਚਰ ਜਾਂ ਪੁਲਾਜ? ਤਾਂ ਪੁਲਾਜ ਜਿਹੜੀ ਜ਼ਮੀਨ ਸੀਗੀ ਕਈ ਭਾਗਾਂ 'ਚ ਵੰਡਿਆ ਗਿਆ ਸੀ, 4 ਕਿਸਮਾਂ 'ਚ ਵੰਡਿਆ ਗਿਆ ਸੀਗਾ ਜ਼ਮੀਨ ਨੂੰ, ਠੀਕ ਹੈ। ਤਾਂ ਉਹਦੇ ਵਿੱਚ ਜਿਹੜੀ ਪੁਲਾਜ ਸੀ ਉਹਦੇ ਉੱਪਰ ਸਾਰਾ ਸਾਲ ਜਿਹੜੀ ਖੇਤੀ ਕੀਤੀ ਜਾ ਸਕਦੀ ਸੀਗੀ। 88 ਨੰਬਰ ਕੁਐਸਚਨ ਹੈ, ਮਨਸਬਦਾਰੀ ਪ੍ਰਣਾਲੀ ਦਾ ਹਿੱਸਾ ਕਿਹੜਾ ਨਹੀਂ ਸੀ? ਮੁਗਲ ਸਾਮਰਾਜ ਦੀ ਜਿਹੜੀ ਜੜ ਨੂੰ ਮਜ਼ਬੂਤ ਕਰਨ ਦਾ ਜਿਹੜਾ ਮੇਨ ਸੋਰਸ ਮੰਨਿਆ ਜਾਂਦਾ ਹੈ ਉਹ ਮੰਨਿਆ ਜਾਂਦਾ ਹੈਗਾ ਮਨਸਬਦਾਰੀ ਪ੍ਰਣਾਲੀ। ਤਾਂ ਮਨਸਬਦਾਰੀ ਪ੍ਰਣਾਲੀ ਦੇ ਵਿੱਚ ਜਾਤ, ਸਵਾਰ, ਚਿਹਰਾ, ਮਤਲਬ ਇਸ ਤਰ੍ਹਾਂ ਦੇ ਹੈਗੇ ਸੀਗੇ ਕੰਸੈਪਟ ਉਹਦੇ ਵਿੱਚ। ਤਾਂ ਜਾਤ ਹੈਗਾ ਸੀ, ਸਵਾਰ ਵੀ ਸੀ, ਚਿਹਰਾ ਵੀ ਸੀਗਾ, ਪਰ ਇਕਤਾ ਨਹੀਂ ਸੀ। ਇਕਤਾ ਇੱਕ ਅਲੱਗ ਪ੍ਰਣਾਲੀ ਸੀ ਜਿਹੜੀ ਇਲਤੁਤਮਿਸ਼ ਨੇ ਬਣਾਈ ਸੀ, ਤਾਂ ਇਹਦਾ ਆਨਸਰ ਹੋਊਗਾ ਜੀ ਡੀ। 89 ਨੰਬਰ ਕੁਐਸਚਨ ਦੇਖਦੇ ਹਾਂ। ਮੁਗਲਾਂ ਅਧੀਨ ਸੂ ਅਫਸਰ ਜਿਹੜੇ ਗੁਪਤਚਰ ਹੁੰਦੇ ਸੀ ਉਹ ਕੀ ਕਿਹਾ ਜਾਂਦਾ ਸੀ ਉਹਨਾਂ ਨੂੰ? ਵਾਕਿਆ ਨਵੀਸ, ਬਰੀਦ, ਅਹਾਦੀਸ਼ ਜਾਂ ਅਮੀਰ ਈ ਉਮਦਾ? ਤਾਂ ਉਹਨੂੰ ਕਿਹਾ ਜਾਂਦਾ ਜੀ ਬਰੀਦ, ਬਰੀਦ ਦੇ ਨਾਮ ਨਾਲ ਜਿਹੜੇ ਸੀ ਉਹ ਬੁਲਾਏ ਜਾਂਦੇ ਸੀਗੇ। ਔਰੰਗਜ਼ੇਬ ਮਰਿਆ ਸੀ ਕਦੋਂ? ਮਰਿਆ ਸੀ, ਮੁੱਕਿਆ ਸੀ ਉਹ 1705, 1706, 1707 ਜਾਂ 1708 ਦੇ ਵਿੱਚ। 1707 ਦੇ ਵਿੱਚ ਇਹਦੀ ਮੌਤ ਹੋ ਗਈ ਸੀ। ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮਾ ਲਿਖਿਆ ਸੀ, ਤਾਂ ਉਹਨੂੰ ਪੜ੍ਹਨ ਤੋਂ ਬਾਅਦ ਉਹਦੀ ਮੌਤ ਹੋਈ, ਇਹ ਕਿਹਾ ਜਾਂਦਾ ਹੈਗਾ। 91 ਨਿਜ਼ਾਮ ਉਲ ਮੁਲਕ ਉਰਫ ਅਸਫ ਜਾਹ ਦਾ ਨਿਰਮਾਣ ਕਿਸ ਰਾਜ? ਦੇਖੋ ਹੁਣ ਤੁਸੀਂ ਪੰਜਾਬੀ ਦੀ ਬਣਾ ਕੇ ਦੇਖੋਗੇ ਤਾਂ ਨਿਜ਼ਾਮ ਉਲ ਮੁਲਕ ਦਾ ਨਿਰਮਾਣ ਕਿਸ ਰਾਜ ਨੇ ਕੀਤਾ ਹੈ? ਹੁਣ ਕਿੱਥੇ ਦਾ ਹੋਣਾ ਚਾਹੀਦਾ ਵੀ ਨਿਜ਼ਾਮ ਉਲ ਮੁਲਕ ਨੇ ਕਿਸ ਰਾਜ ਦਾ ਨਿਰਮਾਣ ਕੀਤਾ ਨਾ? ਤਾਂ ਦੇਖੋ ਹੈ ਨਾ, ਜਦੋਂ ਇੰਗਲਿਸ਼ ਤੋਂ ਅਸੀਂ ਕਨਵਰਟ ਕਰਦੇ ਹਾਂ ਤਾਂ ਫਿਰ ਹੋਰ ਹੀ ਬਣ ਜਾਂਦਾ ਕੁਛ, ਹੈ ਨਾ। ਇਸ ਕਰਕੇ ਫਸਟ ਹੈ ਮੈਸੂਰ, ਅਵਧ, ਬੰਗਾਲ ਜਾਂ ਫਿਰ ਹੈਦਰਾਬਾਦ? ਤਾਂ ਉਹਨੇ ਸਥਾਪਨਾ ਕੀਤੀ ਸੀ ਹੈਦਰਾਬਾਦ, ਨਾ ਕਿ ਹੈਦਰਾਬਾਦ ਨੇ ਨਿਜ਼ਾਮ ਉਲ ਮੁਲਕ ਦੀ ਸਥਾਪਨਾ ਕੀਤੀ ਹੈ, ਯਾਦ ਰੱਖਿਓ ਇਹ, ਠੀਕ ਹੈ। ਤਾਂ ਹੈਦਰਾਬਾਦ ਰਿਆਸਤ ਦੀ ਸਥਾਪਨਾ ਕੀਤੀ, ਜਿਹੜੀ ਬਾਅਦ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿਹੜੀ ਰਿਆਸਤ ਉਹ ਬਣੀ ਹੈ, ਠੀਕ ਹੈ। ਤੇ ਜਦੋਂ ਅਸੀਂ ਆਜ਼ਾਦ ਹੋਏ ਤਾਂ ਸਭ ਤੋਂ ਵੱਡੀ ਰਿਆਸਤ ਮੰਨੀ ਜਾਂਦੀ ਸੀਗੀ, ਇਹਨੇ ਭਾਰਤ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਤਾ ਸੀ। ਵਾਸਕੋ ਡੀ ਗਾਮਾ ਕਦੋਂ ਆਇਆ ਸੀ? 1792, 1719, 1492, 1497, 1498 ਤੇ 1499। ਤਾਂ ਵਾਸਕੋ ਡੀ ਗਾਮਾ ਪਹੁੰਚਿਆ ਸੀ ਜੀ
ਕਾਲੀਗੜ੍ਹ ਦੀ ਬੰਦਰਗਾਹ ਤੇ 1498 ਦੇ ਵਿੱਚ। ਥਾਮਸਰੋ ਇਹ ਆਇਆ ਸੀ ਜੀ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਇਆ ਸੀ। ਇਹ ਕਦੋਂ ਆਇਆ ਸੀ? 1615 ਦੇ ਵਿੱਚ। ਤਾਂ ਇਹਦੀ ਨਾਗਰਿਕਤਾ ਦੱਸਣੀ ਹੈ। ਇਹ ਸਮਰਾਟ ਦੇ ਦੂਤ ਦੇ ਤੌਰ ਤੇ ਆਇਆ ਸੀ। ਇਹ ਇਟਲੀ ਪੁਰਤਗਾਲ ਦਾ ਸੀ, ਇਹ ਬ੍ਰਿਟਿਸ਼ ਸੀਗਾ ਜਾਂ ਫਿਰ ਸਪੈਨਿਸ਼। ਤਾਂ ਇਹਦਾ ਆਨਸਰ ਆਊਗਾ ਜੀ ਇਹ ਇੰਗਲੈਂਡ ਦਾ ਸੀ, ਬ੍ਰਿਟਿਸ਼ਨ ਸੀਗਾ ਇਹ। 94 ਨੰਬਰ ਕੁਐਸਚਨ ਦੇਖਦੇ ਹਾਂ। ਫੋਰਟ ਵਿਲੀਅਮ ਦਾ ਨਿਰਮਾਣ ਇਸ ਸ਼ਹਿਰ ਦੇ ਵਿੱਚ ਕੀਤਾ ਗਿਆ ਸੀ। ਫੋਰਟ ਵਿਲੀਅਮ ਜਿਹੜਾ ਕਿਲਾ ਬਣਾਇਆ ਗਿਆ ਸੀ, ਫੋਰਟ ਵਿਲੀਅਮ। ਠੀਕ ਹੈ, ਤਾਂ ਸਾਰੇ ਆਨਸਰ ਦਿਆ ਕਰੋ ਵੀ ਸਾਰੇ। ਕੁਛ ਕੁ ਤੁਸੀਂ ਆਨਸਰ ਦਿੰਦੇ ਹੋ, ਸਾਰੇ ਆਨਸਰ ਦਿਆ ਕਰੋ ਇਹਦਾ। 2-4 ਬੰਦੇ ਆਨਸਰ ਦਿੰਦੇ ਹੁੰਦੇ ਨੇ ਇਹਦਾ। ਫੋਰਟ ਵਿਲੀਅਮ ਦਾ ਨਿਰਮਾਣ ਇਸ ਸ਼ਹਿਰ ਦੇ ਵਿੱਚ ਕੀਤਾ ਗਿਆ ਸੀ। ਵੈਲਿੰਗਟਨ ਦੇ ਵਿੱਚ, ਮਦਰਾਸ ਦੇ ਵਿੱਚ, ਬੰਬਈ ਦੇ ਵਿੱਚ ਜਾਂ ਫਿਰ ਕਲਕੱਤੇ ਦੇ ਵਿੱਚ। ਤਾਂ ਇਹਦਾ ਆਨਸਰ ਆਊਗਾ ਜੀ ਕਲਕੱਤਾ ਦੇ ਵਿੱਚ। ਕਲਕੱਤਾ ਦੇ ਵਿੱਚ ਫੋਰਟ ਵਿਲੀਅਮ ਦੀ ਸਥਾਪਨਾ ਕੀਤੀ ਗਈ ਸੀਗੀ। ਪਲਾਸੀ ਦੇ ਯੁੱਧ ਦੇ ਨਾਲ ਕੌਣ ਸੰਬੰਧਿਤ ਨਹੀਂ ਸੀ ਇਹਦੇ ਵਿੱਚੋਂ? ਠੀਕ ਹੈ, ਤਾਂ ਪਲਾਸੀ ਦਾ ਯੁੱਧ ਮੀਰ ਮਦਾਨ, ਮੀਰ ਜਾਫਰ ਜਾਂ ਮੋਹਨ ਲਾਲ ਜਾਂ ਹੈਦਰ ਅਲੀ। ਹੁਣ ਦੇਖੋ ਹੈਦਰ ਅਲੀ ਆਨਸਰ ਆਊਗਾ ਇਹਦਾ, ਕਿਉਂਕਿ ਹੈਦਰ ਅਲੀ ਦਾ ਜਿਹੜਾ ਸੰਬੰਧ ਸੀ ਉਹ ਸੀਗਾ ਮੈਸੂਰ ਦੇ ਨਾਲ। ਇਹ ਮੈਸੂਰ ਸ਼ਾਸਨ ਦੇ ਨਾਲ ਜੁੜਿਆ ਹੋਇਆ ਸੀਗਾ ਹੈਦਰ ਅਲੀ। 96 ਨੰਬਰ ਕਿਹੜਾ ਇਲਾਕਾ ਦੀਵਾਨੀ ਪ੍ਰਥਾ ਦਾ ਹਿੱਸਾ ਨਹੀਂ ਸੀ? ਅਤੇ ਹੁਣ ਦੀਵਾਨੀ ਪ੍ਰਥਾ ਨੂੰ ਅਸੀਂ ਕੀ ਮੰਨਦੇ ਹਾਂ? ਇੱਥੇ ਅਸੀਂ ਇਹਨੂੰ ਜੇ ਮੰਨੀਏ ਵੀ ਇਹ ਸੀਗੀ ਦੋਹਰੀ ਸ਼ਾਸਨ ਪ੍ਰਣਾਲੀ। ਦੋਹਰੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਸੀ ਬੰਗਾਲ ਦੇ ਵਿੱਚ। ਠੀਕ ਹੈ, ਤੇ ਬੰਗਾਲ ਦੇ ਵਿੱਚ ਫਿਰ ਬੰਗਾਲ ਵੀ ਆਉਂਦਾ ਸੀ, ਉਹਦਾ ਹਿੱਸਾ ਬਿਹਾਰ ਵੀ ਸੀ ਤੇ ਉੜੀਸਾ ਵੀ ਸੀਗਾ। ਅਵਧ ਨਹੀਂ ਸੀ ਇਹਦਾ ਹਿੱਸਾ। ਠੀਕ ਹੈ ਜੀ, ਇਹਦਾ ਆਨਸਰ ਆਊਗਾ ਜੀ ਅਵਧ। 97 ਨੰਬਰ ਕੁਐਸਚਨ ਸਥਾਈ ਵਿਵਸਥਾ ਜਾਂ ਸਥਾਈ ਬੰਦੋਬਸਤ ਜਿਹਨੂੰ ਅਸੀਂ ਕਹਿੰਦੇ ਨੇ ਪਰਮਾਨੈਂਟ ਸੈਟਲਮੈਂਟ ਕਹਿ ਦਿੰਦੇ ਆ। ਤਾਂ ਇਹ ਲਾਰਡ ਕਾਰਨਵਾਲਿਸ ਦੇ ਕਾਲ ਦੇ ਵਿੱਚ ਆਇਆ ਸੀ। 1757, 1793, 1799 ਜਾਂ 1818 ਦੇ ਵਿੱਚ। ਤਾਂ ਇਹਦੀ ਸ਼ੁਰੂਆਤ ਹੋਈ ਹੈ ਜੀ ਲਾਰਡ ਕਾਰਨਵਾਲਿਸ ਕਾਲ ਦੇ ਵਿੱਚ 1793 ਦੇ ਵਿੱਚ। 98 ਨੰਬਰ ਕੁਐਸਚਨ ਲਾਰਡ ਵੈਲਜ਼ਲੀ ਨੂੰ ਇਸ ਪਾਲਿਸੀ ਲਈ ਜਾਣਿਆ। ਲਾਰਡ ਵੈਲਜ਼ਲੀ ਜਿਹੜਾ ਸੀਗਾ ਉਹ 1798 ਦੇ ਵਿੱਚ ਗਵਰਨਰ ਜਨਰਲ ਬਣ ਕੇ ਆਇਆ ਸੀਗਾ। ਫੁੱਟ ਪਾਓ ਰਾਜ ਕਰੋ, ਦੁਰਵਰਤੋਂ ਦਾ ਮਤ, ਅਦੁੱਤੀ ਕਿਰਿਆਹੀਨਤਾ ਜਾਂ ਉਪਸੰਘੀ ਗਠਜੋੜ। ਠੀਕ ਹੈ, ਤਾਂ ਹੁਣ ਦੇਖੋ ਉਪਸੰਘੀ ਗਠਜੋੜ ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ ਵਰਡ ਹੈ ਨਾ, ਤਾਂ ਇੰਗਲਿਸ਼ ਦਾ ਦੇਖ ਲਓ। ਇਹਦਾ ਸਬਸਿਡਰੀ ਅਲਾਈਅੰਸ ਜਿਹੜਾ ਕੀਤਾ ਗਿਆ ਸੀਗਾ, ਜਿਹਨੂੰ ਅਸੀਂ ਸਹਾਇਕ ਸੰਧੀ ਨਾਮ ਨਾਲ ਜਾਣਦੇ ਹਾਂ। ਠੀਕ ਹੈ, ਸਹਾਇਕ ਸੰਧੀ। ਤੇ ਇਹ ਕੀਤੀ ਸੀ ਸਭ ਤੋਂ ਪਹਿਲਾਂ ਸਹਾਇਕ ਸੰਧੀ 1798 ਦੇ ਵਿੱਚ, ਸ਼ਾਇਦ ਹੈਦਰਾਬਾਦ ਰਾਜਧਾਨੀ ਕੀਤੀ ਸੀ ਇਹ। 99 ਪੰਜਾਬ ਤੇ ਚੜ੍ਹਾਈ ਕੀਤੀ ਗਈ ਸੀ ਜਾਂ ਪੰਜਾਬ ਨੂੰ ਮਿਲਾਇਆ ਗਿਆ ਸੀ ਕਿਹਦੇ ਵੱਲੋਂ? ਲਾਰਡ ਹਾਰਡਿੰਗ ਨੇ, ਲਾਰਡ ਡਲਹੌਜੀ ਨੇ, ਹੈਨਰੀ ਲਾਰੈਂਸ ਨੇ ਜਾਂ ਫਿਰ ਚਾਰਲਸ ਕੈਨਿੰਗ ਦੁਆਰਾ। ਲਾਰਡ ਕੈਨਿੰਗ ਦੁਆਰਾ। ਤੇ ਇਹਦਾ ਆਨਸਰ ਆਊਗਾ ਲਾਰਡ ਡਲਹੌਜੀ ਨੇ 29 ਮਾਰਚ 1849 ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਸੀ। 100 ਨੰਬਰ ਕੁਐਸਚਨ ਦੇਖਦੇ ਹਾਂ। ਮੇਰਠ ਵਿੱਚ ਵਿਦਰੋਹ ਕਦੋਂ ਆਰੰਭ ਹੋਇਆ ਸੀ? 10 ਮਈ 1857, 11 ਮਈ ਨੂੰ ਜਾਂ 12 ਮਈ ਨੂੰ ਜਾਂ ਫਿਰ 13 ਮਈ ਨੂੰ। ਤਾਂ ਮੇਰਠ 'ਚ ਵਿਦਰੋਹ ਦੀ ਜਿਹੜੀ ਸ਼ੁਰੂਆਤ ਹੋਈ ਹੈ ਜੀ ਉਹ ਹੋਈ ਸੀ 10 ਮਈ 1857 ਨੂੰ। ਕਿਹੜੀ ਆਰਮੀ ਨੇ 1857 ਦੇ ਵਿਸ਼ਾਲ ਵਿਦਰੋਹ ਦੀ ਤਸਦੀਕ ਕੀਤੀ ਸੀਗੀ? ਵਿਚ ਆਰਮੀ ਵਿਟਨੈਸ ਦਾ ਮੇਜਰ ਰਿਵੋਲਟ ਇਨ 1858। ਤਾਂ ਇਹਦਾ ਆਨਸਰ ਹੋਊਗਾ ਜੀ ਮਦਰਾਸ ਆਰਮੀ। 102 ਨੰਬਰ ਕੁਐਸਚਨ ਦੇਖਦੇ ਹਾਂ। ਸਤੀ ਪ੍ਰਥਾ ਦੇ ਵਿਰੁੱਧ ਕਿਸ ਨੇ ਚੁਸਤੀ ਨਾਲ ਕੰਮ ਕੀਤਾ ਹੈ? ਮਤਲਬ ਸਤੀ ਪ੍ਰਥਾ ਦੇ ਖਿਲਾਫ ਕਿਹਨੇ ਆਵਾਜ਼ ਉਠਾਈ ਸੀ? ਕਿਉਂਕਿ ਇਹਨਾਂ ਦੇ ਭਰਾ ਦੀ ਮੌਤ ਤੋਂ ਬਾਅਦ ਇਹਨਾਂ ਦੀ ਭਰਜਾਈ ਨੂੰ ਵੀ ਸਤੀ ਹੋਣਾ ਪੈ ਗਿਆ ਸੀਗਾ। ਤਾਂ ਡੈਰੇਜ਼ੀਓ ਇੱਕ ਯੰਗ ਸੀਗਾ, ਇੰਗਲੈਂਡ ਦਾ ਸੀ ਬੰਦਾ ਇਹ। ਤਾਂ ਇਹਨੇ ਵੀ ਕਾਫੀ ਸੋਸ਼ਲ ਕੰਮ ਕੀਤੇ ਸੀਗੇ। ਛੋਟੀ ਉਮਰ ਦੇ ਵਿੱਚ ਇਹਦੀ ਮੌਤ ਹੋ ਗਈ ਸੀਗੀ। ਸਵਾਮੀ ਦਇਆਨੰਦ, ਰਾਜਾ ਰਾਮ ਮੋਹਨ ਰਾਏ, ਰਵਿੰਦਰਨਾਥ ਟੈਗੋਰ। ਤਾਂ ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਦੁਆਰਾ ਹੀ 1829 ਦੇ ਵਿੱਚ ਸਤੀ ਪ੍ਰਥਾ ਦੇ ਉੱਪਰ ਪਾਬੰਦੀ ਲਾਈ ਗਈ ਸੀ ਲਾਰਡ ਵਿਲੀਅਮ ਬੈਂਟਿੰਗ ਦੇ ਕਾਲ ਦੇ ਵਿੱਚ। 103 ਨੰਬਰ ਕੁਐਸਚਨ ਦੇਖ ਲੈਣੇ ਆਪਾਂ। ਦਵਿੰਦਰਨਾਥ ਟੈਗੋਰ ਨੇ ਕਿਹਦੀ ਸ਼ੁਰੂਆਤ ਕੀਤੀ ਸੀ ਇਹਦੇ ਵਿੱਚ? ਆਤਮੀਆ ਸਭਾ, ਤੱਤ ਬੋਧਨੀ ਸਭਾ, ਬ੍ਰਹਮੋ ਸਮਾਜ ਦੀ ਜਾਂ ਫਿਰ ਆਰੀਆ ਸਮਾਜ ਦੀ। ਤਾਂ ਇਹਦਾ ਆਨਸਰ ਆਊਗਾ ਜੀ ਤੱਤ ਬੋਧਨੀ ਸਭਾ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਕਿਹਨੇ ਕੀਤੀ ਸੀ? ਉਹ ਔਰ ਦਵਿੰਦਰਨਾਥ, ਨਾਟ ਰਵਿੰਦਰਨਾਥ ਟੈਗੋਰ, ਦਵਿੰਦਰਨਾਥ ਟੈਗੋਰ। 104 ਨੰਬਰ ਕੁਐਸਚਨ ਸਵਾਮੀ ਦਇਆਨੰਦ ਦੇ ਕੰਮ ਦੱਸੋ। ਮਤਲਬ ਉਹਨਾਂ ਨੇ ਰਚਨਾ ਕੀਤੀ ਸੀ ਕਿਸ ਚੀਜ਼ ਦੀ ਰਚਨਾ? ਕੰਮ ਤਾਂ ਉਹਨਾਂ ਦੇ ਬਹੁਤ ਸੀਗੇ ਹਨਾ। ਤਾਂ ਆਈਡੈਂਟੀਫਾਈ ਦਾ ਵਰਕ ਆਫ ਸਵਾਮੀ ਦਇਆਨੰਦ ਹਨਾ। ਤਾਂ ਇਹਨਾਂ ਦੇ ਕੰਮ ਦੱਸਣੇ ਨੇ ਸਤ ਪ੍ਰਕਾਸ਼, ਮਹਿਮਾ ਪ੍ਰਕਾਸ਼। ਇਹ ਪੁਸਤਕਾਂ ਨੇਗੀਆਂ। ਤਾਂ ਇਹ ਇਹਨਾਂ ਦੀ ਰਚਨਾ, ਇਹਨਾਂ ਵਿੱਚੋਂ ਸਵਾਮੀ ਦਇਆਨੰਦ ਨੇ ਕਿਹਦੀ ਰਚਨਾ ਕੀਤੀ ਹੈ? ਸਤਿਆਰਥ ਪ੍ਰਕਾਸ਼, ਮਹਾਨ ਕੋਸ਼। ਇਹਨਾਂ ਨੇ ਰਚਨਾ ਕੀਤੀ ਹੈ ਸਤਿਆਰਥ ਪ੍ਰਕਾਸ਼ ਦੀ। ਕਾਫੀ ਮਹੱਤਵਪੂਰਨ ਪੁਸਤਕ ਹੈ ਇਹ ਸਤਿਆਰਥ ਪ੍ਰਕਾਸ਼। 105 ਨੰਬਰ ਦੇਖਦੇ ਹਾਂ। ਅਲੀਗੜ੍ਹ ਲਹਿਰ ਦੇ ਨਾਲ ਕੌਣ ਜੁੜਿਆ ਹੈ? ਮੁਸਲਿਮ ਸੁਧਾਰ ਲਹਿਲਵੀ ਨੂੰ ਆਖ ਦਿੰਦੇ ਅਸੀਂ। ਸਈਅਦ ਅਹਿਮਦ ਖਾਨ, ਬਹਾਦਰ ਸ਼ਾਹ ਜ਼ਫਰ, ਅਲਾਮਾ ਇਕਬਾਲ, ਅਹਿਮਦ ਸ਼ਾਹ ਬਰੈਲਵੀ।
ਇਹਦਾ ਆਨਸਰ ਆਊਗਾ ਜੀ ਸੈयद ਅਹਿਮਦ ਖਾਨ। ਸਰ ਸੈयद ਅਹਿਮਦ ਖਾਨ ਇਹਦੇ ਨਾਲ ਜੁੜੇ ਹੋਏ ਸੀਗੇ। ਇਹਨਾਂ ਨੇ ਕਾਫੀ ਮੁਸਲਿਮ ਸੁਧਾਰਾਂ ਦੇ ਲਈ ਕਾਫੀ ਕੰਮ ਕੀਤਾ ਸੀਗਾ। 106 ਨੰਬਰ ਕੁਐਸਚਨ, PR ਅੰਬੇਦਕਰ ਕਿਸ ਖੇਤਰ ਦੇ ਨਾਲ ਸੰਬੰਧਿਤ ਸੀਗੇ? ਇਹਦੇ ਵਿੱਚੋਂ ਬੰਗਾਲ ਦੇ ਨਾਲ, ਗੁਜਰਾਤ ਦੇ ਨਾਲ, ਮਹਾਰਾਸ਼ਟਰ ਜਾਂ ਫਿਰ ਪੰਜਾਬ ਦੇ ਨਾਲ। ਡਾਕਟਰ BR ਅੰਬੇਦਕਰ ਜਿਹੜੇ ਸੀਗੇ ਬੇਸਿਕਲੀ ਇਹ ਸੰਬੰਧਿਤ ਸੀਗੇ ਮਹਾਰਾਸ਼ਟਰ ਤੋਂ। ਆਨਸਰ ਤਾਂ ਵੈਸੇ ਇਹਦਾ ਬਣੂਗਾ ਜੀ B ਆਨਸਰ। ਪਰ ਇਹਨਾਂ ਦੀ ਚੋਣ ਜਿਹੜੀ ਕੀਤੀ ਗਈ ਸੀ ਉਹ ਇੱਕ ਵਾਰੀ ਪੱਛਮੀ ਬੰਗਾਲ ਪੂਰਬੀ ਬੰਗਾਲ ਤੋਂ ਕੀਤੀ ਗਈ ਸੀ, ਪਰ ਪੂਰਬੀ ਬੰਗਾਲ ਜਦੋਂ ਪਾਕਿਸਤਾਨ ਵਾਲੇ ਇਲਾਕੇ ਚਲਾ ਗਿਆ ਸੀ ਤਾਂ ਫਿਰ ਇਹਨਾਂ ਦੀ ਚੋਣ ਜਿਹੜੀ ਸੀ ਮਹਾਰਾਸ਼ਟਰੀ ਸੀਟ ਤੋਂ, ਪੁਣੇ ਦੀ ਸੀਟ ਤੋਂ ਕੀਤੀ ਗਈ ਸੀਗੀ, ਉਹ ਬੰਬੇ ਪ੍ਰੈਜ਼ੀਡੈਂਸੀ ਤੋਂ। 107 ਨੰਬਰ ਕੁਐਸਚਨ, ਹਫਤਾਵਾਰ ਮੂਕ ਨਾਇਕ ਦੀ ਸਥਾਪਨਾ ਕਿਹਨੇ ਕੀਤੀ ਸੀ? ਮੂਕ ਨਾਇਕ ਇੱਕ ਵੀਕਲੀ ਪੱਤਰਿਕਾ ਸੀਗੀ। ਜੋਤੀਬਾ ਫੁੱਲੇ, ਮਹਾਤਮਾ ਗਾਂਧੀ, ਸ਼ਿਆਜੀ ਰਾਓ ਦੁਆਰਾ, ਮਹਾਰਾਜਾ ਜਾਂ BR ਅੰਬੇਦਕਰ? ਤਾਂ ਇਹਦੀ ਸਥਾਪਨਾ ਹੋਈ ਸੀ ਜੀ BR ਅੰਬੇਦਕਰ ਨੇ ਸਥਾਪਨਾ ਕੀਤੀ ਸੀ ਇਹਦੀ। 108 ਨੰਬਰ ਕੁਐਸਚਨ, ਭਾਰਤੀ ਨੈਸ਼ਨਲ ਕਾਂਗਰਸ ਦਾ ਪਹਿਲਾ ਸੰਮੇਲਨ ਕਿੱਥੇ ਹੋਇਆ ਸੀ? ਬਨਾਰਸ। ਹੁਣ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਹੈ? 1885 ਦੇ ਵਿੱਚ ਹੋਈ ਹੈ। ਤਾਂ ਪਹਿਲਾ ਸੰਮੇਲਨ ਕਿੱਥੇ ਹੋਇਆ? ਬੰਬੇ ਦੇ ਵਿੱਚ, ਮਦਰਾਸ, ਕਲਕੱਤਾ ਜਾਂ ਬਨਾਰਸ? ਤਾਂ ਇਹਦਾ ਆਨਸਰ ਆਊ ਜੀ 1885 ਦੇ ਪਹਿਲਾ ਸੰਮੇਲਨ ਜਿਹੜਾ ਹੋਇਆ ਸੀ ਉਹ ਬੰਬੇ ਦੇ ਵਿੱਚ ਹੋਇਆ ਸੀ। 109 ਨੰਬਰ ਕੁਐਸਚਨ, ਭਾਰਤ ਵਿੱਚ ਡਰੇਨ ਸਿਧਾਂਤ, ਡਰੇਨ ਆਫ ਵੈਲਥ ਦਾ ਜਿਹੜਾ ਸਿਧਾਂਤ ਹੈਗਾ ਤਾਂ ਉਹ ਦਿੱਤਾ ਕਿਹਨੇ ਸੀ ਜਾਂ ਉਹਦੇ ਕਰਕੇ ਕੌਣ ਜਾਣਿਆ ਜਾਂਦਾ ਹੈ? ਰਾਜਾ ਰਾਮ ਮੋਹਨ ਰਾਏ, RC ਦੱਤ, ਦਾਦਾ ਭਾਈ ਨਰੋਜੀ ਜਾਂ ਫਿਰ AO ਹਿਊਮ? ਤਾਂ ਜਿਹੜਾ ਡਰੇਨ ਆਫ ਵੈਲਥ ਦਾ ਮਤਲਬ ਕਿਸੇ ਵੀ ਦੋਹਰੀ ਲੁੱਟ ਕੀਤੀ ਜਾ ਰਹੀ ਹੈ, ਭਾਰਤ ਦਾ ਪੈਸਾ ਬਾਹਰ ਭੇਜਿਆ ਜਾ ਰਿਹਾ, ਤਾਂ ਇਹ ਸਿਧਾਂਤ ਕੀ ਦਿੱਤਾ ਸੀ? ਤੇ ਆਊਗਾ ਜੀ ਆਨਸਰ ਇਹਦਾ ਦਾਦਾ ਭਾਈ ਨਰੋਜੀ ਦੁਆਰਾ। ਕਾਮਾਗਾਟਾ ਮਾਰੂ, ਪੰਜਾਬ ਦੇ ਫਿਰ ਚੱਲ ਪਏ ਕੁਐਸਚਨ। ਕਾਮਾਗਾਟਾ ਮਾਰੂ ਜਿਹੜਾ ਜਹਾਜ਼ ਸੀਗਾ ਕਿੱਥੋਂ ਦਾ ਸੀ? ਜਾਪਾਨੀ ਸੀ, ਕੈਨੇਡੀਅਨ ਸੀ, ਬ੍ਰਿਟਿਸ਼ ਸੀਗਾ ਜਾਂ ਫਿਰ ਕੋਰੀਆ ਦਾ ਸੀਗਾ? ਤਾਂ ਕਾਮਾਗਾਟਾ ਮਾਰੂ ਬਾਬਾ ਗੁਰਦਿੱਤ ਸਿੰਘ ਨੇ ਜਹਾਜ਼ ਕਿਰਾਏ ਤੇ ਲਿਆ ਸੀ, ਤਾਂ ਇਹ ਜਾਪਾਨ ਦਾ ਇੱਕ ਜਹਾਜ਼ ਸੀ ਜਿਹਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਬਾਅਦ ਦੇ ਵਿੱਚ, ਠੀਕ ਹੈ। ਤਾਂ ਜਾਪਾਨ ਤੋਂ ਲਿਆ ਸੀ ਇਹ ਜਹਾਜ਼ ਇਹਨਾਂ ਨੇ। 111 ਨੰਬਰ ਕੁਐਸਚਨ ਦੇਖ ਲੈਣੇ ਆਪਾਂ, ਗਦਰ ਲਹਿਰ ਦੇ ਨਾਲ ਕੌਣ ਜੁੜਿਆ ਹੋਇਆ ਸੀ ਇਹਨਾਂ ਚੋਂ? ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ, ਦਿਆਲ ਸਿੰਘ ਮਜੀਠੀਆ ਜਾਂ ਫਿਰ ਮਦਨ ਲਾਲ ਢੀਂਗਰਾ? ਤਾਂ ਇਹਦੇ ਵਿੱਚੋਂ ਗਦਰ ਲਹਿਰ ਦੇ ਨਾਲ ਜੁੜੇ ਹੋਏ ਸੀ ਜੀ ਕਰਤਾਰ ਸਿੰਘ ਸਰਾਭਾ, ਠੀਕ ਹੈ ਜੀ। ਇਹਨੂੰ ਛੋਟੀ ਉਮਰ ਦੀ ਫਾਂਸੀ ਦੇ ਦਿੱਤੀ ਗਈ ਸੀਗੀ। ਬਾਰਾਂ ਨੰਬਰ ਕੁਐਸਚਨ, ਇਹ ਵੀ ਪੰਜਾਬ ਦਾ ਹੈ। ਅਪ੍ਰੈਲ 1919 ਦੇ ਵਿੱਚ ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ, ਪੰਜਾਬ ਦਾ ਲੈਫਟੀਨੈਂਟ ਗਵਰਨਰ ਕੌਣ ਸੀ? ਜਨਰਲ ਡਾਇਰ, ਡੈਜ਼ਨੀਲ ਇਬੈਟਸਨ, ਮਾਈਕਲ ਅਡਵਾਇਰ ਜਾਂ ਮੈਲਕੋਲਮ ਹੈਲੀ? ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਜੀ ਮਾਈਕਲ ਅਡਵਾਇਰ, ਠੀਕ ਹੈ, ਜਿਹਦੀ ਹੱਤਿਆ ਬਾਅਦ ਦੇ ਵਿੱਚ ਕਰੀ ਸੀ 1940 ਦੇ ਵਿੱਚ ਸ਼ਹੀਦ ਊਧਮ ਸਿੰਘ ਨੇ। 113 ਨੰਬਰ ਕੁਐਸਚਨ, ਕਿਸ ਨੇ ਜਲਿਆਂਵਾਲੇ ਬਾਗ ਦੇ ਨਰਸੰਹਾਰ ਨੂੰ ਪ੍ਰਤੀਕੂਲ ਅਤੇ ਸੋਚਿਆ ਵਿਚਾਰਿਆ ਨਰਸੰਹਾਰ ਗਿਆ ਸੀ? ਕਿ ਇਹ ਇੱਕ ਅੰਗਰੇਜ਼ ਹੋਇਆਗਾ। ਚਲੋ ਤੁਹਾਨੂੰ ਕੁਐਸਚਨ ਤੋਂ ਆਨਸਰ ਦਾ ਪਤਾ ਲੱਗ ਗਿਆ ਹੋਣਾ, ਅੰਗਰੇਜ਼ ਹੋਇਆਗਾ। ਤੇ ਇਹ ਆਨਸਰ ਆਊਗਾ ਇਹਦਾ CF ਐਂਡਰਿਊ। ਇਹ ਮਹਾਤਮਾ ਗਾਂਧੀ ਦਾ ਤੇ ਜਵਾਹਰ ਲਾਲ ਨਹਿਰੂ ਦਾ ਇੱਕ ਖਾਸ ਮਿੱਤਰ ਸੀਗਾ। ਤਾਂ ਇਹਨੇ ਕਹਿੰਦਾ ਸੀ ਵੀ ਜਲਿਆਂਵਾਲੇ ਬਾਗ ਦਾ ਜਿਹੜਾ ਸਾਕਾ ਸੀਗਾ ਉਹ ਇੱਕ ਸੋਚਿਆ ਹੋਇਆ, ਠੀਕ ਹੈ, ਮਤਲਬ ਉਹਨੂੰ ਸੋਚ ਵਿਚਾਰ ਕੇ ਕੀਤਾ ਗਿਆ, ਨਾ ਕਿ ਉਹ ਭੁੱਲ ਚੁੱਕ ਹੋਈ ਹੈ, ਹਨਾ। ਤਾਂ ਇਹ CF ਐਂਡਰੂ ਦੁਆਰਾ ਕਿਹਾ ਗਿਆ ਸੀ। 114 ਨੰਬਰ ਕੁਐਸਚਨ, ਹੇਠਾਂ ਦਿੱਤਿਆਂ ਵਿੱਚੋਂ ਕੌਣ ਪੰਜਾਬ ਦੇ ਨਾਲ ਸੰਬੰਧ ਰੱਖਦਾ ਸੀ? ਡਾਕਟਰ ਸਤਪਾਲ, ਡਾਕਟਰ ਸੈਫੂਦੀਨ ਖਿਲਚੀ ਨੇ ਕਿਚਲੂ ਇਹ, BC ਪਾਲ, ਦੋਵੇਂ A ਤੇ C? ਤਾਂ ਡਾਕਟਰ ਸਤਪਾਲ ਤੇ ਸੈਫੂਦੀਨ ਕਿਚਲੂ, ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਫਿਰ ਜਲਿਆਂਵਾਲੇ ਬਾਗ ਦੇ ਵਿੱਚ ਲੋਕਾਂ ਨੇ ਇਕੱਠ ਕੀਤਾ ਸੀਗਾ। 115 ਨੰਬਰ ਕੁਐਸਚਨ, ਅਸਹਿਯੋਗ ਅੰਦੋਲਨ ਕਦੋਂ ਸ਼ੁਰੂ ਕੀਤਾ ਗਿਆ ਸੀ? 1 ਅਪ੍ਰੈਲ 2021, 1 ਅਗਸਤ 20 ਦੇ ਵਿੱਚ ਜਾਂ ਫਿਰ 1 ਅਗਸਤ 1921 ਦੇ ਵਿੱਚ? ਤਾਂ ਇਹਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਜੀ ਉਹ 1 ਅਗਸਤ 1920 ਤੋਂ ਕੀਤੀ ਗਈ ਸੀਗੀ। ਡਾਂਡੀ ਮਾਰਚ ਦਾ ਧੁਰਾ ਕੀ ਸੀ? ਭੂਮੀ ਆਮਦਨ, ਨੀਲ, ਖਾਦੀ ਜਾਂ ਫਿਰ ਨਮਕ? ਹੁਣ ਜਿਹੜਾ ਡਾਂਡੀ ਮਾਰਚ ਚਲਾਇਆ ਗਿਆ ਸੀਗਾ ਤਾਂ ਉਹ ਮੇਨ ਨਮਕ ਅੰਦੋਲਨ ਵੀ ਇਹਨੂੰ ਆਖ ਦਿੰਦੇ ਅਸੀਂ ਵੀ ਇੱਥੇ ਅਸੀਂ ਕੀ ਕਰਨਾ ਹੈ। ਗਾਂਧੀ ਨੇ ਜਿਹੜਾ ਸੀਗਾ ਡਾਂਡੀ ਤੋਂ ਸ਼ੁਰੂ ਕੀਤਾ ਸੀ ਤੇ ਮਤਲਬ ਨਮਕ ਜਿਹੜਾ ਸੀਗਾ ਜਾ ਕੇ ਬਣਾ ਕੇ ਫਿਰ ਨਮਕ ਕਾਨੂੰਨ ਨੂੰ ਤੋੜਿਆ ਸੀਗਾ। 117 ਨੰਬਰ ਕੁਐਸਚਨ, ਭਾਰਤ ਛੱਡੋ ਜਿਹੜਾ ਮਤਾ ਸੀ ਅੰਦੋਲਨ ਜਿਹੜਾ ਸਟਾਰਟ ਕੀਤਾ ਸੀ ਉਹਦਾ ਮਤਾ ਕਦੋਂ ਪਾਸ ਹੋਇਆ ਸੀਗਾ? ਤਾਂ ਉਹਦਾ ਮਤਾ ਹੋਇਆ ਸੀ ਜੀ 8 ਅਗਸਤ 42, 9 ਅਗਸਤ 1942, 10 ਅਗਸਤ ਜਾਂ ਫਿਰ 11 ਅਗਸਤ? ਕਾਫੀ ਕਲੋਜ਼ ਆਪਸ਼ਨਾਂ ਨੇ ਦਿੱਤੀਆਂ ਹੋਈਆਂ ਨੇਗੀਆਂ। ਤਾਂ ਇਹਦਾ ਆਨਸਰ ਆਊਗਾ ਜੀ ਮਤਾ ਪਾਸ ਹੋਇਆ ਸੀਗਾ 8 ਅਗਸਤ 1942 ਨੂੰ। ਤੇ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਹੋਇਆਗਾ? ਉਹ 9 ਅਗਸਤ ਤੋਂ ਸ਼ੁਰੂ ਹੁੰਦਾ ਹੈ। INA, ਠੀਕ ਹੈ। INA ਜਿਹੜਾ ਸੀਗਾ ਜਹਾਜ਼ ਸਾਡਾ, ਮਤਲਬ
ਸਾਡੀ ਨੇਵੀ ਦੇ ਨਾਲ ਜੁੜਿਆ ਹੋਇਆ ਇਹ ਨੌ ਸੈਨਾ ਦੇ ਨਾਲ। ਤਾਂ ਇਹਨਾਂ ਦੇ ਕੈਦੀਆਂ ਦੇ ਬਚਾਅ ਦੇ ਵਿੱਚ ਕੌਣ ਆਇਆ ਸੀਗਾ? ਤਾਂ ਇਹਨਾਂ ਵਿੱਚੋਂ ਵਕੀਲ ਕਿਹੜੇ ਸੀਗੇ? ਭੂਲਾ ਭਾਈ ਦੇਸਾਈ, ਜਵਾਹਰ ਲਾਲ ਨਹਿਰੂ ਜਾਂ ਟੀ.ਪੀ. ਸਪਰੂ ਤੇ ਫਿਰ ਸਾਰੇ। ਇਹਨਾਂ ਦੇ ਖਿਲਾਫ ਲਾਲ ਕਿਲੇ 'ਚ ਮਾਮਲਾ ਚਲਾਇਆ ਗਿਆ ਸੀ ਤਾਂ ਇਹ ਸਾਰੇ ਵਕੀਲਾਂ ਨੇ ਇਹਦੇ ਵਿੱਚ ਭਾਗ ਲਿਆ ਸੀਗਾ, ਇਸ ਕਰਕੇ ਆਨਸਰ ਆਊਗਾ ਇਹਦਾ ਡੀ। 119 ਨੰਬਰ ਕੁਐਸਚਨ ਦੇਖਦੇ ਹਾਂ। ਭਾਰਤ ਵਿੱਚ ਆਰਜੀ ਸਰਕਾਰ ਜਿਹੜੀ ਅੰਤਰਿਮ ਸਰਕਾਰ ਬਣਾਈ ਗਈ ਸੀਗੀ, ਉਹਦਾ ਜਿਹੜਾ ਹੈੱਡ ਸੀਗਾ ਉਹ ਕੌਣ ਸੀਗਾ? ਜਵਾਹਰ ਲਾਲ ਨਹਿਰੂ, ਸੀ ਰਾਜਗੋਪਾਲਚਾਰੀਆ, ਬੀ ਆਰ ਅੰਬੇਦਕਰ, ਐਸ ਪੀ ਮੁਖਰਜੀ। ਤਾਂ ਤੁਹਾਨੂੰ ਸਭ ਨੂੰ ਪਤਾ ਹੋਊਗਾ ਵੀ ਇਹਦੇ ਮੁਖੀ ਸੀਗੇ ਜੀ ਜਵਾਹਰ ਲਾਲ ਨਹਿਰੂ। 120 ਨੰਬਰ ਕੁਐਸਚਨ ਦੇਖ ਲੈਂਦੇ ਹਾਂ। ਭਾਰਤ ਵਿੱਚ ਲਾਰਡ ਵੈਵਲ ਤੋਂ ਬਾਅਦ ਵਾਇਸਰਾਏ ਕੌਣ ਬਣਿਆ ਸੀ? ਲਾਰਡ ਵੈਵਲ। ਜੈਟਲੈਂਡ, ਕ੍ਰਿਪਸ, ਐਟਲੀ। ਐਟਲੀ ਦਾ ਤਾਂ ਪ੍ਰਧਾਨ ਮੰਤਰੀ ਸੀਗਾ ਹਨਾ, ਤਾਂ ਆ ਹੀ ਨਹੀਂ ਸਕਦਾ ਹੈਗਾ। ਲਾਰਡ ਕ੍ਰਿਪਸ ਮਿਸ਼ਨ ਦੇ ਵਿੱਚ ਆਇਆ ਸੀਗਾ। ਜੈਟਲੈਂਡ ਦਾ ਆਪਾਂ ਕਦੇ ਨਾਮ ਸੁਣਿਆ ਨਹੀਂ ਹੈਗਾ, ਤੇ ਇੱਕੋ ਹੀ ਰਹਿ ਗਿਆ ਫਿਰ ਕਿਹੜਾ ਜੀ, ਉਹ ਬਣਿਆ ਸੀ ਲਾਰਡ ਮਾਊਂਟਬੈਟਨ। ਠੀਕ ਹੈ, ਲਾਰਡ ਵੈਵਲ ਤੋਂ ਬਾਅਦ ਫਿਰ ਕੌਣ ਬਣਿਆ ਸੀ? ਲਾਰਡ ਮਾਊਂਟਬੈਟਨ ਬਣਿਆ ਸੀ। ਪਾਕਿਸਤਾਨ ਕਦੋਂ ਪਹੁੰਚਿਆ ਹੈ? 3 ਜੂਨ 1947 ਨੂੰ, 15 ਅਗਸਤ 1947 ਨੂੰ, 14 ਅਗਸਤ ਜਾਂ 26 ਅਗਸਤ 1947। ਤਾਂ ਪਾਕਿਸਤਾਨ ਹੋਣ ਦੇ ਵਿੱਚ ਆਇਆ ਸੀ ਜੀ 1947 ਨੂੰ। ਕਦੋਂ? 14 ਅਗਸਤ ਨੂੰ। ਸੁਤੰਤਰਤਾ ਸਮੇਂ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਉਸ ਟਾਈਮ ਮਹਾਤਮਾ ਗਾਂਧੀ ਕਿੱਥੇ ਸੀਗੇ? ਤਾਂ ਉਹ ਸੀਗੇ ਬੰਬੇ, ਕਲਕੱਤਾ, ਦਿੱਲੀ ਜਾਂ ਫਿਰ ਲਾਹੌਰ। ਤਾਂ ਉਹ ਸੀਗੇ ਜੀ ਕਲਕੱਤਾ ਦੇ ਵਿੱਚ। ਠੀਕ ਹੈ, ਤੇ ਉਦੋਂ ਪਹਿਲਾਂ ਦੰਗੇ ਦੁੰਗੇ ਹੋ ਗਏ ਸੀ ਬੰਗਾਲ ਦੇ ਵਿੱਚ, ਉਹਨੂੰ ਥੋੜਾ ਜਿਹਾ ਹੋ ਗਏ ਸੀ ਉਸ ਟਾਈਮ ਬੰਗਾਲ ਦੇ ਵਿੱਚ। ਤਾਂ ਉਸ ਟਾਈਮ ਕਿੱਥੇ ਸੀਗੇ? ਕਲਕੱਤਾ ਦੇ ਵਿੱਚ। 123 ਨੰਬਰ ਕੁਐਸਚਨ ਦੇਖਦੇ ਹਾਂ। ਭਾਰਤੀ ਨੈਸ਼ਨਲ ਕਾਂਗਰਸ ਨੇ 7 ਅਗਸਤ 1947 ਨੂੰ ਸੱਤਿਆਗ੍ਰਹਿ ਮੁਹਿੰਮ ਕਿੱਥੇ ਚਲਾਈ ਸੀਗੀ? ਤੇ ਉਹ 7 ਅਗਸਤ ਉਧਰੋਂ ਦੇਸ਼ ਨੂੰ ਆਜ਼ਾਦੀ ਹੋਣ ਵਾਲੀ ਹੈ ਤੇ ਇਧਰੋਂ ਸੱਤਿਆਗ੍ਰਹਿ ਮੁਹਿੰਮ ਚਲਾਈ ਜਾ ਰਹੀ ਹੈ। ਤਾਂ ਹੈਦਰਾਬਾਦ, ਪਟਿਆਲਾ, ਜੂਨਾਗੜ੍ਹ, ਜੰਮੂ ਕਸ਼ਮੀਰ ਦੇ ਵਿੱਚ। ਤਾਂ ਰਿਆਸਤਾਂ ਸੀਗੀਆਂ ਸਾਡੀਆਂ ਇਹ। ਤਾਂ ਇਹਨਾਂ ਨੇ ਚਲਾਈ ਸੀ ਜੀ ਹੈਦਰਾਬਾਦ ਦੇ ਵਿੱਚ। ਠੀਕ ਹੈ, ਕਿਉਂਕਿ ਜਿਹੜਾ ਹੈਦਰਾਬਾਦ ਦਾ ਨਿਜ਼ਾਮ ਸੀ ਉਹ ਕਿਸੇ ਵੀ ਤਰੀਕੇ ਨਾਲ ਜਿਹੜਾ ਮੰਨ ਨਹੀਂ ਰਿਹਾ ਸੀ ਭਾਰਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤਾਂ ਉੱਥੇ ਫਿਰ ਇਹਦੀ ਸ਼ੁਰੂਆਤ ਜਿਹੜੀ ਸੀ ਕਾਂਗਰਸ ਵੱਲੋਂ ਕੀਤੀ ਗਈ ਸੀਗੀ ਸੱਤਿਆਗ੍ਰਹਿ ਦੀ, ਤਾਂ ਹੈਦਰਾਬਾਦ ਦੇ ਵਿੱਚ ਹੋਈ ਸੀ। ਬੀਪੀ ਮੈਨਨ, ਕਾਫੀ ਮਤਲਬ ਇਹਨਾਂ ਬੰਦਿਆਂ ਦਾ ਯੋਗਦਾਨ ਰਿਹਾ ਹੈਗਾ ਅਲੱਗ-ਅਲੱਗ ਰਿਆਸਤਾਂ ਨੂੰ ਭਾਰਤ ਦੇ ਵਿੱਚ ਸ਼ਾਮਲ ਕਰਾਉਣ ਦੇ ਲਈ। ਤਾਂ ਉਹ ਕਿਹਦੇ ਸਕੱਤਰ ਸੀਗੇ? ਰਾਜਗੋਪਾਲਚਾਰੀਆ ਦੇ, ਪੰਡਿਤ ਨਹਿਰੂ ਦੇ, ਸਰਦਾਰ ਵੱਲਭ ਭਾਈ ਪਟੇਲ ਦੇ ਜਾਂ ਫਿਰ ਐਮ ਜਿਨਾ ਦੇ? ਤਾਂ ਇਹ ਸੀਗੇ ਜੀ ਸਰਦਾਰ ਵੱਲਭ ਭਾਈ ਪਟੇਲ ਦੇ। ਇਹਨਾਂ ਦੀ ਬਦੌਲਤ ਹੀ ਫਿਰ ਜਿਹੜਾ ਸੀਗਾ ਭਾਰਤ ਦੇ ਵਿੱਚ ਅਲੱਗ-ਅਲੱਗ ਰਿਆਸਤਾਂ ਨੂੰ ਸ਼ਾਮਲ ਕੀਤਾ ਗਿਆ ਸੀਗਾ। 125 ਨੰਬਰ ਕੁਐਸਚਨ ਦੇਖ ਲੈਂਦੇ ਹਾਂ। ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ, ਕਦੋਂ ਲਾਗੂ ਹੋਇਆ ਸੀ? ਤੁਹਾਨੂੰ ਪਤਾ ਇਹਦਾ 26 ਜਨਵਰੀ 1950 ਲਾਗੂ ਹੋਇਆ ਸੀਗਾ। ਬਣ ਕੇ ਤੋਂ ਕਦੋਂ ਤਿਆਰ ਹੋਇਆ? 26 ਨਵੰਬਰ 1949 ਨੂੰ ਤਿਆਰ ਹੋਇਆ ਸੀ ਤੇ ਲਾਗੂ 1950 ਚ ਕੀਤਾ ਹੈ। ਪੁਨਰ ਜਾਗਰਣ, ਹੁਣ ਇਹ ਆ ਗਈ ਜੀ ਵਰਲਡ ਜੀਓਗ੍ਰਾਫੀ ਦੇ ਕੁਐਸਚਨ। ਠੀਕ ਹੈ, ਤਾਂ ਇੱਥੇ ਕਾਫੀ ਸਾਰੇ ਕੁਐਸਚਨ ਦੇ ਵਿੱਚ ਪੁੱਛੇ ਗਏ ਸੀ। ਪੁਨਰ ਉਤਪਤੀ ਜਾਂ ਪੁਨਰ ਜਾਗਰਣ, ਰੈਨੇਸੈਂਸ ਜਿਹਨੂੰ ਬੋਲਦੇ ਨੇ ਅਸੀਂ, ਉਹਦੀ ਸ਼ੁਰੂਆਤ ਕਿੱਥੋਂ ਮੰਨੀ ਜਾਂਦੀ ਹੈ? ਜਰਮਨੀ ਤੋਂ, ਇੰਗਲੈਂਡ ਤੋਂ, ਫਰਾਂਸ ਤੋਂ ਜਾਂ ਫਿਰ ਇਟਲੀ ਤੋਂ? ਤਾਂ ਇਹਦਾ ਆਨਸਰ ਹੋਊਗਾ ਜੀ ਇਟਲੀ। ਇਟਲੀ ਤੋਂ ਰੈਨੇਸੈਂਸ ਦੀ ਸ਼ੁਰੂਆਤ ਮੰਨੀ ਜਾਂਦੀ ਹੈ, ਪੁਨਰ ਜਾਗਰਣ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਠੀਕ ਹੈ, ਜਿਹਦੇ ਵਿੱਚ ਨਵੇਂ-ਨਵੇਂ ਵਿਚਾਰਾਂ ਦੀ ਜਿਹੜੀ ਸੀ ਉਤਪਤੀ ਹੋਈ ਸੀਗੀ। ਮੋਨਾਲਿਜ਼ਾ ਇੱਕ ਪੇਂਟਿੰਗ ਹੈ। ਮੋਨਾਲਿਜ਼ਾ ਦੀ ਪੇਂਟਿੰਗ ਕਿਹਨੇ ਬਣਾਈ ਸੀਗੀ? ਮਾਈਕਲ ਐਂਗਲੋ, ਰਾਫੇਲ, ਲਿਨਾਰਡੋ ਦਾ ਵਿੰਚੀ ਜਾਂ ਫਿਰ ਮੈਕਾਵਲੀ? ਤੇ ਇਹਦਾ ਆਨਸਰ ਆਊਗਾ ਜੀ ਲਿਨਾਰਡੋ ਦਾ ਵਿੰਚੀ ਦੁਆਰਾ ਇਹਦੀ ਸਥਾਪਨਾ ਹੋਈ ਸੀ, ਜਿਹਦੀ ਨੂੰ ਬਣਾਇਆ ਗਿਆ ਸੀਗਾ। 128 ਨੰਬਰ ਕੁਐਸਚਨ ਦੇਖਦੇ ਹਾਂ। ਪੁਨਰ ਗਠਨ ਜਾਂ ਪੁਨਰ ਜਾਗਰਣ ਦੇ ਨਾਲ ਕੌਣ ਜੁੜਿਆ ਹੋਇਆ ਇਹਨਾਂ ਵਿੱਚੋਂ? ਇਸਾਕ ਨਿਊਟਨ, ਐਡਵਰਡ ਗਿਬਨ, ਇਮਾਇਲ ਕੌਂਟ ਜਾਂ ਮਾਰਟਿਨ ਲੂਥਰ? ਤੇ ਆਊਗਾ ਜੀ ਮਾਰਟਿਨ ਲੂਥਰ। ਜਰਮਨੀ ਦੇ ਰਹਿਣ ਵਾਲੇ ਸੀ ਇਹ ਮਾਰਟਿਨ ਲੂਥਰ। ਇਹਨਾਂ ਨੇ ਜਿਹੜੇ ਸੀ ਪੁਰਾਣੇ ਵਿਚਾਰ ਸੀ ਉਹਨਾਂ ਦਾ ਕਾਫੀ ਜ਼ਿਆਦਾ ਖੰਡਨ ਕੀਤਾ ਸੀ ਤੇ ਵੱਡੇ ਮੂਵਮੈਂਟ ਚਲਾਈ ਸੀ ਇੱਕ, ਤੇ ਇਸ ਕਰਕੇ ਇਹਨਾਂ ਨੂੰ ਪੁਨਰ ਜਾਗਰਣ ਦਾ ਪ੍ਰਵਰਤਕ ਹੀ ਮੰਨਿਆ ਜਾਂਦਾ ਹੈਗਾ। 129 ਨੰਬਰ ਕੁਐਸਚਨ। ਪੌਪ ਕਿਸ ਚਰਚ ਦੇ ਨਾਲ ਸੰਬੰਧਿਤ ਸੀਗਾ? ਕੈਥੋਲਿਕ, ਐਂਗਲੀਕਨ, ਮੈਥੋਡਿਸਟ ਜਾਂ ਕੈਲਵਿਨ? ਜਿਹੜੇ ਤਾਂ ਪ੍ਰੋਟੈਸਟੈਂਟ ਸੀਗੇ, ਠੀਕ ਹੈ ਜੀ, ਉਹਨਾਂ ਦੇ ਇੱਕ ਅਲੱਗ ਤੋਂ ਗਰੁੱਪ ਬਣਿਆ ਨਾ। ਜਿਹੜੇ ਪੌਪ ਸੀ ਉਹ ਪੁਰਾਣੇ ਵਿਚਾਰਾਂ ਦੇ ਸੀਗੇ, ਇਸ ਕਰਕੇ ਉਹ ਕਿਹਦੇ ਨਾਲ ਸੰਬੰਧਿਤ ਸੀਗੇ? ਕੈਥੋਲਿਕ ਚਰਚ ਦੇ ਨਾਲ ਸੰਬੰਧਿਤ ਸੀਗੇ ਉਹ। 130 ਨੰਬਰ ਕੁਐਸਚਨ। ਫ੍ਰੈਂਚ ਅੰਦੋਲਨ ਸਮੇਂ ਫਰਾਂਸ ਤੇ ਕੌਣ ਰਾਜ ਕਰਦਾ ਸੀ? ਜਦੋਂ 1799 ਦੇ ਵਿੱਚ ਫਰਾਂਸ ਦੀ ਕ੍ਰਾਂਤੀ ਹੋਈ ਹੈ ਤਾਂ ਉਸ ਟਾਈਮ ਕਿਹਦਾ ਰਾਜ ਸੀਗਾ? ਤਾਂ ਉਸ ਟਾਈਮ ਰਾਜ ਸੀਗਾ ਜੀ ਲੂਇਸ 14ਵਾਂ, ਇਹ 15ਵਾਂ, 16ਵਾਂ ਤੇ 16ਵੇਂ ਦਾ ਰਾਜ ਸੀ ਇੱਥੇ। ਠੀਕ ਹੈ, ਜਿਹਨੂੰ ਬਾਅਦ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਆਪਾਂ ਕੱਲ ਵੀ 2 ਦਿਨ ਪਹਿਲਾਂ ਗੱਲ ਕੀਤੀ ਸੀ ਇਹਦੇ ਬਾਰੇ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ। ਟੈਨਿਸ ਸੌ ਸੰਬੰਧਿਤ ਹੈ, ਤਾਂ ਟੈਨਿਸ ਸੌ ਕਿਹਦੇ ਨਾਲ ਸੰਬੰਧਿਤ ਹੈ? ਨੈਸ਼ਨਲ ਅਸੈਂਬਲੀ ਨਾਲ, ਫਰਾਂਸ ਦੇ ਵਿੱਚ ਹੀ ਇਹ, ਪਾਦਰੀ ਵਰਗ ਨਾਲ, ਕੁਲੀਨ ਤੰਤਰ ਦੇ ਨਾਲ ਜਾਂ ਫਿਰ ਉਪਭੋਗਤਾ ਵਿੱਚੋਂ ਕੋਈ ਨਹੀਂ। ਤਾਂ ਇਹਦਾ ਆਨਸਰ ਆਊਗਾ ਜੀ ਨੈਸ਼ਨਲ ਅਸੈਂਬਲੀ ਦੇ ਨਾਲ। 132 ਨੰਬਰ ਕੁਐਸਚਨ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਫ੍ਰੈਂਚ ਅੰਦੋਲਨ ਦੇ ਨਾਲ ਗੂੜਾ ਜੁੜਿਆ ਹੋਇਆ ਹੈ? ਠੀਕ ਹੈ, ਕਿਹੜਾ ਜੁੜਿਆ? ਪੈਰਿਸ, ਬੈਸਟਿਲ, ਵਰਸੈਲਜ਼ ਜਾਂ ਫਿਰ ਔਰਲੀਅਨ? ਹਾਂਜੀ, ਵਰਸਾਈ ਦੀ ਦੇਖੋ ਸੰਧੀ ਹੋਈ ਹੈ। ਠੀਕ ਹੈ ਜੀ, ਤੇ ਪੈਰਿਸ ਦਾ ਕੋਈ ਸੰਬੰਧ ਨਹੀਂ ਹੈਗਾ। ਤਾਂ ਹੋਊਗਾ ਜੀ ਇਹਦਾ ਬੈਸਟਾਈਲ।
ठीक है, ਬੈਸਟਾਈਲ, ਬੈਸਟ ਹੀ ਲਿਖਿਆ, ਬੈਸਟਾਈਲ ਆਊਗਾ। 133 ਨੰਬਰ, ਦਹਿਸ਼ਤ ਦੀ ਪ੍ਰਭੁਤਾ ਦੌਰਾਨ ਪ੍ਰਮੁੱਖ ਕੌਣ ਸੀ? ਦਹਿਸ਼ਤ ਦੀ, ਠੀਕ ਹੈ, ਜਦੋਂ ਬਹੁਤ ਸਾਰੇ ਲੋਕਾਂ ਨੂੰ ਕੈਦ ਕਰਕੇ ਰੱਖ ਲਿਆ ਗਿਆ ਸੀਗਾ, ਦਹਿਸ਼ਤ ਦੀ ਸੱਤਾ ਬਣੀ ਹੋਈ ਸੀ ਉਸ ਟਾਈਮ, ਤਾਂ ਦਹਿਸ਼ਤ ਦੀ ਸੱਤਾ ਦੇ ਦੌਰਾਨ ਜਿਹੜਾ ਹੈੱਡ ਸੀ ਕੌਣ ਸੀ? ਰੌਬਸਪੀਅਰ, ਵੋਲਟੇਅਰ, ਨੈਪੋਲੀਅਨ ਬੋਨਾਪਾਰਟ ਜਾਂ ਰੋਸੀਓ, ਠੀਕ ਹੈ। ਤਾਂ ਉਸ ਟਾਈਮ ਕੌਣ ਸੀਗਾ ਜਿਹੜਾ ਸੀਗਾ, ਇਹਦਾ ਆਨਸਰ ਆਊਗਾ ਸ਼ਾਇਦ, ਕਨਫਿਊਜ਼ ਆਉੜੇ ਨਾ, ਇਹਦਾ ਆਨਸਰ ਰੌਬਸਪੀਅਰ ਹੋਣਾ ਚਾਹੀਦਾ ਹੈ, ਰੌਬਸਪੀਅਰ ਆਊਗਾ ਇਹਦਾ ਆਨਸਰ, ਹਾਂਜੀ ਰੌਬਸਪੀਅਰ ਹੀ ਆਊਗਾ। 134 ਨੰਬਰ, ਨੈਪੋਲੀਅਨ ਬੋਨਾਪਾਰਟ ਨੇ ਮਤਲਬ ਇੰਪੋਰਟੈਂਸ, ਮਤਲਬ ਉਹਨੂੰ ਕਿੱਥੇ ਹਾਸਲ ਹੋਇਆ ਸੀਗਾ? ਦੀ ਥਰਡ ਸਟੇਟ 'ਚ, ਨੈਸ਼ਨਲ ਅਸੈਂਬਲੀ ਦੇ ਵਿੱਚ, ਨੈਸ਼ਨਲ ਕਨਵੈਨਸ਼ਨ ਜਾਂ ਡਾਇਰੈਕਟਰੀ ਦੇ ਵਿੱਚ। ਤਾਂ ਇਹਨੂੰ ਜਿਹੜਾ ਮਤ ਮਿਲਿਆ ਸੀ ਜ਼ਿਆਦਾ, ਉਹ ਮਿਲਿਆ ਸੀ ਦਾ ਡਾਇਰੈਕਟਰੀ ਦੇ ਵਿੱਚ। ਡਾਇਰੈਕਟਰੀ ਦੇ ਵਿੱਚ ਇਹਨੂੰ ਜਿਹੜੀ ਸੀ, ਇਹ ਤੋਂ ਬਾਅਦ ਦੇ ਵਿੱਚ ਉਹਨੇ ਪੂਰੇ ਫਰਾਂਸ ਦੇ ਉੱਪਰ ਰਾਜ ਕੀਤਾ ਹੈ। ਗਲੂਟਾਈਨ ਹੈ, ਗਿਲਟੀਨ ਨੇ, ਗਲੂਟਾਈਨ ਕਹਿ ਲਓ ਜਾਂ ਗਿਲਟਿਨ ਕਹਿ ਲਓ। ਤਾਂ ਇਹ ਕਿਸ ਲਈ ਜਾਣਿਆ ਜਾਂਦਾ ਹੈ? ਛੇਦਨ ਦੇ ਲਈ ਹੈ, ਨਿਰਮਾਣ ਕਰਨ ਦੇ ਲਈ ਹੈ, ਫਾਂਸੀ ਲਈ ਹੈ, ਜਾਂ ਫਿਰ ਚਲਾਉਣ ਦੀ ਕਿਰਿਆ ਇੱਕ। ਜਿਹੜਾ ਗਲੂਟਾਈਨ ਸੀਗਾ, ਇਹ ਇੱਕ ਫਾਂਸੀ ਦੇਣ ਦੀ ਇੱਕ ਵਿਧੀ ਸੀਗੀ, ਜਿਹਦੇ ਵਿੱਚ ਮਤਲਬ ਇਸ ਤਰ੍ਹਾਂ ਦਾ ਕਰਕੇ ਇੱਥੇ ਬੰਦੇ ਨੂੰ ਲਟਾ ਲਿਆ ਜਾਂਦਾ ਸੀਗਾ ਵਿਚਾਲੇ, ਠੀਕ ਹੈ, ਤੇ ਇੱਥੋਂ ਇੱਕ ਲਿਆ ਕੇ ਕਟਰ ਜਿਹਾ ਥੱਲੇ ਡੇਗਦਾ ਹੁੰਦਾ ਸੀ, ਜਿਹਦੇ ਨਾਲ ਬੰਦੇ ਦਾ ਸਿਰ ਜਿਹੜਾ ਸੀ ਉਹ ਕਲਮ ਹੋ ਜਾਂਦਾ ਸੀਗਾ। ਤਾਂ ਇਹ ਇੱਕ ਫਾਂਸੀ ਦੇਣ ਦੀ ਪ੍ਰਕਿਰਿਆ ਸੀਗੀ ਇੱਕ। ਇਹਦਾ ਆਨਸਰ ਆਊਗਾ ਜੀ ਫਾਂਸੀ। 136, ਮੈਰੀ ਐਂਟੋਨੀਓ ਕੌਣ ਸੀ? ਫਰਾਂਸ ਦੀ ਇਹ ਰਾਣੀ ਸੀ ਇੱਕ, ਇਹਦਾ ਹੋਊਗਾ ਸੀ ਆਨਸਰ, ਮੈਰੀ ਐਂਟੋਨੀਓ। 137 ਨੰਬਰ, ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਕਿਹੜੇ ਦੇਸ਼ ਦੇ ਵਿੱਚ ਹੋਈ ਹੈ? ਇੰਗਲੈਂਡ ਦੇ ਵਿੱਚ ਹੋਈ ਹੈ, ਫਰਾਂਸ ਦੇ ਵਿੱਚ ਹੋਈ ਹੈ, ਜਰਮਨੀ ਦੇ ਵਿੱਚ ਹੋਈ ਹੈ, ਜਾਂ ਫਿਰ ਜਾਪਾਨ ਦੇ ਵਿੱਚ ਹੋਈ ਹੈ? ਤਾਂ ਉਦਯੋਗਿਕ ਕ੍ਰਾਂਤੀ ਦਾ ਜਿਹੜਾ ਸਿਰਾ ਜਾਂਦਾ ਕਿਹਨੂੰ ਜਾਂਦਾ ਜੀ? ਉਹ ਇੰਗਲੈਂਡ ਨੂੰ ਜਾਂਦਾ ਹੈ। 18ਵੀਂ ਸਦੀ ਦੇ ਵਿੱਚ ਇਹਦੀ ਸ਼ੁਰੂਆਤ ਹੋਣੀ ਜਾਂਦੀ ਹੈ, ਉਦੋਂ ਬਾਅਦ ਫਿਰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਹੋਈ ਹੈ। 138 ਨੰਬਰ ਕੁਐਸਚਨ, ਮਸ਼ੀਨਰੀ ਨੂੰ ਭਾਫ ਦੇਣ ਦੇ ਪ੍ਰਯੋਗ ਨਾਲ, ਮਤਲਬ ਭਾਫ ਇੰਜਨ ਦੀ ਸਥਾਪਨਾ ਕਹਿ ਲਓ ਕਿਹਨੇ ਕੀਤੀ ਹੈ? ਤਾਂ ਅਰਕਰਾਈਟ, ਕ੍ਰੌਂਪਟਨ, ਜੇਮਸ ਵਾਟ ਜਾਂ ਜੈਮ ਮੈਕੈਡਨ। ਤਾਂ ਇਹਦਾ ਆਨਸਰ ਆਊਗਾ ਜੀ ਜੇਮਸ ਵਾਟ ਦੁਆਰਾ ਪਹਿਲੇ ਭਾਫ ਇੰਜਨ ਦੀ ਸ਼ੁਰੂਆਤ ਕੀਤੀ ਗਈ ਸੀ। 139 ਨੰਬਰ ਕੁਐਸਚਨ ਦੇਖਦੇ ਹਾਂ, ਰੇਲਵੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਿੱਥੇ ਹੋਈ ਹੈ? ਰੇਲਵੇ ਮਤਲਬ ਪੂਰੀ ਦੁਨੀਆ ਦੇ ਵਿੱਚ ਕਿੱਥੇ ਆਈ ਹੈਗੀ? ਤਾਂ ਫਰਾਂਸ 'ਚ, ਇਟਲੀ ਦੇ ਵਿੱਚ, ਇੰਗਲੈਂਡ ਦੇ ਵਿੱਚ, ਜਾਂ ਫਿਰ ਸਪੇਨ ਦੇ ਵਿੱਚ। ਤਾਂ ਆਨਸਰ ਆਊਗਾ ਜੀ ਇੰਗਲੈਂਡ। ਇੰਗਲੈਂਡ ਦੇ ਵਿੱਚ ਹੀ ਰੇਲਵੇ ਦੀ ਸ਼ੁਰੂਆਤ ਹੋਈ ਹੈ। ਤੇ ਕਈ ਵਾਰ ਅਕਸਰ ਪੁੱਛਦੇ ਮੈਟਰੋ ਦੀ ਸ਼ੁਰੂਆਤ ਕਿੱਥੇ ਹੋਈ? ਤਾਂ ਮੈਟਰੋ ਵੀ ਇੰਗਲੈਂਡ ਦੇ ਵਿੱਚ ਹੀ ਆਈ ਹੈ। 140 ਨੰਬਰ ਕੁਐਸਚਨ ਦੇਖਦੇ ਹਾਂ, ਮਾਨਚੈਸਟਰ ਸ਼ਹਿਰ ਇਸ ਦੇ ਕੇਂਦਰ ਦੇ ਤੌਰ ਤੇ ਉੱਭਰਿਆ ਹੈ। ਮਾਨਚੈਸਟਰ ਕਿਹੜਾ ਸੀ? ਪੜ੍ਹਾਈ ਵਜੋਂ, ਵਣਜ ਵਪਾਰ ਵਜੋਂ, ਤੀਰਥ ਯਾਤਰਾ ਜਾਂ ਉਦਯੋਗ? ਤਾਂ ਇਹਦਾ ਆਨਸਰ ਆਊਗਾ ਜੀ ਉਦਯੋਗ। ਇੰਗਲੈਂਡ ਦਾ ਸ਼ਹਿਰ ਹੈ ਮਾਨਚੈਸਟਰ, ਤਾਂ ਕਾਫੀ ਡਿਵੈਲਪ ਸ਼ਹਿਰ ਹੈਗਾ। ਇਸ ਵਾਰ ਪੀਟੈਟ ਦੇ ਅੰਦਰ ਵੀ ਕੁਐਸਚਨ ਪੁੱਛਿਆ ਗਿਆ ਸੀ, ਇਹ 2021 ਟੈਟ ਦੇ ਵਿੱਚ ਉਹ ਪੁੱਛਿਆ ਗਿਆ ਸੀ। ਓਸਾਕਾ ਦਾ ਜਾਪਾਨ ਦਾ ਸ਼ਹਿਰ ਸੀ ਉਹ। ਤਾਂ ਇਹਦਾ ਆਨਸਰ ਆਊਗਾ ਜੀ ਉਦਯੋਗ। ਇਹ ਤੋਂ ਬਾਅਦ ਕੁਝ ਪੋਲੀਟੀਕਲ ਥਿਊਰੀਜ਼ ਦੇ ਕੁਐਸਚਨ ਪੁੱਛੇ ਗਏ ਸੀਗੇ। ਕਾਰਲ ਮਾਰਕਸ ਨੂੰ ਉਸਦੇ ਕੰਮ ਲਈ ਜਾਣਿਆ ਜਾਂਦਾ ਹੈ। ਦ ਕੈਪੀਟਲ, ਦ ਪ੍ਰਿੰਸ, ਦੀ ਵੈਲਥ ਆਫ ਨੇਸ਼ਨ, ਵਾਰ ਐਂਡ ਪੀਸ। ਤਾਂ ਇਹਦੀ ਬੁੱਕ ਸੀਗੀ, ਵੈਸੇ ਦੀ ਕੈਪੀਟਲ ਲਿਖਿਆ ਇਹਨਾਂ ਨੇ। ਇਹਦਾ ਆਨਸਰ ਆਊਗਾ ਜੀ ਦਾਸ ਕੈਪੀਟਲ। ਤੇ ਇਹਦਾ ਆਨਸਰ ਆਊਗਾ ਜੀ ਏ। 142 ਕੁਐਸਚਨ, ਹੇਠਾਂ ਦਿੱਤਿਆਂ ਵਿੱਚੋਂ ਕਿਸਨੇ ਸੁਹਿਰਦ ਸੰਧੀ ਨੂੰ ਅਪਣਾਇਆ ਸੀ? ਠੀਕ ਹੈ, ਸੁਹਿਰਦ ਸੰਧੀ ਮਤਲਬ ਜਿਹੜੀ ਸੀ ਇੱਕ ਇੰਟੈਂਸ ਕੋਰਡਲ ਹੋਈ ਸੀਗੀ ਸੁਹਿਰਦ ਸੰਧੀ। ਤਾਂ ਐਂਗਲੋ ਜਾਪਾਨ, ਜਰਮਨੀ, ਅਸਟਰੋ ਜਰਮਨੀ ਤੇ ਐਂਗਲੋ ਫ੍ਰੈਂਚ। ਤਾਂ ਜਿਹੜੀ ਸੁਹਿਰਦ ਸੰਧੀ ਹੋਈ ਸੀ ਇਹ 1904 ਦੇ ਵਿੱਚ ਹੋਈ ਹੈ। ਕਿਹਦੇ ਵਿਚਕਾਰ ਹੋਈ ਸੀ? ਐਂਗਲੋ ਤੇ ਫਰਾਂਸ ਤੇ ਇੰਗਲੈਂਡ ਦੇ ਵਿਚਕਾਰ ਹੋਈ ਸੀ ਇਹ। 143 ਨੰਬਰ ਕੁਐਸਚਨ, ਆਰਕਡਿਊਕ ਫਰਦੀਨੰਦ ਸੰਬੰਧਿਤ ਸੀ ਕਿਹਦੇ ਨਾਲ? ਆਰਕਡਿਊਕ ਸੰਬੰਧੀ ਸੀਗਾ, ਇਹ ਰਾਜ ਪਰਿਵਾਰ ਦੇ ਨਾਲ ਸੰਬੰਧੀ ਸੀਗਾ। ਤਾਂ ਜਰਮਨ ਦੇ ਨਾਲ, ਰੂਸ ਦੇ ਨਾਲ, ਆਸਟਰੀਓ ਹੰਗਰੀ ਦੇ ਨਾਲ, ਜਾਂ ਫਿਰ ਬ੍ਰਿਟਿਸ਼ ਸਾਮਰਾਜ ਦੇ ਨਾਲ। ਤਾਂ ਇਹਦੀ ਹੱਤਿਆ ਕਰ ਦਿੱਤੀ ਗਈ ਸੀਗੀ, ਇਹ ਸੀਗਾ ਆਸਟਰੀਆ ਦੇ ਨਾਲ ਸੰਬੰਧਿਤ। ਇਹਦਾ ਆਨਸਰ ਆਊਗਾ ਜੀ ਆਸਟਰੀਆ ਹੰਗਰੀ। 144 ਨੰਬਰ ਕੁਐਸਚਨ, ਅਮਰੀਕਾ ਪਹਿਲੇ ਵਿਸ਼ਵ ਯੁੱਧ ਦੇ ਵਿੱਚ, ਵਿਸ਼ਵ ਯੁੱਧ ਕਦੋਂ ਸਟਾਰਟ ਹੋਇਆ? 1914 ਦੇ ਵਿੱਚ। ਤੇ ਅਮਰੀਕਾ ਕਦੋਂ ਸ਼ਾਮਲ ਹੋਇਆ ਇਹਦੇ ਵਿੱਚ? ਤਾਂ ਅਮਰੀਕਾ ਸ਼ਾਮਲ ਹੋਇਆ 1914 ਦੇ ਵਿੱਚ, 15 ਦੇ ਵਿੱਚ, 16 ਦੇ ਵਿੱਚ ਤੇ 1917 ਦੇ ਵਿੱਚ। ਤਾਂ ਇਹ ਦੇਖੋ ਬਹੁਤ ਚਲਾਂਗ ਦੇਸ਼ ਹੈ ਇਹ ਜਾ ਕੇ ਸ਼ਾਮਲ ਹੋਇਆ 1917 ਦੇ ਵਿੱਚ। ਤੇ ਇਹਦਾ ਆਨਸਰ ਆਊਗਾ ਜੀ ਡੀ। 145 ਨੰਬਰ ਕੁਐਸਚਨ, 117 ਵਿੱਚ ਕਿਸ ਦੇਸ਼ ਨੇ ਅੰਦੋਲਨ ਦਾ ਅਨੁਭਵ ਕੀਤਾ? ਕਿਹੜੇ ਦੇਸ਼ 'ਚ ਰੈਵੋਲੂਸ਼ਨ ਹੋਇਆ ਸੀ 1917 ਦੇ ਵਿੱਚ, ਜਿਹਨੂੰ ਅਸੀਂ ਕ੍ਰਾਂਤੀ ਨਾਲ ਜਾਣਦੇ? ਫੇਮਸ ਕ੍ਰਾਂਤੀ ਹੈ ਇੰਗਲੈਂਡ ਦੀ, ਫਰਾਂਸ ਦੀ, ਰੂਸ ਦੀ ਜਾਂ ਭਾਰਤ ਦੀ? ਤਾਂ ਇਹਦਾ ਆਨਸਰ ਆਊਗਾ ਜੀ ਬੋਲਸ਼ੇਵਿਕ ਕ੍ਰਾਂਤੀ ਰੂਸ ਦੇ ਵਿੱਚ ਹੋਈ ਸੀ 1917 ਦੇ ਵਿੱਚ। 1917 ਦੇ ਵਿੱਚ ਹੋਈ ਸੀ ਕ੍ਰਾਂਤੀ ਇਹ। 146 ਨੰਬਰ ਕੁਐਸਚਨ ਦੇਖਦੇ ਹਾਂ, ਪਹਿਲੇ ਵਿਸ਼ਵ ਯੁੱਧ ਦੇ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ? ਵਿਨਸਟਨ ਚਰਚਿਲ, ਵੁਡਰੋ ਵਿਲਸਨ, ਫਰਦੀਨੰਦ ਫੌਚ ਜਾਂ ਫਿਰ ਮੁਸੋਲਿਨੀ?
ਐਸਾ ਹੋਈ ਵੁਡਰੋ ਵਿਲਸਨ ਉਸ ਟਾਈਮ ਅਮਰੀਕਾ ਦਾ ਰਾਸ਼ਟਰਪਤੀ ਸੀਗਾ। 147 ਨੰਬਰ ਕੁਐਸਚਨ, ਮੀਨ ਕੈਂਫ ਕਾਫੀ ਫੇਮਸ ਬੁੱਕ ਹੈ ਮੀਨ ਕੈਂਫ। ਇਹਦਾ ਲੇਖਕ ਕੌਣ ਹੈ? ਅਡੋਲਫ ਹਿਟਲਰ, ਗੋਬਲਸ, ਹਿਟਨਬਰਗ ਜਾਂ ਕਾਰਲ ਮਾਰਕਸ। ਤਾਂ ਇਹ ਰਚਨਾ ਕੀਤੀ ਸੀ। ਇਹਦੀ ਸਵੈ ਜੀਵਨੀ ਹੈ ਹਿਟਲਰ ਦੀ, ਇਹ ਜਿਹਦਾ ਨਾਮ ਹੈ ਮੀਨ ਕੈਂਫ। 148 ਨੰਬਰ ਕੁਐਸਚਨ ਦੇਖਦੇ ਹਾਂ, ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ, ਕਦੋਂ ਸ਼ੁਰੂ ਹੋਇਆ ਸੀ ਇਹ? 1938 ਦੇ ਵਿੱਚ, 40 ਦੇ ਵਿੱਚ, 39 ਦੇ ਵਿੱਚ ਜਾਂ ਫਿਰ 1941 ਦੇ ਵਿੱਚ। ਤਾਂ ਜਦੋਂ ਜਰਮਨੀ ਨੇ ਪੋਲੈਂਡ ਦੇ ਉੱਪਰ ਹਮਲਾ ਕਰਤਾ ਸੀ 1939 ਦੇ ਵਿੱਚ, ਉਸ ਟਾਈਮ ਦੂਸਰੇ ਵਿਸ਼ਵ ਯੁੱਧ ਦੀ ਸ਼ੁਰੂਆਤ ਉਹ ਮੰਨੀ ਜਾਂਦੀ ਹੁੰਦੀ ਹੈ। 149 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਦੂਸਰੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰ, ਦੇਖੋ ਪਹਿਲੇ ਵਿਸ਼ਵ ਯੁੱਧ 'ਚ ਪੁੱਛਿਆ ਗਿਆ, ਦੂਸਰੇ ਯੁੱਧ 'ਚ ਪੁੱਛਿਆ ਗਿਆ। ਤਾਂ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ? ਵੁਡਰੋ ਵਿਲਸਨ। ਇਹ ਤਾਂ ਪਹਿਲਾਂ ਹੋ ਗਿਆ, ਦੇਖੋ ਇਹ ਤਾਂ ਆ ਹੀ ਨਹੀਂ ਸਕਦਾ। ਵਿਨਸਟਨ ਚਰਚਿਲ ਇੰਗਲੈਂਡ ਦਾ ਸੀ। ਕੈਨੇਡੀ ਜਿਹੜਾ ਸੀਗਾ ਇਹ ਬਾਅਦ ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਇਹਦਾ ਹੋਊਗਾ ਜੀ FD ਰੂਜ਼ਵੈਲਟ, ਜਾਂ ਜਿਹਨੂੰ ਫਰੈਂਕਲਿਨ ਡੀ ਰੂਜ਼ਵੈਲਟ ਅਸੀਂ ਆਖ ਦਿੰਦੇ ਹਾਂ। ਤਾਂ ਆਨਸਰ C ਆਊਗਾ। ਲਾਸਟ ਕੁਐਸਚਨ ਹੈ ਇਸ ਦਾ, ਦੂਸਰੇ ਵਿਸ਼ਵ ਯੁੱਧ ਦੌਰਾਨ ਕਿਸ ਦੇਸ਼ ਨੇ ਪਰਲ ਹਾਰਬਰ ਤੇ ਹਮਲਾ ਕੀਤਾ ਸੀ? ਪਰਲ ਹਾਰਬਰ ਇੱਕ ਬੰਦਰਗਾਹ ਸੀ, ਇੱਕ ਬੇੜਾ ਸੀਗਾ ਉੱਥੇ ਖੜਾ ਇਹਨਾਂ ਦਾ, ਤਾਂ ਉਸ ਦੇ ਉੱਪਰ ਹਮਲਾ ਕਰਤਾ ਸੀ। ਕਿਹਨੇ ਕੀਤਾ ਸੀਗਾ? ਜਾਪਾਨ ਨੇ, ਇਟਲੀ ਨੇ, ਜਰਮਨੀ ਨੇ ਜਾਂ ਫਿਰ ਰੂਸ ਨੇ। ਤਾਂ ਇਹ ਕਿਹਦੇ ਅੰਡਰ ਸੀਗਾ ਪਰਲ ਹਾਰਬਰ? ਇਹ ਅਮਰੀਕਾ ਦੇ ਅੰਡਰ ਸੀਗਾ। ਤੇ ਇਹਦੇ ਉੱਪਰ ਹਮਲਾ ਕੀਤਾ ਸੀ ਕਿਹਨੇ? ਉਹ ਕੀਤਾ ਸੀ ਜਾਪਾਨ ਨੇ। ਤੇ ਇਸ ਤੋਂ ਬਾਅਦ ਫਿਰ ਅਮਰੀਕਾ ਯੁੱਧ ਦੇ ਵਿੱਚ ਸ਼ਾਮਲ ਹੋ ਗਿਆ ਸੀ। ਦੋਨੇ ਜਾਪਾਨ ਦੇ ਵਿੱਚ ਜਿਹੜਾ ਬੰਬ ਸੁੱਟਾ ਸੀ ਨਾਗਾਸਾਕੀ ਤੇ ਹਿਰੋਸ਼ੀਮਾ ਦੇ ਵਿੱਚ। ਠੀਕ ਹੈ, ਤਾਂ ਇਹ ਸੀ ਟੌਪ 150 ਕੁਐਸਚਨ ਤੁਹਾਡੇ ਲੈਕਚਰਰ ਪੇਪਰ ਦੇ ਵਿੱਚ ਆਏ ਹੋਏ, 2016 ਦੇ ਪੇਪਰ ਦੇ ਵਿੱਚ ਆਏ ਹੋਏ ਕੁਐਸਚਨ ਨੇ ਇਹ ਸਾਰੇ ਦੇ ਸਾਰੇ। ਤੇ ਆਈ ਹੋਪ ਕਿ ਤੁਹਾਨੂੰ ਇਹਦੇ ਲਈ ਇੱਕ ਆਈਡੀਆ ਹੋ ਜਾਊਗਾ ਵੀ ਸਾਡੇ ਪੇਪਰ ਦੇ ਵਿੱਚ ਆਉਣ ਵਾਲੇ ਪੇਪਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇਗੇ। ਤੁਹਾਨੂੰ ਇੱਕ ਪੈਟਰਨ ਪਤਾ ਲੱਗ ਜਾਂਦਾ ਵੀ ਕਿਸ ਪੈਟਰਨ ਦੇ ਪੇਪਰ ਐਗਜ਼ਾਮ ਜਿਹੜਾ ਪਾ ਰਿਹਾ ਹੈਗਾ। ਤਾਂ ਤੁਹਾਨੂੰ ਕਾਫੀ ਹੈਲਪਫੁਲ ਹੋਣਗੇ ਕੁਐਸਚਨ ਇਹ। ਤੇ ਆਈ ਹੋਪ ਕਿ ਤੁਹਾਨੂੰ ਅੱਜ ਦੀ ਕਲਾਸ ਤੁਹਾਨੂੰ ਪਸੰਦ ਆਈ ਹੈ, ਵਧੀਆ ਲੱਗੀ ਹੋਣੀ ਕਲਾਸ ਇਹ। ਤੇ ਜੇ ਤੁਹਾਨੂੰ ਕਲਾਸ ਅੱਜ ਦੀ ਵਧੀਆ ਲੱਗੀ ਹੈ ਤਾਂ ਪਲੀਜ਼ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਹੋਰ ਕਿਸ ਪ੍ਰਕਾਰ ਦੀ ਵੀਡੀਓ ਚਾਹੀਦੀ ਹੈ। ਮੈਂ ਉਸ ਪ੍ਰਕਾਰ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ। ਤੇ ਜੇ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਬੈਲ ਆਈਕਨ ਦਾ ਬਟਨ ਦਬਾਇਓ ਤਾਂ ਕਿ ਆਉਣ ਵਾਲੇ ਜਿਹੜੇ ਨੋਟੀਫਿਕੇਸ਼ਨ ਨੇ ਤੁਹਾਡੇ, ਠੀਕ ਹੈ, ਲਗਭਗ ਡੇਲੀ ਵਾਂਗੂ ਅਸੀਂ ਕਲਾਸ ਕਰਦੇ ਹਾਂ ਇੱਥੇ। ਤੇ ਬਾਕੀ ਸਾਰੀਆਂ ਕਲਾਸ ਤੁਹਾਡੇ ਕੋਲ ਪਹੁੰਚ ਜਾ ਕਰਨਗੀਆਂ। ਤਾਂ ਮਿਲਦੇ ਹਾਂ ਫਿਰ ਆਪਾਂ ਇੱਕ ਨਵੀਂ ਕਲਾਸ ਦੇ ਨਾਲ। ਤਦ ਤੱਕ ਲਈ ਥੈਂਕ ਯੂ, ਬਾਏ।